ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਸ਼ਾਇਦ ਇੱਕ ਨਵੀਂ ਜ਼ਿੰਦਗੀ ਲਿਆਉਣ ਦੇ ਚੱਕਰ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੀ ਉਹ ਇੱਕ 25 ਤੋਂ 35 ਸਾਲ ਦੀਆਂ ਔਰਤਾਂ ਹੁੰਦੀਆਂ ਨੇ ਉਹ ਜ਼ਿੰਦਗੀ ਬਾਰੇ ਆਪਾਂ ਬਿਲਕੁਲ ਭੁੱਲ ਜਾਂਦੇ ਹਾਂ। ਕਿਉਂ ਇਹੀ ਸਬਜੈਕਟ ਕਿਉਂ ਤੁਸੀਂ ਚੁਣਿਆ ਵੀ ਇਸ ਇੱਕ ਪਾਰਟਿਕੂਲਰ ਟੌਪਿਕ ਦੇ ਉੱਪਰ ਮੈਂ ਰਿਸਰਚ ਕਰਾਂ ਵੀ ਜਿਹੜੀਆਂ ਔਰਤਾਂ ਮਾਂ ਨਹੀਂ ਬਣ ਸਕਦੀਆਂ? ਦਿੱਲੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਸੀਗੇ, ਉਹਨਾਂ ਦੀ ਵਾਈਫ ਨੇ ਤੇ ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ। ਅੱਛਾ। ਤੇ ਉਹ ਪਿਛਲੇ 15 ਸਾਲ ਤੋਂ ਟਰਾਈ ਕਰ ਰਹੀ ਸੀ ਕਨਸੀਵ ਕਰਨ ਦਾ, ਬਟ ਨਹੀਂ ਹੋ ਪਾਇਆ। ਤੁਸੀਂ ਰਿਸਰਚ ਕੀਤੀ ਸੀ 500 ਔਰਤਾਂ ਦੇ ਉੱਪਰ ਤੇ ਉਹਦਾ ਰਿਜ਼ਲਟ ਕੀ ਨਿਕਲਿਆ ਬਾਅਦ ਦੇ ਵਿੱਚ? ਕਈ ਇੱਦਾਂ ਦੀਆਂ ਵੀ ਮੇਰੇ ਫੀਮੇਲ ਸੀਗੀਆਂ ਮੇਰੇ ਰਿਸਰਚ ਵਿੱਚ ਜਿਹੜੇ ਕਿ 3-3 ਦਿਨ ਤੱਕ ਖਾਣਾ ਨਹੀਂ ਖਾਂਦੀਆਂ ਸੀ। ਕਦੀ ਵੀ ਸੀਵੀਅਰ ਡਿਪਰੈਸ਼ਨ ਦੇ ਕੇਸਿਸ ਦੇਖੋਗੇ ਤਾਂ ਇਨਸਾਨ ਧੁੱਪ 'ਚ ਜਾਣ ਤੋਂ ਪਹਿਲਾਂ ਬਹੁਤ ਡਰੂਗਾ। ਉਹਦੀ ਕੋਸ਼ਿਸ਼ ਇਹੀ ਹੋਊਗੀ ਕਿ ਮੈਂ ਲਾਈਟ ਆਫ ਕਰਕੇ ਹਮੇਸ਼ਾ ਰੂਮ 'ਚ ਬੈਠਾ ਰਹਾਂ। ਸਿਰਫ ਇੱਕ ਬੱਚਾ ਰੀਜ਼ਨ ਤਾਂ ਨਹੀਂ ਹੋ ਸਕਦਾ ਵੀ ਇੰਨੇ ਐਕਸਟ੍ਰੀਮ ਲੈਵਲ ਤੇ ਤੁਹਾਡਾ ਡਿਪਰੈਸ਼ਨ ਚਲੇ ਗਿਆ, ਤੁਸੀਂ ਇੰਨੇ ਜ਼ਿਆਦਾ ਤਣਾਅ 'ਚ ਚਲੇ ਗਏ, ਤਾਂ ਉਹਦੇ ਅੱਗੇ ਫਿਰ ਤੁਹਾਨੂੰ ਰੀਜ਼ਨ ਕੀ ਮਿਲੇ? ਸਾਡੀਆਂ ਦਰਾਣੀਆਂ ਜਠਾਣੀਆਂ ਜਿਨ੍ਹਾਂ ਕੋਲ ਬੱਚੇ ਹੁੰਦੇ ਸੀਗੇ ਤੇ ਸਾਡੀ ਸੱਸ, ਉਹ ਹਮੇਸ਼ਾ ਸਾਨੂੰ ਵੀ ਤੇ ਸਾਡੇ ਹਸਬੈਂਡ ਨੂੰ ਵੀ ਹਮੇਸ਼ਾ ਇਹੀ ਕਹਿੰਦੇ ਰਹਿਣਾ, ਤੂੰ ਹਾਲੇ ਤੱਕ ਸਾਨੂੰ ਇੱਕ ਬੱਚਾ ਨਹੀਂ ਦੇ ਪਾਈ। ਉਹ ਕਦੀ ਵੀ ਆਪਣੀ ਫੈਮਿਲੀ ਦੇ ਸਾਹਮਣੇ ਜਾਂ ਸੋਸਾਇਟੀ ਦੇ ਸਾਹਮਣੇ ਕਦੀ ਵੀ ਇਹ ਚੀਜ਼ ਐਕਸੈਪਟ ਨਹੀਂ ਕਰੂਗਾ ਕਿ ਹਾਂਜੀ ਮਤਲਬ ਮੇਰੀ ਵਜ੍ਹਾ ਨਾਲ ਅਸੀਂ ਮਾਂ-ਬਾਪ ਨਹੀਂ ਬਣ ਪਾ ਰਹੇ। ਮਤਲਬ ਕਿ ਕੋਈ ਐਦਾਂ ਨਾ ਕਹੇ ਕਿ ਇਕੱਲਾ ਆਦਮੀ ਕਿਉਂ ਜਾ ਰਿਹਾ, ਉਹ ਵੀ ਮਤਲਬ ਇਨਫਰਟੀਲਿਟੀ ਦੇ ਟ੍ਰੀਟਮੈਂਟ ਲਈ। ਕਿ ਉਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਆਪਣੇ ਇੰਡੀਅਨ ਟੋਇਲਟ ਹੁੰਦੇ ਆ, ਕਿਉਂਕਿ ਉਹ ਗਰੀਬ ਜਿਹੇ ਪਰਿਵਾਰ ਤੋਂ ਬਿਲੋਂਗ ਕਰਦੀ ਸੀਗੀ, ਕਿ ਉਹਦੇ 'ਚ ਜਿਹੜਾ ਡਿੱਬਾ ਰੱਖਿਆ ਹੁੰਦਾ ਨਾ ਕਿ ਨਰਿੰਨੇ ਕਾਲ 'ਚ ਉੱਠ ਕੇ ਤੁਸੀਂ ਉਸ ਡਿੱਬੇ ਨਾਲ ਪਾਣੀ ਪੀਣਾ। ਔਰ ਉਹ ਔਰਤ ਤੋਂ 10 ਤੋਂ 11 ਦਿਨ ਉਹ ਚੀਜ਼ ਵੀ ਕਰਦੀ ਰਹੀ। ਉਹਦਾ ਹੀ ਸੱਸ ਅੱਜ ਵੀ ਇਹੀ ਗੱਲ ਕਹਿੰਦੇ ਨੇ ਕਿ ਜੇ ਤੂੰ ਮਾਂ ਬਣ ਗਈ ਤਾਂ ਠੀਕ ਆ, ਨਹੀਂ ਤਾਂ ਸਾਨੂੰ ਨਹੀਂ ਪਤਾ ਤੂੰ ਕਿੱਥੇ ਜਾਣਾ, ਅਸੀਂ ਆਪਦੇ ਪੁੱਤਰ ਦਾ ਦੂਸਰਾ ਵਿਆਹ ਕਰ ਦੇਣਾ। ਉਹਨਾਂ ਦੇ ਜਿਹੜੇ ਹਸਬੈਂਡ ਆ ਉਹ ਥੋੜ੍ਹਾ ਬਹੁਤ ਨਸ਼ਾ ਪੱਤਾ ਵੀ ਕਰਦੇ ਆ, ਡਰਿੰਕ ਵੀ ਕਰਦੇ ਆ, ਤੇ ਉਹਨਾਂ ਨੇ ਟੈਸਟ ਵੀ ਨਹੀਂ ਕਰਵਾਇਆ। ਤੇ ਤੁਸੀਂ ਦੇਖੋ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਮੀ ਕਿਹਦੇ 'ਚ ਆ। ਆਪਦੀ ਥਾਂ ਤੇ ਇੱਕ ਹੋਰ ਲੈ ਆਉਣੀ, ਸੌਂਕਣ ਲੈ ਆਉਣੀ, ਮਤਲਬ ਉਹ ਬਹੁਤ ਵੱਡਾ ਦੁੱਖ ਮੰਨਿਆ ਜਾਂਦਾ ਹੁੰਦਾ ਸੀਗਾ ਕਿਸੇ ਵੀ ਔਰਤ ਦੀ ਜ਼ਿੰਦਗੀ ਦਾ, ਹੈ ਨਾ। ਤੇ ਉਹਨਾਂ ਚੀਜ਼ਾਂ ਨੂੰ ਅਸੀਂ ਮਹਿਜ ਇੱਕ ਕਾਮੇਡੀ ਦੇ ਰੂਪ 'ਚ ਪਰੋਸ ਰਹੇ ਹਾਂ। ਤੇ ਬੱਚਾ ਗੋਦ ਲੈਣ ਦੀ ਗੱਲ ਆਉਂਦੀ ਆ, ਉੱਥੇ ਵੀ ਸਾਡਾ ਮਾਈਂਡ ਸੈਟ ਬਹੁਤ ਪਲੇ ਕਰਦਾ ਕਿ ਅਸੀਂ ਮੁੰਡਾ ਹੀ ਗੋਦ ਲੈਣਾ, ਅਸੀਂ ਕੁੜੀ ਗੋਦ ਨਹੀਂ ਲੈਣੀ। ਕਹਿੰਦੇ ਕਿ ਹਾਂ ਠੀਕ ਆ, ਬੱਚਾ ਨਹੀਂ ਹੋ ਰਿਹਾ, ਕਹਿੰਦੇ ਕੋਈ ਗੱਲ ਨਹੀਂ, ਮੇਰੇ ਹਸਬੈਂਡ ਤਾਂ ਮੈਨੂੰ ਕਹਿੰਦੇ ਆ ਕਿ ਮੇਰਾ ਬੱਚਾ ਤਾਂ ਤੂੰ ਹੀ ਆ, ਮੈਨੂੰ ਤਾਂ ਤੂੰ ਹੀ ਬੱਚਿਆਂ ਵਰਗੀ ਆ। ਤਾਂ ਆਟੋਮੈਟਿਕਲੀ ਉਸ ਔਰਤ ਨੂੰ ਡਿਪਰੈਸ਼ਨ ਕਿਉਂ ਹੋਊਗਾ? ਕਿਸੇ ਨੂੰ ਬੱਚੇ ਦੀ ਬਹੁਤ ਜ਼ਿਆਦਾ ਚਾਹਤ ਆ ਤਾਂ ਉਹ ਲੇਡੀ ਮਤਲਬ ਸਾਰੀ ਫਿਜ਼ੀਕਲ ਪੇਨ ਲੈਣ ਦੇ ਲਈ ਵੀ ਤਿਆਰ ਆ, ਤਾਂ ਪਿੱਛੋਂ ਫੈਮਿਲੀ, ਖਾਸ ਤੌਰ 'ਤੇ ਉਹਦਾ ਪਾਰਟਨਰ, ਉਹਨੂੰ ਕਿਵੇਂ ਸਪੋਰਟ ਕਰ ਸਕਦਾ? ਅੱਜ ਤਾਂ ਆਪਾਂ ਉਹਨਾਂ ਨੂੰ ਇਹ ਫੀਲ ਕਰਵਾ ਰਹੇ ਹਾਂ ਵਾਰ-ਵਾਰ ਕਿ ਜੇ ਬੱਚਾ ਹੁੰਦਾ ਤਾਂ ਤੂੰ ਇੱਥੋਂ ਦੀ ਮਹਾਰਾਣੀ ਸੀ, ਬਟ ਜੇ ਤੂੰ ਨਹੀਂ ਮਾਂ ਬਣ ਪਾਈ ਤਾਂ ਤੂੰ ਕੁਛ ਨਹੀਂ ਲੱਗਦੀ। ਚੈੱਕ ਕਰਵਾਓ ਵੀ ਤੁਸੀਂ ਮੁੰਡਾ ਹੋਣ ਵਾਲਾ ਜਾਂ ਕੁੜੀ ਹੋਣ ਵਾਲੀ ਹੈ ਨਾ, ਤਾਂ ਉਹ ਇਸ ਚੀਜ਼ ਲਈ ਰਾਜੀ ਨਹੀਂ ਸੀ। ਤੁਸੀਂ ਦੇਖੋ ਵੀ ਉਹਨੂੰ ਕਿਸ ਹੱਦ ਤੱਕ ਪ੍ਰੈਸ਼ਰਾਈਜ਼ ਕੀਤਾ ਗਿਆ ਹੋਊਗਾ ਵੀ ਉਹਨੇ ਮਤਲਬ ਸੁਸਾਈਡ ਹੀ ਕਰ ਲਿਆ। ਕਿੰਨੀਆਂ ਔਰਤਾਂ ਮੈਂ ਇੱਦਾਂ ਵੀ ਦੇਖੀਆਂ ਕਿ 10-10 11-11 ਅਬੋਰਸ਼ਨਸ ਸਿਰਫ ਇੱਕ ਬੱਚਾ ਲੈਣ ਦੇ ਉਹਦੇ 'ਚ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਅਸੀਂ ਔਰਤਾਂ ਦੀ ਇਨਫਰਟੀਲਿਟੀ, ਜਿਹਨੂੰ ਅਸੀਂ ਬਾਂਝਪਨ ਕਹਿ ਦਿੰਦੇ ਹਾਂ, ਉਹ ਔਰਤਾਂ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜਾਂ ਜਿਹੜੀਆਂ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦੇ ਬਹੁਤ ਲੰਬਾ ਟਾਈਮ ਵਿਆਹ ਤੋਂ ਬਾਅਦ ਬੱਚਾ ਨਹੀਂ ਹੁੰਦਾ, ਅਤੇ ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਇਸ ਇੰਟਰਵਿਊ ਦੇ ਵਿੱਚ ਨਵਜੋਤ ਕੰਬੋਜ ਹੋਣਗੇ। PhD ਰਿਸਰਚ ਸਕਾਲਰ ਨੇ। ਉਹਨਾਂ ਨੇ ਆਪਣੇ ਰਿਸਰਚ ਕੀਤੀ 500 ਔਰਤਾਂ ਦੇ ਉੱਪਰ, ਉਹਨਾਂ ਔਰਤਾਂ ਦੇ ਉੱਪਰ ਜਿਹੜੀਆਂ ਜਾਂ ਤਾਂ ਮਾਂ ਨਹੀਂ ਬਣ ਸਕਦੀਆਂ ਸੀ ਜਾਂ ਵਿਆਹ ਤੋਂ ਬਹੁਤ ਲੰਬੇ ਸਮੇਂ ਤੱਕ 10-11 ਸਾਲ ਹੋ ਗਏ ਸੀਗੇ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਸੀਗਾ, ਵੱਖ-ਵੱਖ ਟ੍ਰੀਟਮੈਂਟ ਲੈਣ ਤੋਂ ਬਾਅਦ ਵੀ ਜਾਂ ਕੁਛ ਵੀ। ਸੋ ਉਹਨਾਂ ਦੇ ਉੱਪਰ ਉਹਨਾਂ ਨੇ ਰਿਸਰਚ ਕੀਤੀ ਕਿ ਉਹਨਾਂ ਔਰਤਾਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਕਿਹੋ ਜਿਹਾ ਹਾਲ ਹੁੰਦਾ, ਕਿਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਉਹ ਨਿਕਲਦੀਆਂ ਨੇਗੀਆਂ, ਕੀ ਚੀਜ਼ਾਂ ਨੇ ਉਹਨਾਂ ਨੂੰ ਆਪਣੀ ਇਸ ਕੰਡੀਸ਼ਨ ਕਰਕੇ ਸੁਸਾਇਟੀ ਵੱਲੋਂ ਸੁਣਨੀਆਂ ਵੀ ਪੈਂਦੀਆਂ ਨੇ, ਅਤੇ ਉਹ ਜਿਹੜੀਆਂ ਚੀਜ਼ਾਂ ਸੁਣਦੀਆਂ ਨੇ ਤੇ ਮਾਨਸਿਕ ਤੌਰ 'ਤੇ ਉਹਨਾਂ ਨੂੰ ਕਿੰਨਾ ਪ੍ਰਭਾਵਿਤ ਕਰਦੀਆਂ ਨੇ। ਸੋ ਇਸ ਵਿਸ਼ੇ ਦੇ ਉੱਪਰ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ ਤੇ ਨਵਜੋਤ ਹੋਰਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਨਵਜੋਤ। ਸਤਿ ਸ਼੍ਰੀ ਅਕਾਲ ਮੈਮ।
ਜੀ ਆਇਆਂ ਨੂੰ ਵੀ ਸੋਸ਼ਲ ਤੇ। Thank you so much. ਤੁਸੀਂ ਸਾਡੇ ਵਿਊਅਰ ਵੀ ਹੋ, ਉਹਦੇ ਲਈ ਤੁਹਾਡਾ ਹਾਂਜੀ, ਸ਼ੁਕਰੀਆ ਕਿ ਤੁਸੀਂ ਹਾਂਜੀ। ਵੀ ਸੋਸ਼ਲ ਵੇਖਦੇ ਹੋ। ਹਾਂਜੀ ਮੈਮ, ਥੈਂਕ ਯੂ ਸੋ ਮਚ। ਮੈਂ ਚਾਹੂੰਗੀ ਕਿ ਤੁਸੀਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ ਕਿ ਤੁਹਾਡੀ ਕੀ ਤੁਸੀਂ ਕਾਹਦੇ ਸਟੂਡੈਂਟ ਹੋ, ਅਤੇ ਉਸ ਤੋਂ ਬਾਅਦ ਮੈਂ ਇਹ ਵੀ ਜਾਣਨਾ ਚਾਹੂੰਗੀ ਕਿ ਇਸ ਟਾਈਮ ਤੁਸੀਂ ਕੀ ਕਰ ਰਹੇ ਹੋ, ਅਤੇ ਇਹਦੇ ਨਾਲ ਕਿ ਇਨਫਰਟੀਲਿਟੀ ਅਤੇ ਮੈਂਟਲ ਹੈਲਥ, ਇਹ ਤੁਸੀਂ ਸਬਜੈਕਟ ਕਿਉਂ ਚੁਣਿਆ ਸੀਗਾ ਰਿਸਰਚ ਦੇ ਲਈ? ਮੈਮ ਮੈਂ ਆਪਣਾ PhD ਕੰਪਲੀਟ ਕਰਿਆ ਹੈ, ਹੁਣ ਮੇਰਾ ਸਬਮਿਸ਼ਨ ਫੇਸ ਤੇ ਆ ਯੂਨੀਵਰਸਿਟੀ ਆਫ ਦਿੱਲੀ ਤੋਂ, ਡਿਪਾਰਟਮੈਂਟ ਆਫ ਐਂਥਰੋਪੋਲੋਜੀ ਤੋਂ। ਮੇਰਾ PhD ਦਾ ਟੌਪਿਕ ਸੀਗਾ ਇਨਫਰਟੀਲਿਟੀ ਐਂਡ ਮੈਂਟਲ ਡਿਸਆਰਡਰਸ, ਜਿਹਦੇ ਵਿੱਚ ਮੈਂ 500 ਔਰਤਾਂ ਦਾ ਰਿਸਰਚ ਕਰਿਆ ਦਿੱਲੀ ਵਿਖੇ ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ, ਜਿਸ ਵਿੱਚ 500 ਔਰਤਾਂ ਦਾ ਇਨ ਡੈਪਥ ਇੰਟਰਵਿਊ ਲਿਆ, ਤੇ ਜਿਹਦੇ ਵਿੱਚ ਮੈਂ ਇਹ ਚੀਜ਼ਾਂ ਦੇਖੀਆਂ ਕਿ ਇੱਕ ਔਰਤ ਅਗਰ ਉਹਦਾ ਬੱਚਾ ਨਹੀਂ ਹੁੰਦਾ ਤਾਂ ਇਹ ਚੀਜ਼ ਸਭ ਨੂੰ ਪਤਾ ਹੈ ਕਿ ਉਹ ਪਰੇਸ਼ਾਨ ਹੁੰਦੀ ਆ, ਹਸਪੀਟਲ ਦੇ ਚੱਕਰ ਕੱਟਦੀ ਆ। ਪਰ ਉਸ ਤੋਂ ਇਲਾਵਾ ਵੀ ਜਦੋਂ ਉਹ ਹਸਪੀਟਲ ਦੇ ਚੱਕਰ ਕੱਟਦੀ ਆ ਤਾਂ ਫੈਮਿਲੀ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਉਹਦੇ ਤੇ, ਕਿਉਂਕਿ ਜਿੰਨਾ ਕਿ ਮੈਂ ਆਪਣੀ ਰਿਸਰਚ ਵਿੱਚ ਪਾਇਆ ਕਿ ਔਰਤ ਇੰਨੀ ਜ਼ਿਆਦਾ ਖੁਦ ਚਾਹਵਾਨ ਨਹੀਂ ਵੀ ਹੁੰਦੀ, ਜਾਂ ਫਿਰ ਹੁੰਦੀ ਵੀ ਆ, ਕਿਉਂਕਿ ਇੱਕ ਮਾਂ ਬਣਨਾ ਹਰ ਔਰਤ ਲਈ ਇੱਕ ਸਪੈਸ਼ਲ ਮੂਮੈਂਟ ਹੁੰਦਾ। ਉਹ ਚਾਹੁੰਦੀ ਆ ਕਿ ਮੈਂ ਕਨਸੀਵ ਕਰਾਂ, ਇੱਕ ਬੱਚੇ ਨੂੰ ਜਨਮ ਦੇਵਾਂ, ਉਹਦੀ ਮਤਲਬ ਪਾਲਣਾ ਪੋਸ਼ਣਾ ਕਰਾਂ। ਪਰ ਜਦੋਂ ਉਹ ਹਸਪੀਟਲ ਆਉਂਦੀ ਆ, ਘਰ ਮੁੜਦੀ ਆ ਆਪਣੇ, ਤਾਂ ਉਹਨੂੰ ਇਹ ਨਹੀਂ ਪੁੱਛਿਆ ਜਾਂਦਾ ਘਰ ਜਾਣ ਤੋਂ ਬਾਅਦ ਕਿ ਤੂੰ ਕੁਝ ਸਵੇਰ ਦਾ ਖਾਇਆ ਪੀਆ, ਜਾਂ ਫਿਰ ਤੇਰੀ ਤਬੀਅਤ ਕਿੱਦਾਂ ਆ, ਜਾਂ ਫਿਰ ਤੈਨੂੰ ਡਾਕਟਰ ਨੇ ਕੀ ਕਿਹਾ। ਬਹੁਤ ਘੱਟ ਹੁੰਦੇ ਆ ਲੋਕ ਜੋ ਪੁੱਛਦੇ ਆ ਕਿ ਅੱਛਾ ਠੀਕ ਆ ਵੀ ਡਾਕਟਰ ਨੇ ਕੀ ਕਿਹਾ, ਜਾਂ ਤੁਸੀਂ ਠੀਕ ਹੋ, ਜਾਂ ਤੁਸੀਂ ਠੀਕ ਹੋ। ਤੇ ਉਹਨਾਂ ਨੂੰ ਹਾਲਾਂਕਿ ਮਤਲਬ ਇਹ ਤਾਨਾ ਦਿੱਤਾ ਜਾਂਦਾ ਕਿ ਤੁਸੀਂ ਹਾਲੇ ਤੱਕ ਕਿੰਨਾ ਟਾਈਮ ਹੋਰ ਜਾਏਂਗੀ, ਕਿੰਨਾ ਕੁ ਟਾਈਮ ਤੈਨੂੰ ਡਾਕਟਰ ਹੋਰ ਬੁਲਾਉਣਗੇ, ਅਸੀਂ ਤਾਂ ਥੱਕ ਗਏ ਹਾਂ ਤੇਰੇ ਚੱਕਰਾਂ ਤੋਂ। ਜੋ ਕੀ ਕਹਿੰਦੇ ਨੇ ਡਾਕਟਰ, ਕੋਈ ਉਮੀਦ ਹੈ ਜਾਂ ਨਹੀਂ ਹੈ। ਹਾਂਜੀ, ਇਹ ਬਹੁਤ ਹੀ, ਜਾਂ ਫਿਰ ਅਗਰ ਹਸਬੈਂਡ ਪੁੱਛ ਵੀ ਲੈਂਦੇ ਆ, ਕਿਉਂਕਿ ਹਸਬੈਂਡ ਦਾ ਫਿਰ ਵੀ ਇੱਕ ਆਪਾਂ ਦੇਖਦੇ ਆ ਕਿ ਇੱਕ ਵਾਈਫ ਨਾਲ ਅਟੈਚਮੈਂਟ ਹੁੰਦਾ, ਹਸਬੈਂਡ ਪੁੱਛਦੇ ਆ ਕਿ ਕਿੱਦਾਂ ਰਿਹਾ। ਬਟ ਜਦੋਂ ਉਹਨਾਂ ਫੀਮੇਲਸ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੀਆਂ ਕਿ ਬਟ ਜਦੋਂ ਘਰ ਜਾਂਦੇ ਆ ਤਾਂ ਘਰ ਦਾ ਮਾਹੌਲ ਦੇਖ ਕੇ ਹਸਬੈਂਡ ਵੀ ਚੁੱਪ ਹੋ ਜਾਂਦੇ ਆ, ਉਹ ਵੀ ਨਹੀਂ ਜ਼ਿਆਦਾ ਇੰਨਾ ਐਕਸਪ੍ਰੈਸ ਕਰ ਪਾਉਂਦੇ, ਸਾਡੀ ਕੇਅਰ ਨਹੀਂ ਕਰ ਪਾਉਂਦੇ ਜਿੰਨੀ ਕਰਨੀ ਚਾਹੀਦੀ ਸੀਗੀ। ਤਾਂ ਇਹ ਸਾਰੇ ਹਾਲਾਤ ਜਦੋਂ ਦੇਖਦੇ ਆ ਤਾਂ ਇੱਦਾਂ ਲੱਗਦਾ ਹੈ ਕਿ ਸ਼ਾਇਦ ਇੱਕ ਨਵੀਂ ਜ਼ਿੰਦਗੀ ਲਿਆਉਣ ਦੇ ਚੱਕਰ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੀ ਉਹ ਇੱਕ 25 ਤੋਂ 35 ਸਾਲ ਦੀਆਂ ਔਰਤਾਂ ਹੁੰਦੀਆਂ ਨੇ, ਉਹ ਜ਼ਿੰਦਗੀ ਬਾਰੇ ਆਪਾਂ ਬਿਲਕੁਲ ਭੁੱਲ ਜਾਂਦੇ ਹਾਂ, ਤੇ ਉਹਨਾਂ ਦੀ ਜ਼ਿੰਦਗੀ ਹੌਲੀ ਹੌਲੀ ਆਪਾਂ ਖ਼ਤਮ ਕਰਦੇ ਜਾਂਦੇ ਹਾਂ। ਤੇ ਇਹ ਬਹੁਤ ਹੀ ਇੱਕ ਗਲਤ ਜਿਹਾ ਹੋ ਰਿਹਾ ਜਿਹੜੀਆਂ ਔਰਤਾਂ ਮਾਂ ਨਹੀਂ ਬਣ ਪਾ ਰਹੀਆਂ ਉਹਨਾਂ ਨਾਲ। ਤੁਸੀਂ ਫਿਲਹਾਲ ਕੀ ਕਰ ਰਹੇ ਹੋ ਨਵਜੋਤ? ਫਿਲਹਾਲ ਮੈਂ ਹੈਲਥ ਮਿਨਿਸਟਰੀ ਆਫ ਇੰਡੀਆ ਦੇ ਪ੍ਰੋਜੈਕਟ ਵਿੱਚ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਬਠਿੰਡਾ ਵਿਖੇ ਕੰਮ ਕਰ ਰਹੀ ਹਾਂ, ਜੋ ਕਿ ਏਮਸ ਬਠਿੰਡਾ ਔਰ ਸਿਵਲ ਹਸਪੀਟਲ ਦੇ ਕੋਲੈਬੋਰੇਸ਼ਨ 'ਚ ਰਿਸਰਚ ਵਰਕ ਆ। ਤੇ ਉੱਥੇ ਮੇਰਾ ਵੂਮਨ ਇਮਿਊਨਾਈਜੇਸ਼ਨ 'ਤੇ ਕੰਮ ਹੈਗਾ। ਅੱਛਾ। ਹਾਂਜੀ, ਤੇ ਪਰ ਉੱਥੇ ਵੀ ਮੈਂ ਥੋੜ੍ਹਾ ਜਿਹਾ, ਕਿਉਂਕਿ ਹੁਣ ਮੈਂ PhD ਰਿਸਰਚ ਸਕਾਲਰ ਹਾਂ, ਤਾਂ ਮਾਈਂਡ ਵਿੱਚ ਇਹ ਚੀਜ਼ਾਂ ਰਹਿੰਦੀਆਂ ਕਿ ਇਨਫਰਟੀਲਿਟੀ ਦਾ ਕੋਈ ਕੇਸ ਹੁੰਦਾ ਤਾਂ ਮੈਂ ਖੁਦ ਚਾਹਵਾਨ ਹੁੰਦੀ ਹਾਂ ਕਿ ਮੈਂ ਉਹਨਾਂ ਨਾਲ ਗੱਲ ਕਰਾਂ, ਉਹਨਾਂ ਦੀ ਮੈਂਟਲ ਹੈਲਥ ਬਾਰੇ ਗੱਲ ਕਰਾਂ। ਤੇ ਮੈਨੂੰ ਦੱਸੋ, ਤੁਸੀਂ ਇਹ ਟੌਪਿਕ ਕਿਉਂ ਲਿਆ ਸੀਗਾ ਰਿਸਰਚ ਦੇ ਲਈ? ਕੋਈ ਤੁਹਾਨੂੰ ਐਕਸਪੀਰੀਅੰਸ ਹੋਇਆ ਘਰ ਦੇ ਵਿੱਚ ਜਾਂ ਬਾਹਰ ਜਾਂ ਸੁਸਾਇਟੀ 'ਚ, ਜਿਵੇਂ ਤੁਸੀਂ ਪੜ੍ਹ ਰਹੇ ਸੀ ਬਹੁਤ ਲੰਮਾ ਟਾਈਮ ਤੁਸੀਂ ਘਰ ਤੋਂ ਬਾਹਰ ਰਹੇ? ਹਾਂਜੀ। ਤੇ ਕਿਉਂ ਇਹੀ ਸਬਜੈਕਟ ਕਿਉਂ ਤੁਸੀਂ ਚੁਣਿਆ ਵੀ ਇਸ ਇੱਕ ਪਾਰਟਿਕੂਲਰ ਟੌਪਿਕ ਦੇ ਉੱਪਰ ਮੈਂ ਰਿਸਰਚ ਕਰਾਂ ਵੀ ਜਿਹੜੀਆਂ ਔਰਤਾਂ ਮਾਂ ਨਹੀਂ ਬਣ ਸਕਦੀਆਂ ਜਾਂ ਨਹੀਂ ਬਣ ਪਾ ਰਹੀਆਂ ਹੈਗੀਆਂ, ਤੇ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਪਰ? ਮੈਮ ਐਕਚੁਅਲੀ ਮੇਰਾ ਨਾ ਹਮੇਸ਼ਾ ਤੋਂ ਹੀ ਇੰਟਰਸਟ ਸੀਗਾ ਕਿ ਵੂਮਨਸ ਹੈਲਥ 'ਤੇ ਕੰਮ ਕਰਨ ਦਾ। ਅੱਛਾ। ਔਰ ਵੂਮਨਸ ਹੈਲਥ 'ਤੇ ਬਹੁਤ ਸਾਰੇ ਟੌਪਿਕ ਸੀਗੇ, ਜਿੱਦਾਂ ਕਿ ਹੁਣ PCOS ਹੋ ਗਿਆ ਜਾਂ ਫਿਰ ਹੋਰ ਵੀ ਲਾਈਫ ਸਟਾਈਲ ਡਿਜ਼ੀਜ਼ ਹੋ ਗਈਆਂ। ਬਟ ਇੱਕ ਵਾਰ ਇੱਦਾਂ ਹੀ ਇੱਕ ਮੇਰੇ ਪ੍ਰੋਫੈਸਰ ਬੈਠੇ ਸੀ ਤਾਂ ਉਹਨਾਂ ਨੇ ਇੱਕ ਸਟੋਰੀ ਸੁਣਾਈ ਮੈਨੂੰ ਕਿ NIT ਦਿੱਲੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਸੀਗੇ, ਉਹਨਾਂ ਦੀ ਵਾਈਫ ਨੇ ਤੇ ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ। ਅੱਛਾ। ਤੇ ਉਹ ਪਿਛਲੇ 15 ਸਾਲ ਤੋਂ ਟਰਾਈ ਕਰ ਰਹੀ ਸੀ ਕਨਸੀਵ ਕਰਨ ਦਾ, ਬਟ ਨਹੀਂ ਹੋ ਪਾਇਆ। ਤੇ ਹਾਲਾਂਕਿ ਉਹ ਬਹੁਤ ਹੀ ਮਤਲਬ ਪੜ੍ਹੇ ਲਿਖੇ ਲੋਕ ਸੀਗੇ, PhD ਹੋਲਡਰ ਸੀ ਦੋਨੋਂ, ਬਟ ਉਹਨਾਂ ਨੇ ਸੁਸਾਈਡ ਕਰ ਲਿਆ। ਤਾਂ ਉਸ ਟਾਈਮ ਮੇਰੇ ਮਾਈਂਡ ਵਿੱਚ ਆਇਆ ਕਿ ਇਹ ਬਹੁਤ ਹੀ ਜ਼ਿਆਦਾ ਮਤਲਬ
ਇੱਦਾਂ ਦਾ ਟੌਪਿਕ ਹੈ ਕਿ ਜਿਹਨੂੰ ਡਿਸਕਸ ਕਰਨਾ ਵੀ ਬਹੁਤ ਜ਼ਰੂਰੀ ਆ। ਬਿਲਕੁਲ। ਆਪਾਂ ਫਿਜ਼ੀਕਲੀ ਤਾਂ ਫਿਰ ਵੀ ਇਸ ਚੀਜ਼ ਨੂੰ ਕੰਸੀਡਰ ਕਰਦੇ ਹਾਂ ਕਿ ਅੱਛਾ ਇਨਫਰਟੀਲਿਟੀ ਆ, ਆਪਾਂ ਇੱਥੋਂ ਤੱਕ ਰੁਕ ਜਾਂਦੇ ਆ ਕਿ ਅੱਛਾ ਠੀਕ ਆ, ਨਹੀਂ ਬੱਚਾ ਹੋ ਪਾ ਰਿਹਾ, ਮੈਡੀਸਿਨ ਲੈ ਲਓ, ਬਟ ਆਪਾਂ ਉਹਨਾਂ ਦੀ ਮੈਂਟਲ ਹੈਲਥ ਤੱਕ ਬਹੁਤ ਘੱਟ ਪਹੁੰਚਦੇ ਆ। ਉਹਦੇ ਪਿੱਛੇ ਸਾਈਕੋਲੋਜੀਕਲੀ ਦੇਖੀਏ ਤਾਂ ਕੀ ਚੀਜ਼ਾਂ ਨੇ ਉਹ ਆਪਾਂ ਕਦੀ ਨਹੀਂ ਡਿਸਕਸ ਕਰਦੇ। ਤਾਂ ਫਿਰ ਉਹਦੇ ਲਈ ਇੱਕ ਪ੍ਰੋਜੈਕਟ ਅਸੀਂ ਅਪਲਾਈ ਕਰਿਆ ਨੈਸ਼ਨਲ ਕਮਿਸ਼ਨ ਫॉर ਵੂਮਨ 'ਚ, ਤੇ ਸਾਨੂੰ ਫੰਡਿੰਗ ਉੱਥੋਂ ਉਹਨਾਂ ਨੇ ਦਿੱਤੀ ਤੇ ਫਿਰ ਅਸੀਂ ਇਹ ਟੌਪਿਕ ਨੂੰ ਅੱਗੇ ਲੈ ਕੇ ਗਏ। ਤਾਂ 3 ਇਅਰਸ ਦਾ ਮੇਰਾ ਇਹ ਰਿਸਰਚ ਵਰਕ ਸੀਗਾ। ਅੱਛਾ, ਹਾਂਜੀ। ਇੱਕ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀਗਾ ਕਿ ਸਾਈਕੋਲੋਜੀ ਦੇ ਵਿੱਚ ਬਾਂਝਪਨ ਜਿਹੜਾ ਸ਼ਬਦ ਆ ਉਹਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਮੰਨਿਆ ਜਾਂਦਾ, ਇੱਕ ਨੈਗੇਟਿਵ ਵਰਡ ਮੰਨਿਆ ਜਾਂਦਾ। ਤੇ ਜਦੋਂ ਕੋਈ ਔਰਤ ਵੀ ਇਹ ਚੀਜ਼ ਸੁਣਦੀ ਹੈ ਕਿ ਮੈਂ ਬਾਂਝ ਹਾਂ, ਵੀ ਮੈਂ ਮਾਂ ਨਹੀਂ ਬਣ ਸਕਦੀ ਪੂਰੀ ਜ਼ਿੰਦਗੀ ਕਦੇ ਵੀ ਨਾ, ਤੇ ਉਹਦੇ ਤੇ ਵੀ ਬਹੁਤ ਨੈਗੇਟਿਵ ਇਫੈਕਟ ਕਰਦਾ ਆ। ਹਾਂਜੀ। ਤੇ ਸਾਈਕੋਲੋਜੀ ਕਿਉਂ ਮੰਨਦੀ ਆ? ਕਿਉਂਕਿ ਇਹ ਤਾਂ ਸਾਡੀ ਸੋਸਾਇਟੀ ਦੀ ਦੇਣ ਆ ਸ਼ਬਦ ਇਹ। ਮੈਮ ਇਹ ਸੋਸਾਇਟੀ ਦੀ ਦੇਣ ਤਾਂ ਜ਼ਰੂਰ ਆ, ਪਰ ਜਿੱਦਾਂ ਮੈਂ ਇੰਨੀਆਂ ਔਰਤਾਂ ਨਾਲ ਕੰਮ ਕਰਿਆ, ਅਗਰ ਤੁਸੀਂ ਕਿਸੇ ਵੀ ਸਾਈਕੋਲੋਜਿਸਟ ਕੋਲ ਬੈਠੋਗੇ ਜਾਂ ਸਾਈਕੈਟਰਿਸਟ ਕੋਲ ਬੈਠੋਗੇ, ਤੁਸੀਂ ਕੋਈ ਵੀ ਇੱਦਾਂ ਦਾ ਨੈਗੇਟਿਵ ਵਰਡ ਬੋਲੋਗੇ, ਇਹ ਨੈਗੇਟਿਵ ਵਰਡਸ ਤਾਂ ਕਿਉਂਕਿ ਬਾਂਝਪਨ ਤਾਂ ਠੀਕ ਆ, ਬਟ ਜੇ ਆਪਾਂ ਕਿਸੇ ਔਰਤ ਨੂੰ ਬਾਂਝ ਬੋਲ ਦਿੰਨੇ ਆ ਤਾਂ ਸ਼ਾਇਦ ਉਹਦਾ ਕੌਨਫੀਡੈਂਸ ਬਹੁਤ ਲੂਜ਼ ਹੋ ਜਾਂਦਾ, ਕਿਉਂਕਿ ਇੱਕ ਤਾਨੇ ਦੀ ਤਰ੍ਹਾਂ ਵੱਜਦਾ ਉਹਨਾਂ ਨੂੰ। ਤਾਂ ਅਸੀਂ ਜਦੋਂ ਵੀ ਰਿਸਰਚ ਕਰਦੇ ਸੀ, ਜਾਂ ਅੱਜ ਮੈਂ ਵੀ ਇਹ ਚੀਜ਼ ਮੈਂ ਖੁਦ ਬਿਲੀਵ ਕਰਦੀ ਹਾਂ, ਮੈਂ ਕਦੀ ਵੀ ਇਹ ਵਰਡ ਯੂਜ਼ ਨਹੀਂ ਕਰਦੀ ਬਾਂਝਪਨ। ਇੰਗਲਿਸ਼ ਬੋਲਣਾ ਫਿਰ ਵੀ ਇੱਕ ਡਿਫਰੈਂਟ ਉਹ ਹੋ ਜਾਂਦਾ ਕਿ ਚਲੋ ਆਪਾਂ, ਪਰ ਜਦੋਂ ਅਸੀਂ ਇਹੀ ਵਰਡ ਯੂਜ਼ ਕਰਦੇ ਹਾਂ ਕਿ ਜਦੋਂ ਕਿ ਤੁਸੀਂ ਮਾਂ ਨਹੀਂ ਬਣ ਪਾ ਰਹੇ ਜਾਂ ਫਿਰ ਇੰਨਾ ਟਾਈਮ ਤੁਸੀਂ ਮਾਂ ਨਹੀਂ ਬਣੇ, ਤਾਂ ਬਾਂਝ ਵਰਡ ਯੂਜ਼ ਕਰਨਾ ਮਤਲਬ ਸਾਨੂੰ ਵੀ ਬਹੁਤ ਜ਼ਿਆਦਾ ਅਜੀਬ ਵੀ ਲੱਗਦਾ ਹੈ। ਤੇ ਸਾਈਕੋਲੋਜੀ ਵੀ ਇਹ ਚੀਜ਼ ਕਹਿੰਦੀ ਹੈ ਕਿ ਅਗਰ ਕੋਈ ਇਨਸਾਨ ਪਹਿਲਾਂ ਹੀ ਡਿਪਰੈਸ਼ਨ 'ਚ ਹੈ, ਪਹਿਲਾਂ ਹੀ ਉਹਨੂੰ ਐਂਜ਼ਾਈਟੀ ਹੋ ਰਹੀ ਹੈ, ਤਾਂ ਤੁਸੀਂ ਇੱਕ ਤਰ੍ਹਾਂ ਉਹਨੂੰ ਇਹ ਬਾਂਝ ਵਰਡ ਕਹਿ ਕੇ, ਕਿਉਂਕਿ ਤਾਨੇ ਦੀ ਤਰ੍ਹਾਂ ਕੰਸੀਡਰ ਕੀਤਾ ਜਾਂਦਾ, ਤੇ ਉਹਨੂੰ ਤੁਸੀਂ ਹੋਰ ਜ਼ਿਆਦਾ ਮਤਲਬ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਉਹਨਾਂ ਲਈ। ਤੇ ਜਿਹੜੀ ਤੁਹਾਡੀ ਰਿਸਰਚ ਸੀਗੀ ਉਹਦੇ ਵਿੱਚ ਕੀ ਕੀ ਕ੍ਰਾਈਟੇਰੀਆ ਹੁੰਦਾ ਜਿਹਦੇ ਤੋਂ ਤੁਹਾਨੂੰ ਪਤਾ ਲੱਗਦਾ ਕਿ ਇਹ ਜਿਹੜੀ ਲੇਡੀ ਆ, ਹਾਂਜੀ, ਵੀ ਇਹ ਔਰਤ ਆ ਜਿਹੜੀ ਉਹ ਮਾਨਸਿਕ ਦਬਾਅ ਦੇ ਵਿੱਚ ਆ, ਜਾਂ ਇੱਕ ਸਮਾਜਿਕ ਦਬਾਅ ਦੇ ਵਿੱਚ ਆ, ਜਾਂ ਮਾਨਸਿਕ ਸਿਹਤ ਦੀ ਨਹੀਂ ਸਹੀ ਹੈਗੀ, ਜਾਂ ਸਰੀਰ ਦੇ ਨਾਲੋਂ ਇਹਦਾ ਜਿਹੜਾ ਮਾਨਸਿਕ ਪੱਧਰ ਆ ਉਹ ਜ਼ਿਆਦਾ ਖਰਾਬ ਹੋ ਚੁੱਕਿਆ? ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਪਤਾ ਲੱਗਿਆ? ਤੇ ਮੈਨੂੰ ਉਹਦੇ ਰਿਜ਼ਲਟ ਵੀ ਜ਼ਰੂਰ ਦੱਸੋ ਰਿਸਰਚ ਦੇ ਕੀ ਰਹੇ ਤੁਹਾਡੇ। ਹਾਂਜੀ, ਆਪਾਂ ਅਗਰ ਕਿਸੇ ਦਾ ਵੀ ਡਿਪਰੈਸ਼ਨ, ਐਂਜ਼ਾਈਟੀ ਜਾਂ ਸਟ੍ਰੈਸ ਦੇਖਣਾ ਹੋਏ ਤਾਂ ਇੱਕ ਸਾਈਕੋਲੋਜੀਕਲ ਟੂਲਸ ਹੁੰਦੇ ਆ। ਅੱਛਾ, ਉਹ ਕੀ ਵੈਲੀਡੇਟਿਡ ਟੂਲਸ ਹੁੰਦੇ ਆ ਕਿ ਉਹਨਾਂ ਨੂੰ ਕਾਫੀ ਸਾਰੇ ਲੋਕਾਂ ਤੇ ਪਹਿਲਾਂ ਵੈਲੀਡੇਟ ਕੀਤਾ ਜਾਂਦਾ। ਉਹ ਇੱਕ ਕੁਐਸਚਨੇਅਰ ਹੁੰਦਾ, 8 ਤੋਂ 10 ਕੁਐਸਚਨਸ ਹੁੰਦੇ ਆ ਉਹਦੇ 'ਚ, ਤਾਂ ਉਹਨਾਂ ਦੇ ਥਰੂ ਚੈੱਕ ਕੀਤਾ ਜਾਂਦਾ। ਉਹਨਾਂ ਨੂੰ ਇੱਕ ਵਾਰ ਨਹੀਂ, ਅਸੀਂ 2 ਜਾਂ 3 ਵਾਰ ਉਸੇ ਕੁਐਸਚਨੇਅਰ ਨੂੰ ਇੱਕ ਪੇਸ਼ੈਂਟ ਕੋਲੋਂ ਪੁੱਛਦੇ ਹਾਂ। ਉਹਦੀ ਇੱਕ ਟਾਈਮ ਲਿਮਿਟ ਹੁੰਦੀ ਹੈ ਕਿ ਪਿਛਲੇ ਤੁਸੀਂ 1 ਮਹੀਨੇ ਤੋਂ ਕਿੱਦਾਂ ਦਾ ਫੀਲ ਕਰ ਰਹੇ ਹੋ। ਅੱਛਾ, ਉਹਦੇ 'ਚ ਕੁਐਸਚਨਸ ਇੱਦਾਂ ਦੇ ਹੁੰਦੇ ਆ ਕਿ ਤੁਹਾਨੂੰ ਨੀਂਦ ਪ੍ਰੋਪਰਲੀ ਆ ਰਹੀ ਆ, ਕਿ ਤੁਸੀਂ 6 ਜਾਂ 7 ਘੰਟੇ ਸੋ ਰਹੇ ਹੋ ਜਾਂ ਘੱਟ ਸੋ ਰਹੇ ਹੋ, ਕਿ ਤੁਹਾਡਾ ਡਾਈਜੈਸ਼ਨ ਠੀਕ ਆ, ਕਿ ਤੁਸੀਂ ਪ੍ਰੋਪਰਲੀ ਖਾ ਰਹੇ ਹੋ। ਦੇਖਿਆ ਜਾਂਦਾ ਐਂਜ਼ਾਈਟੀ ਦੇ ਵਿੱਚ ਜਾਂ ਤਾਂ ਇਨਸਾਨ ਬਿਲਕੁਲ ਨਹੀਂ ਖਾਂਦਾ, ਜਾਂ ਅਗਰ ਖਾਂਦਾ ਤਾਂ ਖਾਂਦਾ ਹੀ ਬਹੁਤ ਜ਼ਿਆਦਾ ਖਾਂਦਾ। ਹਾਂ, ਸੇਮ ਡਿਪਰੈਸ਼ਨ 'ਚ ਹੁੰਦਾ ਕਿ ਜਾਂ ਤਾਂ ਉਹਨਾਂ ਨੂੰ ਬਿਲਕੁਲ ਭੁੱਖ ਨਹੀਂ ਲੱਗਦੀ ਜਾਂ ਫਿਰ ਉਹ ਇਨਸਾਨ ਖਾਂਦਾ ਰਹਿੰਦਾ। ਤੇ ਇਹਨਾਂ ਚੀਜ਼ਾਂ ਦੇ ਥਰੂ ਹੀ ਚੈੱਕ ਕਰਿਆ ਜਾਂਦਾ ਕਿ ਉਹਨਾਂ ਦੀ ਸਕੋਰਿੰਗ ਕਿੰਨੀ ਆ। ਅਗਰ ਆਪਾਂ 10 ਕੁਐਸਚਨ ਪੁੱਛ ਰਹੇ ਹਾਂ ਤਾਂ 8 ਉਹਨਾਂ ਦੇ ਨੈਗੇਟਿਵ ਆ ਰਹੇ ਆ, ਤਾਂ ਉਹਨਾਂ ਨੂੰ ਫਿਰ ਕੰਸੀਡਰ ਕੀਤਾ ਜਾਂਦਾ ਡਿਪਰੈਸ਼ਨ ਤੇ। ਇਹਨਾਂ ਦੇ ਵੀ ਅਲੱਗ ਹੁੰਦੇ, ਕਿਸੇ ਨੂੰ ਮਾਈਲਡ ਡਿਪਰੈਸ਼ਨ ਹੁੰਦਾ, ਕਿਸੇ ਨੂੰ ਮੋਡਰੇਟ ਹੁੰਦਾ, ਕਿਸੇ ਨੂੰ ਸੀਵੀਅਰ ਹੁੰਦਾ। ਉਸੇ ਸਕੋਰਿੰਗ ਦੇ ਅਕੋਰਡਿੰਗ ਅਸੀਂ ਦੇਖਦੇ ਹਾਂ। ਤੇ ਅਗਰ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਉਹ ਡਿਪਰੈਸਡ ਆ ਜਾਂ ਫਿਰ ਐਂਗਸ਼ੀਅਸ ਆ, ਤਾਂ ਉਹ ਦੇਖਿਆ ਜਾਂਦਾ ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਸੀਵੀਅਰਿਟੀ ਆ ਡਿਪਰੈਸ਼ਨ ਦੀ ਔਰ ਐਂਜ਼ਾਈਟੀ ਦੀ। ਅਗਰ ਸਕੋਰਿੰਗ 8 to 10 ਜਾ ਰਹੀ ਆ, ਫਿਰ ਆਪਾਂ ਕਹਿੰਦੇ ਹਾਂ ਕਿ ਐਕਚੁਅਲ 'ਚ ਉਹ ਕਾਫੀ ਮਤਲਬ ਜਿਹਨੂੰ ਆਪਾਂ ਐਂਜ਼ਾਈਟੀ ਨੂੰ ਚਿੰਤਾ ਵੀ ਕਹਿ ਦਿੰਦੇ ਹਾਂ ਨੋਰਮਲ ਲੈਂਗੁਏਜ ਪੰਜਾਬੀ 'ਚ, ਤੇ ਕਿ ਐਕਚੁਅਲ 'ਚ ਬਹੁਤ ਜ਼ਿਆਦਾ ਚਿੰਤਾ ਲੈਂਦੇ ਆ ਜਾਂ ਫਿਰ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਆ। ਤੇ ਇਹਨਾਂ ਟੂਲਸ ਦੇ ਥਰੂ ਆਪਾਂ ਉਹਨਾਂ ਦਾ ਟੈਸਟ ਕਰਦੇ ਹਾਂ। ਤੇ ਜਿਵੇਂ ਤੁਸੀਂ ਰਿਸਰਚ ਕੀਤੀ ਸੀ 500 ਔਰਤਾਂ ਦੇ ਉੱਪਰ, ਤੇ ਉਹਦਾ ਰਿਜ਼ਲਟ ਕੀ ਨਿਕਲਿਆ ਬਾਅਦ ਦੇ ਵਿੱਚ? ਐਕਚੁਅਲੀ ਬਹੁਤ ਹੀ ਸਾਡੇ ਲਈ ਵੀ ਸ਼ੌਕਡ ਸੀਗੇ ਅਸੀਂ, ਕਿਉਂਕਿ ਇਹ ਤਾਂ ਸਾਨੂੰ ਪਤਾ ਸੀ ਕਿ ਅਗਰ ਕੋਈ ਔਰਤ ਦੇਖੋ ਬੱਚਾ ਨਹੀਂ ਹੋ ਰਿਹਾ, ਪਰੇਸ਼ਾਨ ਰਹੂਗੀ, ਤੇ ਉਹ ਹੋ ਸਕਦਾ ਕਿ ਉਹਨਾਂ 'ਚ ਮਾਈਲਡ ਡਿਪਰੈਸ਼ਨ ਹੋਵੇ ਜਾਂ ਫਿਰ ਥੋੜਾ ਮੋਡਰੇਟ ਤੱਕ ਜਾ ਸਕਦੇ ਹਾਂ ਆਪਾਂ, ਜਾਂ ਐਂਜ਼ਾਈਟੀ ਵੀ ਕਦੀ ਹੁੰਦੀ ਹੋਵੇ। ਬਟ ਅਸੀਂ ਹੈਰਾਨ ਹੋਏ ਸੀ ਦੇਖ ਕੇ ਕਿ ਮੇਰੀ ਰਿਸਰਚ 'ਚ 90 to 92% ਫੀਮੇਲਸ 'ਚ ਸੀਵੀਅਰ ਐਂਜ਼ਾਈਟੀ ਤੇ ਸੀਵੀਅਰ ਡਿਪਰੈਸ਼ਨ ਸੀਗਾ।
ਬੱਚਾ ਨਾ ਹੋਣ ਦੇ ਨਾ ਕਾਰਨ। ਹੋਣ ਕਰਕੇ। ਪਰ ਜਦੋਂ ਅਸੀਂ ਇਹ ਚੀਜ਼ ਨੂੰ ਬਹੁਤ ਹੀ ਜ਼ਿਆਦਾ, ਕਿਉਂਕਿ ਰਿਸਰਚ ਵਿੱਚ ਇੱਦਾਂ ਹੁੰਦਾ ਹੈ ਕਿ ਤੁਹਾਨੂੰ ਅਗਰ ਇੱਕ ਫੈਕਟਰ ਮਿਲਿਆ ਤਾਂ ਉਹਦੀ ਤੁਸੀਂ ਹੋਰ ਜ਼ਿਆਦਾ ਗਹਿਰਾਈ 'ਚ ਜਾਂਦੇ ਹੋ। ਜਦੋਂ ਅਸੀਂ ਹੋਰ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰੀ, ਕਿਉਂਕਿ ਸਾਨੂੰ ਇਹ ਚੀਜ਼ ਲੱਗੀ ਕਿ ਇੱਕ ਬੱਚਾ ਨਾ ਹੋਣਾ ਐਡਾ ਵੀ ਬਹੁਤ ਵੱਡਾ ਉਹ ਨਹੀਂ ਹੁੰਦਾ ਕਿ ਕੋਈ ਇਨਸਾਨ ਸੀਵੀਅਰ ਡਿਪਰੈਸ਼ਨ 'ਚ ਜਾ ਰਿਹਾ। ਤੇ ਇਹ ਬਹੁਤ ਸੀਰੀਅਸ ਸਟੇਜ ਹੁੰਦੀ ਹੈ ਡਿਪਰੈਸ਼ਨ ਦੀ? ਹਾਂਜੀ, ਇਹ ਬਹੁਤ ਸੀਰੀਅਸ ਸਟੇਜ ਹੁੰਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਇਹ ਉੱਠ ਕੇ ਕੰਮ ਕਰ ਲੈ, ਤਾਂ ਉਹ 10 ਮਿੰਟ ਲਾਊਗਾ ਉਹ ਚੀਜ਼ ਕਰਨ ਤੇ ਕਿ ਅੱਛਾ ਮੈਂ ਉੱਠਾਂ। ਜਾਂ ਫਿਰ ਕਈ ਇੱਦਾਂ ਦੀਆਂ ਵੀ ਮੇਰੇ ਫੀਮੇਲ ਸੀਗੀਆਂ ਮੇਰੇ ਰਿਸਰਚ 'ਚ, ਜਿਹੜੇ ਕਿ 3-3 ਦਿਨ ਤੱਕ ਖਾਣਾ ਨਹੀਂ ਖਾਂਦੀਆਂ ਸੀ, ਪਰ ਉਹਨਾਂ ਨੂੰ ਧੁੱਪ 'ਚ ਜਾਣਾ ਵਧੀਆ ਨਹੀਂ ਲੱਗਦਾ ਸੀ। ਤੁਸੀਂ ਕਦੀ ਵੀ ਸੀਵੀਅਰ ਡਿਪਰੈਸ਼ਨ ਦੇ ਕੇਸਿਸ ਦੇਖੋਗੇ ਤਾਂ ਉਹ ਇਨਸਾਨ ਧੁੱਪ 'ਚ ਜਾਣ ਤੋਂ ਪਹਿਲਾਂ ਬਹੁਤ ਡਰੂਗਾ। ਉਹਦੀ ਕੋਸ਼ਿਸ਼ ਇਹੀ ਹੋਊਗੀ ਕਿ ਮੈਂ ਲਾਈਟ ਆਫ ਕਰਕੇ ਹਮੇਸ਼ਾ ਰੂਮ 'ਚ ਬੈਠਾ ਰਹਾਂ। ਹਰ ਇਨਸਾਨ ਨਾਲ ਲੜਨ ਦੀ ਕੋਸ਼ਿਸ਼ ਕਰੂਗਾ। ਅਗਰ ਕੋਈ ਆਵਾਜ਼ ਆ ਰਹੀ ਹੈ, ਫੋਨ ਤੱਕ ਚਲਾਉਣਾ ਪਸੰਦ ਨਹੀਂ ਕਰਦਾ ਉਹ, ਟੀਵੀ ਦੇਖਣਾ, ਮਤਲਬ ਬਹੁਤ ਇੱਦਾਂ ਆਪਣੇ ਆਪ ਨੂੰ ਰਿਜ਼ਰਵ ਕਰ ਲੈਂਦੇ ਆ ਇਹ ਲੋਕ ਕਿ ਬਿਲਕੁਲ ਸ਼ੋਰ ਸ਼ਰਾਬਾ ਨਾ ਹੋਏ, ਆਈਸੋਲੇਟ ਕਰ ਲੈਣਾ ਆਪਣੇ ਆਪ ਨੂੰ ਸਾਰੀਆਂ ਚੀਜ਼ਾਂ ਨਾਲੋਂ। ਇੱਕ ਕਾਈਂਡ ਆਫ ਕਿ ਮਤਲਬ ਉਹਨਾਂ ਦੇ ਮਾਈਂਡ ਵਿੱਚ ਹਮੇਸ਼ਾ ਇੱਦਾਂ ਹੀ ਹੁੰਦਾ ਹੈ ਜਾਂ ਤਾਂ ਅਸੀਂ ਖੁਦ ਨੂੰ ਖਤਮ ਕਰ ਲਾਂਗੇ। ਕੁਝ ਔਰਤਾਂ ਸੀਗੀਆਂ ਕਹਿੰਦੀਆਂ ਸੀ ਜਦੋਂ ਸਾਨੂੰ ਕਿਚਨ 'ਚ ਜਾਣ ਲਈ ਕਿਹਾ ਜਾਂਦਾ ਸੀ ਨਾ, ਔਰ ਅਗਰ ਮੇਰੀ ਮਦਰ ਇਨ ਲੋ ਕਹਿੰਦੀ ਸੀ ਕਿ ਅੱਛਾ ਬੇਟਾ ਕੁਝ ਬਣਾ ਦਿਓ, ਜਾਂ ਕਹਿੰਦੇ ਚਾਹ ਵੀ ਮੰਗਦੇ ਸੀ ਤਾਂ ਸਾਡਾ ਮਨ ਕਰਦਾ ਸੀ ਅਗਰ ਸਾਡੇ ਹੱਥ 'ਚ ਚਾਕੂ ਆ ਤਾਂ ਅਸੀਂ ਚਾਕੂ ਚੱਕ ਕੇ ਆਪਦੀ ਸੱਸ ਨੂੰ ਉਹ ਕਰ ਦਈਏ। ਕਿ ਇਹ ਐਨਜ਼ਾਈਟੀ ਔਰ ਡਿਪਰੈਸ਼ਨ ਦੇ ਮਤਲਬ ਇੱਕ ਤਰ੍ਹਾਂ ਸਾਈਨ ਨੇ ਕਿ ਲੋਕ ਬਿਲਕੁਲ ਵੀ ਨਹੀਂ ਟੋਲਰੇਟ ਕਰ ਸਕਦੇ ਸੀ ਕਿਸੇ ਦਾ ਵੀ ਹਸਬੈਂਡ ਨਾਲ। ਤੁਸੀਂ ਹੁਣ ਇਸ ਚੀਜ਼ ਨੂੰ ਦੇਖੋ, ਇਨਫਰਟੀਲਿਟੀ ਆ, ਡਾਕਟਰਸ ਇਹ ਸਲਾਹ ਦਿੰਦੇ ਆ ਕਿ ਅਗਰ ਉਸ ਡਿਊਰੇਸ਼ਨ 'ਚ ਤੁਹਾਡੇ ਪਤੀ ਨਾਲ ਇੱਕ ਫਿਜ਼ੀਕਲੀ ਵਧੀਆ ਸੰਬੰਧ ਹੋਣਗੇ, ਖੁਸ਼ੀ ਤੁਸੀਂ ਕਨਸੀਵ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਜਿੱਦਾਂ ਵੀ ਡਾਕਟਰਸ ਇਨਸਟਰਕਸ਼ਨਸ ਦਿੰਦੇ ਆ। ਪਰ ਜਿਹੜਾ ਇਨਸਾਨ ਆਲਰੇਡੀ ਸਟ੍ਰੈਸ 'ਚ ਆ, ਖੁਸ਼ ਹੀ ਨਹੀਂਗਾ ਉਹ ਅੰਦਰੋਂ, ਤਾਂ ਉਹ ਉਸ ਚੀਜ਼ ਨੂੰ ਵੀ ਢੰਗ ਨਾਲ ਡਾਕਟਰਸ ਦੀ ਇਨਸਟਰਕਸ਼ਨਸ ਨਹੀਂ ਮੰਨ ਪਾਉਂਦਾ। ਨਾ ਹੀ ਉਹਦਾ ਮਨ ਕਰਦਾ ਕਿ ਉਹ ਆਪਦੇ ਪਤੀ ਨਾਲ ਖੁਸ਼ ਰਵੇ, ਖੁਸ਼ੀ ਆਪਣਾ ਉਸ ਚੀਜ਼ ਬਾਰੇ ਸੋਚਣ। ਤਾਂ ਇਹ ਚੀਜ਼ ਕਿਤੇ ਨਾ ਕਿਤੇ ਜਿਹੜਾ ਡਿਊਰੇਸ਼ਨ ਹੁੰਦੀ ਹੈ 2 ਤੋਂ 3 ਸਾਲ ਦੀ ਕਿ ਕਨਸੀਵ ਸ਼ਾਇਦ ਕਰ ਪਾਉਣ, ਪਰ ਇਹ ਡਿਪਰੈਸ਼ਨ ਔਰ ਐਂਜ਼ਾਈਟੀ ਦੀ ਵਜ੍ਹਾ ਨਾਲ ਉਹ ਆਟੋਮੈਟਿਕਲੀ ਡਿਊਰੇਸ਼ਨ 5 ਤੋਂ 6 ਸਾਲ ਦੀ ਚੱਲ ਜਾਂਦੀ ਹੈ। ਕਿਉਂਕਿ ਡਿਪਰੈਸ਼ਨ ਔਰ ਐਂਜ਼ਾਈਟੀ ਦੀ ਵਜ੍ਹਾ ਨਾਲ। ਇਹਦੇ ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਇਨ ਡੈਪਥ ਜਾ ਕੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਸਿਰਫ ਇੱਕ ਬੱਚਾ ਰੀਜ਼ਨ ਤਾਂ ਨਹੀਂ ਹੋ ਸਕਦਾ, ਵੀ ਇੰਨੇ ਐਕਸਟ੍ਰੀਮ ਲੈਵਲ ਤੇ ਤੁਹਾਡਾ ਡਿਪਰੈਸ਼ਨ ਚਲੇ ਗਿਆ, ਤੁਸੀਂ ਇੰਨੇ ਜ਼ਿਆਦਾ ਤਣਾਅ 'ਚ ਚਲੇ ਗਏ, ਤਾਂ ਉਹਦੇ ਅੱਗੇ ਫਿਰ ਤੁਹਾਨੂੰ ਰੀਜ਼ਨ ਕੀ ਮਿਲੇ ਵੀ ਕਿਉਂ ਇੰਨੇ ਜ਼ਿਆਦਾ ਤਣਾਅ 'ਚ ਸੀਗੀਆਂ? ਜੇ ਬੱਚਾ ਨਾ ਹੋਣਾ ਸਿਰਫ ਕਾਰਨ ਨਹੀਂ ਸੀ, ਹੋਰ ਕੀ ਕਾਰਨ ਰਹੇ ਫਿਰ? ਮੋਸਟ ਆਫ ਦੀ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੇ ਸਾਨੂੰ ਦੱਸਿਆ, ਅਸੀਂ ਇਨ ਡੈਪਥ ਇੰਟਰਵਿਊਜ਼ ਲਈ ਉਹਨਾਂ ਦੇ ਬੈਠ ਕੇ 2-2 3-3 ਘੰਟੇ ਗੱਲਬਾਤ ਕਰੀ। ਪਹਿਲੀ ਗੱਲ ਤਾਂ ਜਦੋਂ ਅਸੀਂ ਗੱਲ ਕਰਦੇ ਸੀ ਤਾਂ ਉਹਨਾਂ ਦਾ ਰੋਣਾ ਹੀ ਬੰਦ ਨਹੀਂ ਹੁੰਦਾ ਸੀ, ਕਿਉਂਕਿ ਤੁਸੀਂ ਕਦੇ ਵੀ ਦੇਖੋਗੇ ਜਿਹੜੇ ਡਿਪਰੈਸ਼ਨ ਤੇ ਐਂਜ਼ਾਈਟੀ ਦੇ ਪੇਸ਼ੈਂਟਸ ਹੁੰਦੇ ਆ ਨਾ, ਉਹ ਸਿਰਫ ਲੱਭਦੇ ਆ ਕਿ ਕੋਈ ਸਾਡੇ ਨਾਲ ਆ ਕੇ ਗੱਲ ਕਰੇ। ਪਰ ਉਹਨਾਂ ਦੀ ਹਮੇਸ਼ਾ ਇਹ ਮਤਲਬ ਰਹਿੰਦੀ ਆ, ਪ੍ਰਾਇੋਰਟੀ ਇਹ ਰਹਿੰਦੀ ਆ ਕਿ ਉਹ ਘਰੇ ਨਹੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਜੇ ਸੁਣੀ ਜਾਂਦੀ ਹੈ ਤਾਂ ਜੱਜ ਕਰਿਆ ਜਾਂਦਾ। ਤਾਂ ਜਦੋਂ ਮੈਂ ਗੱਲ ਕਰਦੀ ਸੀ ਉਹਨਾਂ ਨਾਲ ਤੇ ਉਹਨਾਂ ਦਾ ਮਨ ਕਰਦਾ ਸੀ ਕਿ ਮੈਂ 5-6 ਘੰਟੇ ਇੱਥੇ ਹੀ ਬੈਠੀ ਰਵਾਂ ਤੇ ਮੈਂ ਉਹਨਾਂ ਦੀ ਗੱਲ ਸੁਣਾ। ਬੋਲਦੇ ਰਹਿੰਦੇ ਸੀਗੇ ਕਿ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ, ਤਾਂ ਬਹੁਤ ਹੀ ਕਾਮਨ ਚੀਜ਼ਾਂ ਨਿਕਲ ਕੇ ਆਈਆਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਕਿ ਹਰ ਔਰਤ ਦਾ ਇਹ ਕਹਿਣਾ ਸੀ ਕਿ ਚਲੋ ਅਸੀਂ ਮੰਨਦੇ ਹਾਂ ਕਿ ਹਸਬੈਂਡ ਸਾਡੇ ਫਿਰ ਵੀ ਸਪੋਰਟ ਕਰਦੇ ਆ, ਸਾਡੇ ਨਾਲ ਹਸਪੀਟਲ ਵੀ ਜਾਣਾ ਚਾਹੁੰਦੇ ਆ, ਪਰ ਸਾਡੀ ਫੈਮਿਲੀ ਔਰ ਇਹਦੇ 'ਚ ਸਭ ਤੋਂ ਵੱਡੀ ਚੀਜ਼ ਇਹ ਸੀ ਕਿ ਕਹਿੰਦੇ ਆ ਨਾ ਕਿ ਕਈ ਵਾਰ ਆਪਣੇ ਪੰਜਾਬੀ 'ਚ ਆਪਾਂ ਕਹਿ ਦਿੰਦੇ ਕਿ ਔਰਤ ਹੀ ਔਰਤ ਨੂੰ ਅੱਗੇ ਨਹੀਂ ਵਧਣ ਦਿੰਦੀ, ਤੇ ਇਹ ਕਦੀ ਵੀ ਉਹਨਾਂ ਦੇ ਮੂੰਹ 'ਚੋਂ ਇਹ ਨਹੀਂ ਨਿਕਲਿਆ ਸੀਗਾ ਕਿ ਸਾਨੂੰ ਸਾਡੇ ਮਤਲਬ ਜਿਹੜੇ ਸਹੁਰੇ ਆ ਜਾਂ ਪਰਿਵਾਰ 'ਚੋਂ ਕੋਈ ਹੋਰ ਜਾਂ ਦਿਓਰ ਜਾਂ ਜੇਠ ਮਤਲਬ ਮੇਲ ਪਰਸਨ ਨੇ ਕਦੇ ਸਾਨੂੰ ਤਾਨੇ ਨਹੀਂ ਮਾਰੇ, ਪਰ ਸਾਡੀਆਂ ਦਰਾਣੀਆਂ ਜਠਾਣੀਆਂ ਜਿਨ੍ਹਾਂ ਕੋਲ ਬੱਚੇ ਹੁੰਦੇ ਸੀਗੇ ਤੇ ਸਾਡੀ ਸੱਸ, ਉਹ ਹਮੇਸ਼ਾ ਸਾਨੂੰ ਵੀ ਤੇ ਸਾਡੇ ਹਸਬੈਂਡ ਨੂੰ ਵੀ ਹਮੇਸ਼ਾ ਇਹੀ ਕਹਿੰਦੇ ਰਹਿਣਾ ਕਿ ਤੁਸੀਂ ਮਤਲਬ ਤੂੰ ਹਾਲੇ ਤੱਕ ਸਾਨੂੰ ਇੱਕ ਬੱਚਾ ਨਹੀਂ ਦੇ ਪਾਈ। ਤਾਂ ਇੱਕ ਉਹ ਕਹਿੰਦੇ ਸੀ ਕਿ ਸਾਡੀ ਕੋਈ ਵੈਲਿਊ ਹੀ ਨਹੀਂ ਆ ਫੈਮਿਲੀ 'ਚ, ਜਿੰਨੀ ਦੇਰ ਤੱਕ ਔਰਤ ਦੇ ਬੱਚਾ ਨਹੀਂ ਹੁੰਦਾ ਉਹਦਾ ਵਜੂਦ ਨਹੀਂ ਮੰਨਿਆ ਜਾਂਦਾ, ਕੋਈ ਵਜੂਦ ਨਹੀਂ ਮੰਨਿਆ ਜਾਂਦਾ। ਕਿ ਅਗਰ ਕਿਸੇ ਰਿਸ਼ਤੇਦਾਰ ਨੇ ਵੀ ਆਉਣਾ ਜਾਂ ਕੋਈ ਸਲਾਹ ਵੀ ਲੈਣੀ ਆ, ਵਿਆਹ ਸ਼ਾਦੀ ਤੇ ਵੀ ਸਲਾਹ ਲੈਣੀ ਆ, ਤਾਂ ਸਾਡੇ ਤੋਂ ਨਹੀਂ ਲਈ ਜਾਂਦੀ, ਉਹਨਾਂ ਤੋਂ ਲਈ ਜਾਂਦੀ ਆ ਜਿਹੜੇ ਸਾਡੇ ਦੇਵਰਾਣੀ ਜਠਾਣੀ ਦੇ ਬੱਚੇ ਹੈਗੇ ਆ। ਤਾਂ ਇੱਕ ਤਰ੍ਹਾਂ ਕਿ ਜਦੋਂ ਬੱਚਾ ਹੋ ਗਿਆ ਉਦੋਂ ਸ਼ਾਇਦ ਇੱਕ ਔਰਤ ਦੀ ਸਹੁਰੇ ਘਰ ਵੈਲਿਊ ਬਣ ਜਾਂਦੀ ਆ। ਅਗਰ ਤੁਸੀਂ ਨਹੀਂ ਮਾਂ ਬਣ ਪਾ ਰਹੇ
ਤਾਂ ਸ਼ਾਇਦ ਉਹਨਾਂ ਦੀ ਸਲਾਹ ਵੀ ਲੈਣਾ ਕੋਈ ਬਹੁਤ ਚੰਗੀ ਗੱਲ ਨਹੀਂ ਸਮਝੀ ਜਾਂਦੀ। ਤੇ ਇਹ ਰਿਸਰਚ ਦੇ ਵਿੱਚ ਕਿਉਂਕਿ ਤੁਸੀਂ ਡਾਕਟਰ ਨਹੀਂ ਹੋ ਜਾਂ ਤੁਸੀਂ ਗਾਇਨਕੋਲੋਜਿਸਟ ਨਹੀਂ ਹੋ ਜਾਂ ਹੈ ਨਾ ਫਰਟੀਲਿਟੀ ਸਪੈਸ਼ਲਿਸਟ ਤੁਸੀਂ ਨਹੀਂ ਹੈਗੇ, ਤਾਂ ਮੈਂ ਤੁਹਾਨੂੰ ਇਹ ਤਾਂ ਨਹੀਂ ਪੁੱਛ ਸਕਦੀ ਕਿ ਮੈਡੀਕਲ ਸਾਨੂੰ ਦੱਸੋ ਵੀ ਕੀ ਰੀਜ਼ਨ ਹੁੰਦੇ ਹੋਣਗੇ ਵੀ ਜਿਹਦੇ ਨਾਲ ਔਰਤ ਮਾਂ ਨਹੀਂ ਬਣ ਸਕਦੀ। ਪਰ ਤੁਹਾਡੀ ਰਿਸਰਚ ਦੇ ਬੇਸ ਤੇ ਜਾਂ ਜਿਵੇਂ ਹੁਣ ਤੁਸੀਂ ਹੈਲਥ ਡਿਪਾਰਟਮੈਂਟ 'ਚ ਕੰਮ ਕਰ ਰਹੇ ਹੋ, ਉਹ ਤੁਹਾਡਾ ਜਿਵੇਂ ਤੁਸੀਂ ਲੋਕਾਂ ਦੇ ਨਾਲ ਵਿਚਰਦੇ ਹੋ, ਤੁਹਾਡੇ ਤਜਰਬੇ ਦੇ ਆਧਾਰ ਤੇ ਜੇ ਮੈਂ ਪੁੱਛਾਂ ਤਾਂ ਕਾਮਨ ਰੀਜ਼ਨ ਕੀ ਨੇਗੇ ਕਿ ਅੱਜ ਕੱਲ੍ਹ ਤੁਸੀਂ ਦੇਖੋਗੇ ਨਾ, ਤੁਸੀਂ ਕਿਸੇ ਵੀ ਗਾਇਨੀ ਵਾਰਡ 'ਚ ਜਾ ਕੇ ਦੇਖ ਲਓ, 15 ਤੋਂ ਲੈ ਕੇ 20 ਸਾਲ ਦੇ ਬੱਚਿਆਂ ਨੂੰ PCOS ਬਹੁਤ ਜ਼ਿਆਦਾ ਸੁਣਨ ਨੂੰ ਮਿਲੂਗਾ ਤੁਹਾਨੂੰ। ਤੇ ਮੇਰੀ ਰਿਸਰਚ ਵਿੱਚ ਜਿਹੜੀ 25 ਤੋਂ 30 ਸਾਲ ਦੀਆਂ ਔਰਤਾਂ ਸੀਗੀਆਂ, ਉਹਨਾਂ ਸਭ ਤੋਂ ਵੱਡਾ ਰੀਜ਼ਨ ਸੀ PCOS। ਮੈਂ ਚਾਹੂੰਗੀ ਕਿ ਇਹਨੂੰ ਵੀ ਆਪਾਂ ਥੋੜਾ ਜਿਹਾ ਐਕਸਪਲੇਨ ਕਰੀਏ ਵੀ ਹੈ ਕਿ PCOS ਐਕਚੁਅਲੀ ਇਹ ਲਾਈਫ ਸਟਾਈਲ ਡਿਜ਼ੀਜ਼ ਹੀ ਹੈ। ਇਹਨੂੰ ਦੇਖਿਆ ਜਾਏ ਤਾਂ ਇਹਦੇ 'ਚ ਹਾਰਮੋਨਲ ਇੰਬੈਲੈਂਸ ਹੋਣ ਲੱਗਦਾ ਇੱਕ ਫੀਮੇਲ 'ਚ। ਇੱਕ ਤਰ੍ਹਾਂ ਜਿਹਨੂੰ ਆਪਾਂ ਸਧਾਰਨ ਲੈਂਗੁਏਜ 'ਚ ਇਹ ਚੀਜ਼ ਬੋਲੀਏ ਕਿ ਆਪਣੀ ਇੱਕ ਔਰਤ ਵਾਲੇ ਹਾਰਮੋਨਸ ਥੋੜ੍ਹੇ ਰਿਲੀਜ਼ ਹੋਣੇ ਘੱਟ ਜਾਂਦੇ ਆ ਤੇ ਇੱਕ ਆਦਮੀਆਂ ਵਾਲੇ ਹਾਰਮੋਨਸ ਰਿਲੀਜ਼ ਹੋਣੇ ਵੱਧ ਜਾਂਦੇ ਆ। ਤੇ ਉਹਦੀ ਵਜ੍ਹਾ ਨਾਲ ਕੀ ਹੁੰਦਾ ਕਿ ਹਾਰਮੋਨਲ ਇੰਬੈਲੈਂਸ ਹੋ ਜਾਂਦਾ, ਉਹਦਾ ਅਸਰ ਪੈਂਦਾ ਆਪਣੀ ਜਿਹਨੂੰ ਆਪਾਂ ਮੈਂਸਿਸ ਕਹਿੰਦੇ ਆ, ਮੈਂਸਟਰਲ ਸਾਈਕਲ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਕਿ ਉਹ ਜਾਂ ਤਾਂ ਡਿਲੇ ਹੋ ਜਾਂਦੀ ਆ ਜਾਂ ਫਿਰ 15 ਡੇਜ਼ ਦੇ ਅਰਾਊਂਡ ਮਤਲਬ ਪੀਰੀਅਡਸ ਹੋਣੇ ਬੱਚਿਆਂ ਨੂੰ ਸ਼ੁਰੂ ਹੋ ਜਾਂਦੇ ਆ। ਅੱਛਾ, ਇਹਦਾ ਵੀ ਤੁਸੀਂ ਰੀਜ਼ਨ ਦੇਖੋਗੇ ਤਾਂ ਸਭ ਤੋਂ ਵੱਡਾ ਰੀਜ਼ਨ ਅੱਜ ਕੱਲ੍ਹ ਦੇ ਜਿਹੜੇ ਐਡੋਲਸੈਂਟ ਬੱਚੇ ਹੈਗੇ ਆ ਉਹਨਾਂ ਦਾ ਹੈਗਾ ਸਟ੍ਰੈਸ। ਜਿਹੜੇ ਬੱਚਿਆਂ ਨੂੰ ਸਟ੍ਰੈਸ ਬਹੁਤ ਜ਼ਿਆਦਾ, ਉਹਨਾਂ ਨੂੰ ਸਭ ਤੋਂ ਜ਼ਿਆਦਾ PCOS ਆ। ਫਿਰ ਜਿਹੜੇ ਬੱਚੇ ਅੱਜ ਕੱਲ੍ਹ ਬਾਹਰ ਦਾ ਖਾਣਾ ਖਾ ਰਹੇ ਆ, ਆਪਾਂ ਨੂੰ ਵੀ ਪਤਾ ਪਿਓਰਿਟੀ ਬਹੁਤ ਘੱਟ ਆ। ਪਹਿਲਾਂ ਪਿੰਡਾਂ ਦੀਆਂ ਆਪਣੇ ਦਾਦੀਆਂ ਨਾਨੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਇਹ ਚੀਜ਼ਾਂ ਦਾ ਕਦੇ ਵੀ ਆਪਾਂ ਨੂੰ ਸੁਣਨ ਨੂੰ ਨਹੀਂ ਮਿਲਦਾ ਸੀਗਾ ਕਿਉਂਕਿ ਉਹ ਖਾਂਦੇ ਵਧੀਆ ਸੀ। ਹਾਲਾਂਕਿ ਉਦੋਂ ਇਨਫਰਟੀਲਿਟੀ ਵੀ ਨਹੀਂ ਸੀ, ਬਹੁਤ ਘੱਟ ਸੀ ਕਿਉਂਕਿ ਖਾਣਾ ਪੀਣਾ ਚੰਗਾ ਸੀਗਾ ਤੇ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਸੀ। ਹੁਣ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਗਈ ਆ, ਖਾਣਾ ਪੀਣਾ ਆਪਾਂ ਹਰ ਚੀਜ਼ ਰਿਫਾਈਨਡ ਖਾ ਰਹੇ ਹਾਂ ਤੇ ਉਸ ਵਜ੍ਹਾ ਨਾਲ PCOS, ਹਾਰਮੋਨਲ ਇੰਬੈਲੈਂਸ, ਉਸ ਤੋਂ ਬਾਅਦ ਇਹ ਫਾਈਬਰੋਇਡ ਬਣ ਜਾਂਦੀ ਆ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਮੈਂਸਟਰਲ ਇਰੈਗੂਲੇਸ਼ਨ ਹੋ ਗਿਆ, ਤਾਂ ਇਹ ਚੀਜ਼ਾਂ ਜਾ ਕੇ ਅੱਗੇ ਇਨਫਰਟੀਲਿਟੀ ਦਾ ਰੀਜ਼ਨ ਬਣ ਜਾਂਦੀਆਂ। ਤੇ ਬੇਸਿਕਲੀ ਜਿਹੜੀ ਮੇਰੀ ਰਿਸਰਚ ਵਿੱਚ ਮੈਂ ਦੇਖਿਆ ਤੇ ਉਹ ਸਭ ਤੋਂ ਵੱਡਾ ਰੀਜ਼ਨ PCOS ਸੀਗਾ। ਜਿਹਦੇ ਨਾਲ ਕਈ ਵਾਰੀ ਜਦੋਂ ਐਕਸਟ੍ਰੀਮ ਚਲਿਆ ਜਾਂਦਾ ਹੈ ਨਾ, ਜਦੋਂ ਇਹਦਾ ਇਲਾਜ ਨਹੀਂ ਹੁੰਦਾ ਜਾਂ ਤੁਸੀਂ ਨਹੀਂ ਧਿਆਨ ਦਿੰਦੇ, ਤੁਹਾਡਾ ਲਾਈਫ ਸਟਾਈਲ ਨਹੀਂ ਤੁਸੀਂ ਬਦਲਦੇ, ਤਾਂ ਅੱਗੇ ਜਾ ਕੇ ਬੱਚੇਦਾਨੀ ਵੀ ਹਾਂਜੀ ਬਿਲਕੁਲ। ਕਿਉਂਕਿ ਸਿਸਟ ਤੁਸੀਂ ਨੋਰਮਲੀ ਹੁਣ ਸੁਣਦੇ ਹੋਵੋਗੇ, ਸਿਸਟ ਸਭ ਤੋਂ ਵੱਡਾ ਰੀਜ਼ਨ ਆ ਕਿ ਅਗਰ ਤੁਹਾਡੇ ਸਿਸਟ ਦਾ ਇਸ਼ੂ ਹੁੰਦਾ ਤਾਂ ਫਿਰ ਓਵਰੀਜ਼ ਤੁਹਾਨੂੰ ਰਿਮੂਵ ਕਰਨੀਆਂ ਪੈਂਦੀਆਂ। ਤਾਂ ਫਿਰ ਓਵਰੀਜ਼ ਅਗਰ ਤੁਹਾਡੀ, ਕਿਉਂਕਿ ਮੇਨ ਅਗਰ ਆਪਾਂ ਕਨਸੀਵ ਕਰਨਾ ਚਾਹ ਰਹੇ ਹਾਂ ਤਾਂ ਓਵਰੀ ਇੱਕ ਬੇਸ ਹੈ। ਬਿਲਕੁਲ, ਅਗਰ ਤੁਹਾਡੀਆਂ ਓਵਰੀਜ਼ ਹੀ ਹੈਲਦੀ ਨਹੀਂ ਹੈਗੀਆਂ ਤਾਂ ਫਿਰ ਕਿੱਦਾਂ ਤੁਸੀਂ ਮਤਲਬ ਕਨਸੀਵ ਕਰ ਪਾਓਗੇ। ਬਿਲਕੁਲ। ਇਸ ਤੋਂ ਇਲਾਵਾ ਆਪਾਂ ਦੇਖੀਏ ਤਾਂ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹਾਈਲਾਈਟ ਹੋ ਰਹੀ ਹੈ ਚੀਜ਼, ਹਰ ਕੋਈ ਗਾਇਨੀ ਇਹ ਚੀਜ਼ ਕੰਸੀਡਰ ਵੀ ਕਰਦੇ ਆ ਕਿ ਅਗਰ ਤੁਹਾਡਾ ਸਾਈਕੋਲੋਜੀਕਲ ਤੁਸੀਂ ਠੀਕ ਨਹੀਂ ਗਏ, ਤੁਹਾਡੇ 'ਚ ਸਟ੍ਰੈਸ ਲੈਵਲ ਬਹੁਤ ਜ਼ਿਆਦਾ, ਕਿਉਂਕਿ ਆਪਾਂ ਦੇਖੀਏ ਤਾਂ ਕੋਈ ਵੀ ਵਰਕਿੰਗ ਵੂਮਨ ਆ, ਅਗਰ ਉਹ 9 to 5 ਦੀ ਜੋਬ ਕਰ ਰਿਹਾ ਬਟ 5 ਵਜੇ ਤੋਂ ਬਾਅਦ ਵੀ ਉਹਨਾਂ ਦੇ ਮਾਈਂਡ ਵਿੱਚ ਬਹੁਤ ਸਾਰੀਆਂ ਚੀਜ਼ਾਂ ਘੁੰਮਦੀਆਂ ਰਹਿੰਦੀਆਂ, ਤਾਂ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਮਤਲਬ ਹਾਈ ਹੋ ਜਾਂਦਾ ਉਹਨਾਂ ਦਾ। ਔਰ ਦੇਖਿਆ ਜੀ ਤਾਂ ਉਹੀ ਚੀਜ਼ਾਂ ਤੁਹਾਡੇ ਮਤਲਬ ਇੱਕ ਤਰ੍ਹਾਂ ਪਰਸਨਲ ਲਾਈਫ 'ਚ ਵੀ ਆਉਣਗੀਆਂ, ਤਾਂ ਜਿਸ ਦੀ ਵਜ੍ਹਾ ਨਾਲ ਕਿ ਉਹ ਇੰਨਾ ਜ਼ਿਆਦਾ ਆਪਣੀ ਪਰਸਨਲ ਲਾਈਫ ਨੂੰ ਨਹੀਂ ਧਿਆਨ ਦੇ ਪਾ ਰਹੇ ਕਿ ਜਿਸ ਦੀ ਵਜ੍ਹਾ ਨਾਲ ਵੀ ਕਨਸੀਵ ਕਰਨ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਫਿਰ ਹਮੇਸ਼ਾ ਇਹ ਹੀ ਨਹੀਂ ਹੁੰਦਾ ਆਪਾਂ ਕਹੀਏ ਕਿ ਇੱਕ ਔਰਤ ਹੀ ਇਹਦੇ ਲਈ ਜ਼ਿੰਮੇਵਾਰ ਹੈ ਕਿ ਬੱਚਾ ਨਹੀਂ ਹੋ ਰਿਹਾ। ਦੇਖਿਆ ਜਾਏ ਤਾਂ 30 to 40% ਅਗਰ ਆਪਾਂ ਕੇਸਿਸ ਦੇਖੀਏ ਤਾਂ ਇੱਕ ਆਦਮੀ ਵੀ ਇਹਦੇ ਲਈ ਇਕੁਅਲੀ ਜ਼ਿੰਮੇਵਾਰ ਆ, ਪਰ ਆਪਣੀ ਸੋਸਾਇਟੀ 'ਚ ਇਸ ਚੀਜ਼ ਨੂੰ ਆਪਾਂ ਧਿਆਨ ਨਹੀਂ ਦਿੰਦੇ। ਆਪਾਂ ਇਹੀ ਕਹਿੰਦੇ ਆ, ਅਗਰ ਬਾਈ ਚਾਂਸ ਕੋਈ ਤੁਸੀਂ ਦੇਖਿਆ ਹੋਊਗਾ ਆਪਣੇ ਪਿੰਡਾਂ 'ਚ ਵੀ ਬੱਚਾ ਨਹੀਂ ਹੋ ਰਿਹਾ, ਮਾਂ ਨਹੀਂ ਬਣ ਪਾ ਰਹੀ, ਤਾਂ ਹਮੇਸ਼ਾ ਇੱਕ ਬਹੂ ਨੂੰ ਕਿਹਾ ਜਾਊਗਾ ਕਿ ਜਾਓ ਦਵਾਈ ਲੈਣ ਜਾਓ ਤੁਸੀਂ। ਬਹੁਤ ਘੱਟ ਹੁੰਦਾ ਕਿ ਮੈਂ ਵੀ ਇਹ ਚੀਜ਼ ਦੇਖੀ ਹੈ ਕਿ ਕਹਿਣ ਕਿ ਨਹੀਂ ਆਪਾਂ ਆਪਣੇ ਮੁੰਡੇ ਦਾ ਵੀ ਚੈੱਕਅਪ ਕਰਵਾਈਏ। ਤਾਂ ਕਈ ਵਾਰ ਤਾਂ ਇੱਦਾਂ ਹੁੰਦਾ ਪਿੰਡਾਂ 'ਚ ਸਪੈਸ਼ਲੀ, ਪਹਿਲਾਂ ਤਾਂ ਮੈਨੂੰ ਇੱਥੋਂ ਦਾ ਆਈਡੀਆ ਨਹੀਂ ਸੀ, ਪਰ ਜਦ ਮੈਂ ਪੰਜਾਬ 'ਚ ਆਈ ਤਾਂ ਮੈਂ ਦੇਖਿਆ ਕਿ ਆਦਮੀ ਤਾਂ ਇਹ ਚੀਜ਼ ਐਕਸੈਪਟ ਹੀ ਨਹੀਂ ਕਰਦੇ ਕਿ ਸਾਡੇ 'ਚ ਵੀ ਕੋਈ ਕਮੀ ਹੋ ਸਕਦੀ ਹੈ। ਤੇ ਇਹ ਕਹਿੰਦੇ ਆ ਨਾ ਕਿ ਇੱਕ ਉਹਨਾਂ ਦੀ ਮਰਦਾਨਗੀ ਤੇ ਵੀ ਇੱਕ ਉਂਗਲ ਚੁੱਕੀ ਜਾਂਦੀ ਆ ਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਕੀ ਕਹੂਗਾ ਕਿ ਅੱਛਾ ਮੈਂ ਮਤਲਬ ਨਹੀਂ, ਮੇਰੀ ਵਜ੍ਹਾ ਨਾਲ ਬੱਚਾ ਨਹੀਂ ਹੋ ਪਾ ਰਿਹਾ।
ਤਾਂ ਅਗਰ ਉਹਨਾਂ ਨੂੰ ਡਾਕਟਰ ਵੀ ਇਹ ਚੀਜ਼ ਕਹਿ ਦਿੰਦੇ ਆ ਕਿ ਹਾਂਜੀ ਤੁਹਾਡੇ 'ਚ, ਬਟ ਉਹ ਕਦੀ ਵੀ ਆਪਣੀ ਫੈਮਿਲੀ ਦੇ ਸਾਹਮਣੇ ਜਾਂ ਸੋਸਾਇਟੀ ਦੇ ਸਾਹਮਣੇ ਕਦੀ ਵੀ ਇਹ ਚੀਜ਼ ਐਕਸੈਪਟ ਨਹੀਂ ਕਰੂਗਾ ਕਿ ਹਾਂਜੀ ਮਤਲਬ ਮੇਰੀ ਵਜ੍ਹਾ ਨਾਲ ਅਸੀਂ ਮਾਂ-ਬਾਪ ਨਹੀਂ ਬਣ ਪਾ ਰਹੇ। ਤਾਂ ਇਹ ਚੀਜ਼ਾਂ ਵੀ ਬਹੁਤ ਹੀ ਧਿਆਨ ਦੇਣ ਯੋਗ ਨੇ ਕਿ ਆਪਾਂ ਹਮੇਸ਼ਾ ਇੱਕ ਔਰਤ ਨੂੰ ਹੀ ਬਲੇਮ ਕਰਦੇ ਹਾਂ। ਹਾਂ, ਜੇ ਅਗਰ ਆਪਾਂ ਚੈੱਕਅਪ ਕਰਵਾ ਵੀ ਲੈਂਦੇ ਹਾਂ ਤਾਂ ਫਿਰ ਇੱਕ ਮਤਲਬ ਆਪਾਂ ਨੂੰ ਮੰਨਣਾ ਵੀ ਚਾਹੀਦਾ। ਤਾਂ ਇੱਕ ਆਦਮੀ ਲਈ ਵੀ ਉਨੀ ਹੀ ਕੇਅਰ ਜ਼ਰੂਰੀ ਆ ਕਿ ਅਗਰ ਉਹ ਟ੍ਰੀਟਮੈਂਟ 'ਤੇ ਆ ਤਾਂ ਜਿੰਨੀ ਕਿ ਆਪਾਂ ਔਰਤ ਨੂੰ ਕਹਿੰਦੇ ਆ ਕਿ ਤੁਸੀਂ ਕਰੋ। ਬਿਲਕੁਲ। ਕਈ ਵਾਰੀ ਉਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਮਤਲਬ ਸਾਡੇ ਦੋਨਾਂ ਦੇ ਵਿੱਚੋਂ ਕਿਹਦੇ ਕਰਕੇ ਬੱਚਾ ਨਹੀਂ ਹੋ ਰਿਹਾ ਪਰ ਫਿਰ ਵੀ ਜਿਵੇਂ ਤੁਸੀਂ ਕਹਿੰਦੇ ਕਿ ਬੇਝਿਜਕ ਗੱਲ ਕਰਨ ਦੀ ਬਜਾਏ ਤਾਂ ਉਹ ਔਰਤ ਫਿਜ਼ੀਕਲੀ ਮਤਲਬ ਪੇਨ ਲੈਂਦੀ ਰਹਿੰਦੀ ਹੈ ਕਿ ਇਹ ਚੀਜ਼ ਨਹੀਂ ਬਾਹਰ ਆਉਣੀ ਚਾਹੀਦੀ, ਜਾਂ ਉਹਨੂੰ ਫੋਰਸ ਕੀਤਾ ਜਾਂਦਾ ਕਿ ਇਹ ਚੀਜ਼ ਨਹੀਂ ਬਾਹਰ ਆਉਣੀ ਚਾਹੀਦੀ ਕਿ ਮੇਰੀ ਵਜ੍ਹਾ ਨਾਲ ਬੱਚਾ ਨਹੀਂ ਹੋ ਰਿਹਾ, ਹੈ ਨਾ। ਇਹ ਹੁੰਦਾ ਜਦੋਂ ਵੀ ਤੁਸੀਂ ਹਸਪੀਟਲ 'ਚ ਦੇਖੋਗੇ ਨਾ, ਅਗਰ ਟ੍ਰੀਟਮੈਂਟ ਸਿਰਫ ਇੱਕ ਆਦਮੀ ਦਾ ਚੱਲ ਰਿਹਾ ਪਰ ਔਰਤ ਨਾਲ ਜ਼ਰੂਰ ਆਊਗੀ। ਕਿਉਂਕਿ ਉਹ ਔਰਤ ਛੁਪਾਉਂਦੀ ਆ, ਔਰਤ ਵੀ ਇੱਕ ਆਪਣੇ ਆਦਮੀ ਦੀਆਂ ਗਲਤੀਆਂ ਛੁਪਾਉਂਦੀ ਹੈ। ਗਲਤੀਆਂ ਨਹੀਂ ਕਹਿ ਸਕਦੇ ਆਪਾਂ, ਇਹਨੂੰ ਕਮੀ ਕਹਿ ਸਕਦੇ ਹਾਂ ਕਿ ਅੱਛਾ ਮਤਲਬ ਕਿ ਕੋਈ ਐਦਾਂ ਨਾ ਕਹੇ ਕਿ ਇਕੱਲਾ ਆਦਮੀ ਕਿਉਂ ਜਾ ਰਿਹਾ, ਉਹ ਵੀ ਮਤਲਬ ਇਨਫਰਟੀਲਿਟੀ ਦੇ ਟ੍ਰੀਟਮੈਂਟ ਲਈ। ਤਾਂ ਉਹ ਆਪਣੀ ਸੋਸਾਇਟੀ 'ਚ ਜਿੱਦਾਂ ਆਪਾਂ ਹਮੇਸ਼ਾ ਮੰਨਦੇ ਹਾਂ ਕਿ ਇੱਕ ਆਦਮੀ ਨੂੰ ਉਹਦਾ ਹਮੇਸ਼ਾ ਉੱਪਰ ਦਾ ਦਿੱਤਾ ਜਾਂਦਾ, ਤਾਂ ਉਹਨੂੰ ਨਹੀਂ ਆਪਾਂ ਉਂਗਲੀ ਚੱਕ ਸਕਦੇ, ਪਹਿਲਾਂ ਆਪਾਂ ਔਰਤ ਨੂੰ ਉਂਗਲੀ ਚੱਕਾਂਗੇ। ਤਾਂ ਇੱਕ ਜਦੋਂ ਉਹਨੂੰ ਕਵਰ ਕਰਨ ਦੀ ਗੱਲ ਵੀ ਹੁੰਦੀ ਆ ਤਾਂ ਉਦੋਂ ਵੀ ਔਰਤ ਦੇ ਥਰੂ ਉਹਨਾਂ ਨੂੰ ਉਹਨਾਂ ਦੀ ਕਮੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਆ। ਤੇ ਜਿਵੇਂ ਤੁਸੀਂ ਗੱਲ ਕਰਦੇ ਹੁੰਦੇ ਹੋ ਕਿ ਹਮੇਸ਼ਾ ਆਪਣੇ ਮਨ 'ਚ ਇਹੀ ਧਾਰਨਾ ਬਣੀ ਹੁੰਦੀ ਹੈ ਕਿ ਜਦੋਂ ਬੱਚਾ ਨਹੀਂ ਹੁੰਦਾ ਵੀ ਜਿਹੜੇ ਸ਼ਾਇਦ ਥੋੜ੍ਹੇ ਜਿਹੇ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਨਪੜ੍ਹ ਜਾਂ ਫਿਰ ਜਿਹੜੇ ਸ਼ਹਿਰੀ ਇਲਾਕਿਆਂ 'ਚ ਲੋਕੀ ਰਹਿੰਦੇ ਉਹ ਕਹਿੰਦੇ ਹੁੰਦੇ ਨੇ ਨਹੀਂ ਇਹ ਤਾਂ ਪਿੰਡਾਂ 'ਚ ਇੱਦਾਂ ਹੁੰਦਾ ਆ, ਹੈ ਨਾ। ਪਰ ਤੁਹਾਡਾ ਐਕਸਪੀਰੀਅੰਸ ਕੀ ਰਹਿੰਦਾ ਕਿ ਜ਼ਿਆਦਾਤਰ ਅਨਪੜ੍ਹ ਲੋਕ ਬੱਚੇ ਨੂੰ ਲੈ ਕੇ ਇੰਨੇ ਜ਼ਿਆਦਾ ਕੀ ਕਹਿੰਦੇ ਨੇ ਕਿ ਵੀ ਚਾਹਵਾਨ ਹੋ ਜਾਂਦੇ ਨੇ ਕਿ ਸਾਨੂੰ ਹਰ ਹਾਲਤ ਦੇ ਬੱਚਾ ਚਾਹੀਦਾ, ਫਿਰ ਉਹ ਚਾਹੇ ਕੋਈ ਤੁਹਾਡਾ ਫਿਜ਼ੀਕਲ ਟ੍ਰੀਟਮੈਂਟ ਹੋਵੇ ਜਾਂ ਫਿਰ ਟੂਣੇ ਟਮਾਣੇ ਹੋਣ, ਕਿਸੇ ਬਾਬੇ ਕੋਲੇ ਲਿਜਾਣਾ ਹੋਵੇ। ਸੋ ਤੁਸੀਂ ਸੁਸਾਇਟੀ ਦੇ ਕਿਹੜੇ ਵਰਗ ਦੇਖੇ ਨੇ ਜਿੱਥੇ ਮਤਲਬ ਬੱਚੇ ਨੂੰ ਲੈ ਕੇ ਲੋਕੀ ਕੁਛ ਵੀ ਊਲ ਜਲੂਲ ਚੀਜ਼ਾਂ ਕਰਦੇ ਨੇ? ਹਾਂਜੀ, ਦੇਖੋ ਮੇਰਾ ਜਿਹੜਾ ਕੰਮ ਸੀਗਾ ਉਹ ਇੱਕ ਸਲਮ ਏਰੀਆ ਤੋਂ ਸ਼ੁਰੂ ਹੋ ਕੇ ਇੱਕ ਦਿੱਲੀ ਦੇ ਬਹੁਤ ਅੱਛੇ ਰੀਜ਼ਨ 'ਚ ਵੀ ਸੀ ਜਿਹੜਾ ਪੋਸ਼ ਏਰੀਆ ਮੰਨਿਆ ਜਾਂਦਾ। ਉਸ ਤੋਂ ਬਾਅਦ ਮੈਂ ਬਠਿੰਡਾ 'ਚ ਆ ਕੇ ਸੈਪਰੇਟਲੀ ਇਹ ਆਪਣੀ ਤਰਫੋਂ ਪਿੰਡਾਂ 'ਚ ਵੀ ਇਹ ਚੀਜ਼ ਦੇਖੀ। ਤਾਂ ਮੈਂ ਵੀ ਹੈਰਾਨ ਸੀ ਕਿ ਆਪਾਂ ਇੱਕ ਬਹੁਤ ਵੱਡਾ ਵਹਿਮ ਹੁੰਦਾ ਕਿ ਸ਼ਾਇਦ ਸਲਮ ਏਰੀਆ 'ਚ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ, ਕੁੱਟਮਾਰ ਕਰਨਾ ਜਾਂ ਫਿਰ ਇੱਕ ਔਰਤ ਨੂੰ ਨੀਚਾ ਦਿਖਾਉਣਾ। ਬਟ ਮੈਨੂੰ ਤਾਂ ਇੱਦਾਂ ਲੱਗਦਾ ਕਿ ਸ਼ਾਇਦ ਸਲਮ ਏਰੀਆਜ਼ ਦੇ ਜਿਹੜੇ ਹੁੰਦੇ ਆ ਆਦਮੀ ਹੁੰਦੇ ਆ ਉਹ ਫਿਰ ਵੀ ਕੁਛ ਨਾ ਕੁਛ ਪੇਨ ਨੂੰ ਸਮਝਦੇ ਆ। ਪਰ ਜਿਹੜੀ ਇੱਕ ਹਾਇਰ ਸੋਸਾਇਟੀ ਆਪਾਂ ਕਹਿ ਦਿੰਦੇ ਆ ਨਾ, ਹਾਂਜੀ, ਬਟ ਉਹ ਆਵਾਜ਼ ਕਹਿੰਦੇ ਆ ਨਾ ਕੋਠੀਆਂ ਤੋਂ ਬਾਹਰ ਨਹੀਂ ਜਾਂਦੀ ਪਰ ਅੰਦਰ ਬਹੁਤ ਕੁਝ ਹੋ ਰਿਹਾ ਹੁੰਦਾ। ਤਾਂ ਉਹ ਜਿਹੜੀਆਂ ਔਰਤਾਂ ਹੈਗੀਆਂ ਉਹ ਵੀ ਬਹੁਤ ਕੁਝ ਸਹਿਨ ਕਰ ਰਹੀਆਂ ਹੁੰਦੀਆਂ ਤੇ ਹਾਲਾਂਕਿ ਉਹਨਾਂ ਤੇ ਹੱਥ ਵੀ ਚੁੱਕਿਆ ਜਾਂਦਾ। ਇੱਕ ਔਰਤ ਸੀਗੀ, ਵਰਕਿੰਗ ਸੀਗੀ ਦਿੱਲੀ 'ਚ, ਉਹਨਾਂ ਨੇ ਮੈਨੂੰ ਖੁਦ ਰਾਤ ਨੂੰ ਜਿੱਦਾਂ ਕਾਲ ਕਰਿਆ, ਬਹੁਤ 12-1 ਵਜੇ ਦਾ ਟਾਈਮ ਸੀਗਾ ਤੇ ਮੈਂ ਵੀ ਹੈਰਾਨ ਸੀ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਅੱਜ ਜਾਂ ਤਾਂ ਮੈਂ ਮਰ ਜੂੰਗੀ ਤੇ ਜਾਂ ਫਿਰ ਮੈਂ ਕਿਸੇ ਨੂੰ ਮਾਰ ਦੂੰਗੀ। ਕਹਿੰਦੇ ਕਿ ਅੱਜ ਇੰਨਾ ਜ਼ਿਆਦਾ ਕਲੇਸ਼ ਹੋਇਆ, ਤੁਸੀਂ ਮੈਨੂੰ ਇਹ ਦੱਸ ਦਿਓ ਕਿ ਮੈਂ ਮਾਂ ਬਣ ਪਾਊਂਗੀ ਜਾਂ ਨਹੀਂ ਬਣ ਪਾਊਂਗੀ, ਅਦਰਵਾਈਜ਼ ਮੈਂ ਨਹੀਂ ਅੱਜ ਬਚਦੀ। ਤਾਂ ਸਾਨੂੰ ਵੀ ਇੱਦਾਂ ਹੁੰਦਾ ਸੀ ਕਿ ਦੇਖੋ ਵੀ ਉਹ ਕਿੰਨੀ ਹੈ ਨਾ, ਇੱਕ ਇਹ ਹੋ ਜਾਂਦਾ ਉਹਨਾਂ ਨੂੰ ਸਾਡੇ ਤੋਂ ਹੀ ਆਸ ਹੋਣ ਲੱਗ ਜਾਂਦੀ ਆ ਕਿ ਅਸੀਂ ਕਿ ਇੱਕ ਝੂਠਾ ਦਿਲਾਸਾ ਹੀ ਦੇ ਦਈਏ ਇਹਨਾਂ ਨੂੰ ਕਿ ਕੋਈ ਗੱਲ ਨਹੀਂ, ਆਓ ਟ੍ਰੀਟਮੈਂਟ ਕਰਵਾਓ, ਤੁਸੀਂ ਮਾਂ ਬਣ ਜਾਓਗੇ। ਤਾਂ ਉਹ ਜਿਹੜਾ ਇੱਕ ਡਿਪਰੈਸ਼ਨ ਲੈਵਲ ਹੁੰਦਾ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਨਾ ਕਿ ਇਨਸਾਨ ਮਤਲਬ ਕੁਝ ਨਹੀਂ ਸੋਚ ਪਾਉਂਦਾ। ਹੁਣ ਉਹਨਾਂ ਨਾਲ ਪ੍ਰੋਬਲਮ ਇਹ ਸੀਗੀ ਕਿ ਉਹਨਾਂ ਦੇ ਹਸਬੈਂਡ ਜਿਹੜੇ ਸੀਗੇ ਉਹ ਕਿਉਂਕਿ ਉਹਨਾਂ ਦੇ ਮਾਈਂਡ ਵਿੱਚ ਇਹ ਚੀਜ਼ ਸੀਗੀ ਕਿ ਇਹ ਮਾਂ ਨਹੀਂ ਬਣ ਪਾ ਰਹੀ, ਤਾਂ ਉਹਨਾਂ ਨਾਲ ਉਹ ਖੁਸ਼ੀ ਵਾਲਾ ਰਿਸ਼ਤਾ ਖਤਮ ਹੋ ਗਿਆ ਸੀ ਆਪਸ 'ਚ। ਅੱਛਾ। ਤੇ ਉਹਨਾਂ ਦਾ ਇੱਕ ਬਾਹਰ ਜੀਵਨ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਰਿਸ਼ਤਾ ਹੋਰ ਸਟਾਰਟ ਹੋ ਜਾਣਾ, ਫਿਰ ਉਹ ਪ੍ਰੋਬਲਮਸ ਹੋਰ ਜ਼ਿਆਦਾ ਉਹਨਾਂ 'ਚ ਵਧਣ ਲੱਗ ਗਈਆਂ। ਤੇ ਉਹਨਾਂ ਦੇ ਡਿਪਰੈਸ਼ਨ ਦਾ ਰੀਜ਼ਨ ਇੱਕ ਉਹੀ ਗੱਲ ਹੈ, ਬੱਚਾ ਨਾ ਹੋਣਾ ਨਹੀਂ, ਉਹਨਾਂ ਦੀ ਜਿਹੜੇ ਆਹ ਵਾਲੇ ਪ੍ਰੋਬਲਮ ਸੀਗੀਆਂ ਉਹ ਜ਼ਿਆਦਾ ਹੋ ਗਿਆ। ਤੇ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਕਿ ਉਹ ਸੁਸਾਈਡ ਤੱਕ ਕਰਨ ਨਹੀਂ ਰੈਡੀ ਸੀਗੇ। ਤੇ ਉਹਨਾਂ ਨੇ ਐਂਡ ਵਿੱਚ ਫਿਰ ਇਹੀ ਸੋਚਿਆ ਕਿ ਅਸੀਂ ਅਲੱਗ ਹੋ ਜਾਂਦੇ ਹਾਂ। ਅੱਛਾ। ਹਾਂਜੀ, ਤੇ ਉਹ ਹੁਣ ਇਸ ਟਾਈਮ ਮਤਲਬ ਨਾਲ ਵੀ ਨਹੀਂ ਰਹਿ ਰਹੀ।
ਇੱਕ ਜਿਵੇਂ ਤੁਸੀਂ ਆਪਣੀ ਐਕਸਪੀਰੀਅੰਸ ਤੋਂ ਦੱਸੋ, ਇੱਕ ਰੀਸੈਂਟ ਫਿਲਮ ਵੀ ਆਈ ਸੀਗੀ, ਉਹਦਾ ਵੀ ਸਬਜੈਕਟ ਇਹੀ ਸੀਗਾ ਕਿ ਬੱਚਾ ਨਹੀਂ ਹੋ ਰਿਹਾ ਤਾਂ ਉਹ ਮਤਲਬ ਬੜੀਆਂ ਚੀਜ਼ਾਂ ਕਰਦੇ ਨੇ, ਉਹ ਟੂਣੇ ਵੀ ਕਰਦੇ ਨੇ, ਸਭ ਕੁਝ ਕਰਦੇ ਨੇ, ਜਾਂ ਉਹ ਕਈ ਵਾਰੀ ਵੀ ਨਵੀਂ ਵਿਆਹੀ ਹੋਈ ਨੂੰ ਉਹਦੇ ਮੱਥੇ ਨਹੀਂ ਲੱਗਣ ਦੇਣਾ, ਹਨਾ, ਕਿ ਉਹ ਸਟਿਲ ਐਗਜ਼ਿਸਟ ਕਰਦੀਆਂ ਨੇ? ਤੁਸੀਂ ਬਹੁਤ ਸਾਰੀਆਂ ਔਰਤਾਂ ਦੇ ਨਾਲ ਵਿਚਰਦੇ ਹੋ ਕਿ ਇਦਾਂ ਹੁੰਦਾ? ਹਾਂਜੀ, ਤੁਸੀਂ ਮੰਨੋਗੇ ਨਹੀਂ, ਇਹ ਚੀਜ਼ਾਂ ਇਸ ਲੈਵਲ ਤੱਕ ਨੇ, ਆਪਾਂ ਯਕੀਨ ਨਹੀਂ ਕਰ ਸਕਦੇ। ਇੱਕ ਔਰਤ ਨਾ ਜਦੋਂ ਇਹ ਠਾਣ ਲੈਂਦੀ ਹੈ ਨਾ ਕਿ ਹਾਂ ਹੁਣ ਮੈਂ ਮਾਂ ਬਣਨਾ, ਜਾਂ ਫਿਰ ਮੈਨੂੰ ਸੁਸਾਇਟੀ ਇੰਨਾ ਜ਼ਿਆਦਾ ਮਤਲਬ ਧੱਕਾ ਕਰ ਰਹੀ ਹੈ ਮੇਰੇ ਨਾਲ, ਤਾਂ ਉਹ ਮਜਬੂਰੀ 'ਚ ਲਾ ਲਓ, ਜਾਂ ਫਿਰ ਕਿ ਉਹਨਾਂ ਨੂੰ ਇੱਦਾਂ ਹੁੰਦਾ, ਮਤਲਬ ਉਹ ਇਹ ਕਹਿੰਦੇ ਆ ਕਿ ਸਾਨੂੰ ਹੁਣ ਕੋਈ ਇੱਦਾਂ ਨਹੀਂਗਾ ਕਿ ਬੱਚਾ ਹੋਇਆ ਤਾਂ ਸ਼ਾਇਦ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ, ਕਿ ਹੁਣ ਕਹਿੰਦੇ ਆ ਨਾ ਕਿ ਗਲੋਂ ਫਾਇਆ ਲਾਉਣ ਵਾਲੀ ਗੱਲ ਹੋ ਜਾਂਦੀ ਹੈ ਉਹਨਾਂ ਲਈ, ਕਿ ਬਸ ਹੁਣ ਅਸੀਂ ਜਿੱਦਾਂ ਕਿੱਦਾਂ ਕਰਕੇ ਅਸੀਂ ਮਾਂ ਬਣ ਜਾਈਏ। ਤਾਂ ਹੁਣ ਜਿਹੜੀ ਤੁਸੀਂ ਸੌਂਕਣ ਇੱਕ ਫਿਲਮ ਆਈ ਸੀ ਆਪਣੀ ਪੰਜਾਬੀ 'ਚ, ਹੈ ਨਾ, ਹਾਲਾਂਕਿ ਉਹ ਬਹੁਤ ਪੁਰਾਣੇ ਟਾਈਮ ਦੀ ਉਹ ਚੀਜ਼ ਦਿਖਾਈ ਗਈ ਸੀ, ਪਰ ਨਹੀਂ, ਇੱਦਾਂ ਅੱਜ ਵੀ ਹੁੰਦਾ। ਪੰਜਾਬ ਦੇ ਹੀ ਬਠਿੰਡਾ ਰੀਜਨ 'ਚ ਇੱਦਾਂ ਦੇ ਕੇਸਿਸ ਹੋਏ ਆ। ਇੱਕ ਔਰਤ ਮੈਨੂੰ ਮਿਲੀ ਅਤੇ ਉਹਦੇ ਤੋਂ ਮੈਂ ਪੁੱਛਿਆ, ਮੈਨੂੰ ਇੱਕ ਉੱਥੋਂ ਦੇ ANM ਸੀ, ਉਹਨਾਂ ਨੇ ਮਿਲਵਾਇਆ, ਕਹਿੰਦੇ ਕਿ ਇਹ ਵੀ ਨਾ 10 ਕੁ ਸਾਲ ਹੋ ਗਏ ਇਹ ਮਾਂ ਨਹੀਂ ਬਣ ਪਾ ਰਹੀ, ਕਿ ਇਹਨਾਂ ਦੀ ਸੱਸ ਬਹੁਤ ਅਜੀਬ ਤਰੀਕੇ ਦੀਆਂ ਮਤਲਬ ਇਹਨਾਂ ਕੋਲ ਕੰਮ ਕਰਵਾਉਂਦੇ ਆ। ਤਾਂ ਮੈਂ ਉਹਨਾਂ ਨਾਲ ਗੱਲ ਕਰੀ, ਹਾਲਾਂਕਿ ਉਹਨਾਂ ਨੇ ਕਦੇ ਮੈਨੂੰ ਆਪਦੇ ਘਰੇ ਨਹੀਂ ਆਉਣ ਦਿੱਤਾ ਕਿਉਂਕਿ ਉਹ ਡਰਦੇ ਸੀਗੇ, ਕਿਉਂਕਿ ਉਹਨਾਂ ਦੀ ਸੱਸ ਹਮੇਸ਼ਾ ਇਹੀ ਕਿ ਇਹ ਕੌਣ ਨੇ, ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਉਹਨੂੰ ਭੜਕਾਉਂਦੇ ਹਾਂ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਪਹਿਲਾਂ 2-3 ਸਾਲ ਇੱਕ ਬਾਬੇ ਕੋਲ ਜਾਂਦੀ ਰਹੀ, ਮੇਰੇ ਸੱਸ ਮੈਨੂੰ ਲੈ ਕੇ ਜਾਂਦੀ ਸੀ। ਕਹਿੰਦੇ ਕਿ ਉਹ ਬਸ ਪਤਾ ਨਹੀਂ ਜਿਸ ਤਰੀਕੇ ਨਾਲ, ਹੈ ਨਾ, ਆਪਾਂ ਚੈੱਕ ਕਰਨ ਦੇ ਬਹਾਨੇ ਇੱਕ ਕਾਈਂਡ ਆਫ ਮੋਲੈਸਟੇਸ਼ਨ ਹੁੰਦਾ ਸੀ ਉਹਨਾਂ ਨਾਲ, ਕਿ ਗਲਤ ਤਰੀਕੇ ਦੀ ਨਜ਼ਰ ਰੱਖਣੀ ਉਹਨਾਂ 'ਤੇ। ਕਹਿੰਦੇ ਫਿਰ ਵੀ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਕੀ ਪਤਾ, ਕਹਿੰਦੇ ਮੈਨੂੰ ਵੀ ਹੋਇਆ, ਕੀ ਪਤਾ ਹੋ ਜੇ। ਕਹਿੰਦੇ ਉਸ ਤੋਂ ਬਾਅਦ ਇੱਕ ਬਹੁਤ ਹੀ ਹੈਰਾਨਗੀ ਵਾਲੀ ਗੱਲ ਸੀਗੀ ਕਿ ਉਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਆਪਣੇ ਇੰਡੀਅਨ ਟਾਇਲਟ ਹੁੰਦੇ ਆ, ਕਿਉਂਕਿ ਉਹ ਗਰੀਬ ਜਿਹੇ ਪਰਿਵਾਰ ਤੋਂ ਬਿਲੋਂਗ ਕਰਦੀ ਸੀਗੀ, ਕਿ ਉਹਦੇ 'ਚ ਜਿਹੜਾ ਡਿੱਬਾ ਰੱਖਿਆ ਹੁੰਦਾ ਨਾ, ਕਿ ਨਰਿੰਨੇ ਕਾਲਜੇ ਉੱਠ ਕੇ ਤੁਸੀਂ ਉਸ ਡਿੱਬੇ ਨਾਲ ਪਾਣੀ ਪੀਣਾ। ਔਰ ਉਹ ਔਰਤ ਉਹ 10 ਤੋਂ 11 ਦਿਨ ਉਹ ਚੀਜ਼ ਵੀ ਕਰਦੀ ਰਹੀ ਕਿ ਸ਼ਾਇਦ ਮੇਰੇ ਬੱਚਾ ਹੋ ਜੇ। ਤਾਂ ਤੁਸੀਂ ਦੇਖੋ ਵੀ ਆਪਣਾ ਸਮਾਜ ਔਰ ਪੰਜਾਬ ਦੇ ਲੋਕ ਮਤਲਬ ਇਸ ਲੈਵਲ ਤੱਕ ਮਤਲਬ ਜਾ ਸਕਦੇ ਆ ਸਿਰਫ ਇੱਕ ਬੱਚੇ ਲਈ, ਕਿ ਤੁਸੀਂ ਇਹ ਨਹੀਂ ਦੇਖ ਰਹੇ ਕਿ ਉਹ ਔਰਤ ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਮਾਂ ਪਿਓ ਨੇ ਇੰਨੇ ਸਾਲ ਪਾਲਿਆ ਪੋਸ਼ਿਆ, ਤੁਸੀਂ ਉਹਦੀ ਲਾਈਫ ਬਾਰੇ ਇੱਕ ਵਾਰ ਨਹੀਂ ਸੋਚ ਰਹੇ। ਤੇ ਉਹਦਾ ਹੀ ਸੱਸ ਅੱਜ ਵੀ ਇਹੀ ਗੱਲ ਕਹਿੰਦੇ ਨੇ ਕਿ ਜੇ ਤੂੰ ਮਾਂ ਬਣ ਗਈ ਤਾਂ ਠੀਕ ਆ, ਨਹੀਂ ਤਾਂ ਸਾਨੂੰ ਨਹੀਂ ਪਤਾ ਤੂੰ ਕਿੱਥੇ ਜਾਣਾ, ਅਸੀਂ ਆਪਦੇ ਪੁੱਤਰ ਦਾ ਦੂਸਰਾ ਵਿਆਹ ਕਰ ਦੇਣਾ। ਤਾਂ ਇਹ ਚੀਜ਼ਾਂ ਜਦੋਂ ਦੇਖਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਦੁੱਖ ਵੀ ਹੁੰਦਾ। ਸੋ ਅੱਜ ਦੇ ਟਾਈਮ 'ਚ ਵੀ ਲੋਕੀ ਬੱਚਾ ਨਾ ਹੋਣ ਤੇ ਦੂਜੇ ਵਿਆਹ ਬਾਰੇ ਸੋਚਦੇ ਨੇ, ਬਿਲਕੁਲ ਸੋਚਦੇ ਨੇ। ਔਰਤ ਨੂੰ ਨਾ ਇੰਪ੍ਰੈਸ ਕਰਿਆ ਜਾਂਦਾ, ਜਿਹੜੀ ਪਹਿਲੀ ਔਰਤ ਹੁੰਦੀ ਆ ਨਾ, ਬਹੂ ਹੁੰਦੀ ਆ, ਕਿ ਕੋਈ ਗੱਲ ਨਹੀਂ ਤੂੰ ਵੀ ਤਾਂ ਮਾਂ ਹੀ ਬਣਨਾ ਚਾਹੁੰਦੀ ਆ, ਤੇ ਬੱਚਾ ਜੇ ਆਪਾਂ ਦੂਜਾ ਵਿਆਹ ਕਰਦੇ ਆ ਨਾ ਤਾਂ ਉਹ ਤੈਨੂੰ ਬੱਚਾ ਜੰਮ ਕੇ ਦੇ ਦੇਣਗੇ, ਤੂੰ ਉਹਦੀ ਪਾਲਣਾ ਪੋਸ਼ਣਾ ਕਰੀ ਤੇ ਵਧੀਆ ਆਪਣੀ ਜ਼ਿੰਦਗੀ ਲੰਘ ਜੂਗੀ, ਤੈਨੂੰ ਕੀ ਦਿੱਕਤ ਆ। ਔਰ ਇਹ ਤਾਂ ਚਲੋ ਰਹਿ ਗਈ ਆਪਣਾ ਥੋੜਾ ਜਿਹਾ, ਹੈ ਨਾ, ਗਰੀਬ ਪਰਿਵਾਰਾਂ ਦੀ ਗੱਲ, ਜ਼ਮੀਨਾਂ ਵਾਲੇ ਜਿਹੜੇ ਲੋਕ ਹੁੰਦੇ ਆ ਪਿੰਡਾਂ 'ਚ, ਹਰ ਇੱਕ ਕਹਿੰਦੇ ਆ ਨਾ ਕਿ ਬੱਚਾ ਵੀ ਜੇ ਕੋਈ ਚਾਹ ਰਿਹਾ ਨਾ ਤਾਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਚਾਹ ਰਿਹਾ। ਉਹਨਾਂ ਨੂੰ ਇਹ ਡਰ ਹੋ ਜਾਂਦਾ ਜੇ ਬੱਚਾ ਨਹੀਂ ਹੋਇਆ ਤਾਂ ਕਿਤੇ ਸਾਡਾ ਸ਼ਰੀਕਾ ਨਾ ਸਾਡੀ ਜ਼ਮੀਨ ਦੱਬ ਲੇ, ਸਾਡਾ ਕਿਤੇ ਦੂਸਰਾ, ਤੇ ਉਹ ਅਲੱਗ ਇੱਕ ਤਰ੍ਹਾਂ ਦੀ ਉਹਨਾਂ ਦੇ ਮਨ 'ਚ ਡਰ ਹੁੰਦਾ। ਤਾਂ ਉਹਨਾਂ ਨੂੰ ਵੀ ਇੱਕ ਬਠਿੰਡਾ ਲਾਗੇ ਇੱਕ ਪਿੰਡ ਸੀਗਾ, ਤੇ ਉੱਥੋਂ ਦੀ ਇੱਕ ਫੀਮੇਲ ਆਉਂਦੀ ਸੀ ਗਾਇਨੀ ਵਾਰਡ ਵਿੱਚ, ਉਹਨਾਂ ਨੇ ਮੈਨੂੰ ਦੱਸਿਆ ਕਿ ਬੇਟਾ ਸਾਡੇ ਪੜੋਸ 'ਚ ਹੀ ਇੱਦਾਂ ਇੱਕ ਔਰਤ ਆ, ਤੇ ਕਹਿੰਦੇ ਹੁਣ ਉਹਨਾਂ ਨੂੰ ਮਤਲਬ ਮਜਬੂਰ ਕੀਤਾ ਜਾ ਰਿਹਾ ਉਸ ਔਰਤ ਨੂੰ ਕਿ ਤੂੰ ਹੁਣ ਰਾਜੀ ਹੋ ਜਾ, ਤੈਨੂੰ ਕੁਛ ਨਹੀਂ ਕਹਿੰਦੇ, ਤੂੰ ਵੀ ਇੱਥੇ ਹੀ ਰਹੀ ਇਸੇ ਘਰ 'ਚ, ਪਰ ਆਪਾਂ ਦੂਸਰਾ ਵਿਆਹ ਕਰ ਲੈਂਦੇ ਆ। ਤੂੰ ਕੋਈ ਉਹ ਜਿਹੜੀ ਮੂਵੀ ਵਾਲੀ ਗੱਲ ਹੈ ਨਾ, ਕਿ ਜਾਂ ਤਾਂ ਤੂੰ ਆਪਦੀ ਕੋਈ ਰਿਸ਼ਤੇਦਾਰੀ 'ਚੋਂ ਕੋਈ ਕੁੜੀ ਦੇਖ ਲਿਆ, ਜਾਂ ਆਪਾਂ ਗਰੀਬ ਪਰਿਵਾਰ ਦੀ ਕੁੜੀ ਲੈ ਲੈਂਦੇ ਆ ਕਿ ਜ਼ਮੀਨ ਦੇਖ ਕੇ ਤਾਂ ਕੋਈ ਵਿਆਹ ਕਰ ਹੀ ਦਊਗਾ। ਹਾਲਾਂਕਿ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਹਾਨੂੰ ਪਤਾ ਕਿ ਕਮੀ ਕਿਹਦੇ 'ਚ ਆ, ਕਹਿੰਦੇ ਉਹਨਾਂ ਨੂੰ ਹਾਲਾਂਕਿ ਇਹ ਵੀ ਨਹੀਂ ਪਤਾ, ਕਿਉਂਕਿ ਉਹਨਾਂ ਦੇ ਜਿਹੜੇ ਹਸਬੈਂਡ ਆ ਉਹ ਥੋੜਾ ਬਹੁਤ ਨਸ਼ਾ ਪੱਤਾ ਵੀ ਕਰਦੇ ਆ, ਡਰਿੰਕ ਵੀ ਕਰਦੇ ਆ, ਤੇ ਉਹਨਾਂ ਨੇ ਟੈਸਟ ਵੀ ਨਹੀਂ ਕਰਵਾਇਆ। ਤੇ ਤੁਸੀਂ ਦੇਖੋ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਮੀ ਕਿਹਦੇ 'ਚ ਆ, ਬਟ ਅਤਿਆਚਾਰ ਫਿਰ ਵੀ ਔਰਤ ਤੇ ਹੋ ਰਿਹਾ। ਬਿਲਕੁਲ। ਜਦੋਂ ਨਾ ਹੋ ਸਕਦਾ ਬਹੁਤ ਜਣਿਆਂ ਨੂੰ ਮੇਰੀ ਇਹ ਗੱਲ ਨਾ ਵੀ ਚੰਗੀ ਲੱਗੇ, ਹੋ ਸਕਦਾ ਜਿਹੜੇ ਇਸ ਫਿਲਮ ਨੂੰ ਬਣਾਉਣ ਵਾਲੇ ਨੇ ਉਹਨਾਂ ਨੂੰ ਵੀ ਮੇਰੀ ਗੱਲ ਨਾ ਚੰਗੀ ਲੱਗੇ। ਜਦੋਂ ਇਹ ਫਿਲਮ ਆਈ ਸੀਗੀ ਤਾਂ ਉਦੋਂ
ਅਸੀਂ ਇੱਥੇ ਸਾਰੀ ਰੁਪਿੰਦਰ ਭੈਣ, ਮੈਂ ਜਾਂ ਸਾਰੀ ਟੀਮ ਬੈਠ ਕੇ ਅਸੀਂ ਡਿਸਕਸ ਕਰਦੇ ਹੁੰਦੇ ਸੀ ਵੀ ਕੀ ਇਹ ਸੌਂਕਣ ਜਿਹੜਾ ਇੱਕ ਸਬਜੈਕਟ ਆ ਜਾਂ ਇੱਕ ਔਰਤ ਦੇ ਬੱਚਾ ਨਾ ਹੋਣਾ, ਕੀ ਇਹਨੂੰ ਕਾਮੇਡੀ ਦੇ ਵਿੱਚ ਪੇਸ਼ ਕੀਤਾ ਜਾ ਸਕਦਾ? ਮੈਨੂੰ ਲੱਗਦਾ ਸੀ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੰਨਾ ਸੈਂਸਿਟਿਵ ਟੌਪਿਕ ਆ। ਪਹਿਲੀ ਗੱਲ ਤਾਂ ਉਸ ਔਰਤ ਬਾਰੇ ਸੋਚੋ ਜਿਹਦੇ ਪਿਛਲੇ 10 ਸਾਲ ਤੋਂ ਬੱਚਾ ਨਹੀਂ ਹੋ ਰਿਹਾ, ਉਹਦੇ ਰਿਜ਼ਲਟ ਇੰਨੇ ਖਤਰਨਾਕ ਨੇ। ਮੈਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਦੀ। ਦੂਸਰੀ ਗੱਲ, ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਸੀਗੇ ਵੀ ਆਪਦੇ ਜਿਉਂਦੇ ਜੀ ਆਪਦੀ ਥਾਂ ਤੇ ਇੱਕ ਹੋਰ ਲੈ ਆਉਣੀ, ਸੌਂਕਣ ਲੈ ਆਉਣੀ, ਮਤਲਬ ਉਹ ਬਹੁਤ ਵੱਡਾ ਦੁੱਖ ਮੰਨਿਆ ਜਾਂਦਾ ਹੁੰਦਾ ਸੀਗਾ ਕਿਸੇ ਵੀ ਔਰਤ ਦੀ ਜ਼ਿੰਦਗੀ ਦਾ, ਹੈ ਨਾ। ਅਤੇ ਉਹਨਾਂ ਚੀਜ਼ਾਂ ਨੂੰ ਅਸੀਂ ਮਹਿਜ ਇੱਕ ਕਾਮੇਡੀ ਦੇ ਰੂਪ 'ਚ ਪਰੋਸ ਰਹੇ ਹਾਂ, ਤਾਂ ਮੈਨੂੰ ਲੱਗਿਆ ਸੀਗਾ ਕਿ ਇਹ ਤਾਂ ਬਹੁਤ ਹੀ ਗਲਤ ਮੈਸੇਜ ਜਾ ਰਿਹਾ, ਜੋ ਉਹਨਾਂ ਔਰਤਾਂ ਦੇ ਲਈ ਇਹ ਡਿਸਰਿਸਪੈਕਟ ਆ ਜਿਨ੍ਹਾਂ ਦੇ ਹਾਲੇ ਤੱਕ ਬੱਚੇ ਨਹੀਂ ਹੋ ਰਹੇ ਹੈਗੇ, ਜਾਂ ਬੱਚੇ ਨਾ ਹੋਣ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਆਪਣੇ ਘਰ ਵਾਲਿਆਂ ਦਾ ਦੂਜਾ ਵਿਆਹ ਹੁੰਦਾ ਵੇਖਣਾ ਪਿਆ, ਹੈ ਨਾ। ਹਾਂਜੀ, ਮੈਂ ਨਾ ਇਹ ਮੂਵੀ ਹਾਲ 'ਚ ਦੇਖ ਕੇ ਆਈ ਸੀ। ਮੈਨੂੰ ਲਿਟਰਲੀ ਇੰਨਾ ਮੈਨੂੰ ਨਹੀਂ ਪਤਾ ਸੀ ਇਹਦਾ ਕਿ ਮੇਨ ਇਹਦਾ ਸਬਜੈਕਟ ਕੀ ਆ ਮੂਵੀ ਦਾ। ਜਸਟ ਇੱਦਾਂ ਕਿ ਚਲੋ ਸੌਂਕਣੇ ਹੈਗੀ ਆ, ਦੇਖਣ ਚੱਲਦੇ ਆ। ਮੈਂ ਦੇਖੋ 3 ਸਾਲ ਕੱਟਿਆ ਉਹਨਾਂ ਔਰਤਾਂ 'ਚ। ਇੱਕ ਮਜ਼ਾਕ ਉਡਾਉਣਾ ਕਿਸੇ ਦਾ ਬਹੁਤ ਈਜ਼ੀ ਹੁੰਦਾ, ਬਿਲਕੁਲ, ਪਰ ਜਦੋਂ ਆਪਾਂ ਉਹਨਾਂ ਲੋਕਾਂ ਨਾਲ ਬੈਠਦੇ ਆ ਨਾ, ਤਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਹੋ ਸਕਦਾ ਆਉਣ ਵਾਲੇ 2 ਜਾਂ 3 ਦਿਨ 'ਚ ਇਹ ਲੋਕ ਰਹਿਣ ਵੀ ਨਾ। ਕਿੰਨੀ ਮਜਬੂਰੀ ਹੁੰਦੀ ਆ ਉਹਨਾਂ ਦੀ, ਕਿੰਨਾ ਜ਼ਿਆਦਾ ਟੈਨਸ਼ਨ 'ਚ ਹੁੰਦੇ ਆ ਲੋਕ। ਤਾਂ ਐਕਚੁਅਲ 'ਚ ਮੈਨੂੰ ਵੀ ਇਹ ਲੱਗਿਆ ਸੀ ਕਿ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਗਿਆ ਇਸ ਚੀਜ਼ ਦਾ। ਔਰ ਇੱਕ ਦਿਖਾਉਣਾ ਕਿ ਹਾਂ ਉਹਦਾ ਬੱਚਾ ਨਹੀਂ ਹੋ ਰਿਹਾ, ਤਾਂ ਇੱਕ ਮਜ਼ਾਕ 'ਚੋਂ ਸਾਰੀਆਂ ਚੀਜ਼ਾਂ ਕਰ ਰਹੀ ਆ। ਰੀਅਲ 'ਚ ਇੱਦਾਂ ਨਹੀਂ ਹੁੰਦਾ। ਉਸ ਔਰਤ ਦੀ ਲਾਈਫ 'ਚ ਕੀ ਚੱਲ ਰਿਹਾ ਹੁੰਦਾ ਉਹ ਉਹੀ ਸਮਝ ਸਕਦੀ ਆ। ਜਾਂ ਜੇ ਉਹ ਕਿਤੇ ਮਤਲਬ ਜਿਹੜੀ ਉਹ ਲੇਡੀ ਤੁਸੀਂ ਦੱਸ ਰਹੇ ਹੋ ਵੀ ਜਿਹਨੇ ਟਾਇਲਟ ਵਾਲੇ ਡੱਬੇ 'ਚ ਪਾਣੀ ਪੀਤਾ ਨਾ, ਜੇ ਕਿਤੇ ਉਹ ਫਿਲਮ ਦੇਖੇ ਤਾਂ ਮਤਲਬ ਬਿਲਕੁਲ ਉਹਨਾਂ ਲੋਕਾਂ ਨੂੰ, ਬਲਕਿ ਇਹ ਕੋਈ ਆਪਾਂ ਮੈਸੇਜ ਨਹੀਂ ਦੇ ਰਹੇ ਸਮਾਜ ਨੂੰ ਵਧੀਆ, ਬਲਕਿ ਉਹ ਲੋਕ ਜ਼ਿਆਦਾ ਪਰੇਸ਼ਾਨ ਹੋ ਜਾਣਗੇ ਇਹ ਚੀਜ਼ਾਂ ਦੇਖ ਕੇ। ਤਾਂ ਇਹ ਮੈਨੂੰ ਲੱਗਦਾ ਕਿ ਅਗਰ ਕੋਈ ਫਿਲਮ ਵੀ ਬਣਾ ਰਿਹਾ ਤਾਂ ਕਿਸੇ ਦੀ ਕਮੀ ਜਾਂ ਫਿਰ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਾ ਉਡਾਓ। ਮਤਲਬ ਇੰਨਾ ਹਾਈਲਾਈਟ ਨਾ ਕਰੋ ਕਿ ਅਗਲਾ ਦੇਖ ਕੇ ਸੋਚੇ ਕਿ ਮੈਂ ਆਪਣੀ ਮਰਜ਼ੀ ਨਾਲ ਇਸ ਸਿਚੁਏਸ਼ਨ 'ਤੇ ਹਾਂ। ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਉਹ ਇੱਦਾਂ ਦੀਆਂ ਝੇਲ ਰਿਹਾ ਹੁੰਦਾ ਕਿ ਜਿਨ੍ਹਾਂ ਲਈ ਕਦੀ ਉਹਨੇ ਸੋਚਿਆ ਵੀ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਅਸੀਂ ਪ੍ਰਵਾਨਗੀ ਨਹੀਂ ਦੇ ਰਹੇ ਹੈਗੇ ਕਿਸੇ ਸ਼ਗਨਾਂ ਦੇ ਕੰਮ 'ਚ। ਜਿੰਨਾ ਅਸੀਂ ਮਰਜ਼ੀ ਕਹਿ ਰਹੀ ਅਸੀਂ ਸੋ ਕਾਲਡ ਬਹੁਤ ਪ੍ਰੋਫੈਸ਼ਨਲ ਜਾਂ ਬਹੁਤ ਮਾਡਰਨ ਜਾਂ ਬਹੁਤ ਐਜੂਕੇਟਡ ਹੋ ਗਏ, ਸੋਚ ਸਾਡੀ ਹਲੇ ਵੀ ਉੱਥੇ ਹੀ ਖੜੀ ਆ ਵੀ ਜਿਵੇਂ ਤੁਹਾਡਾ ਤਾਂ ਐਕਸਪੀਰੀਅੰਸ ਸਾਡੇ ਨਾਲੋਂ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਤੁਹਾਡਾ ਇਸ ਫੀਲਡ ਦੇ ਵਿੱਚ ਵੀ। ਉਹਨਾਂ ਔਰਤਾਂ ਨੂੰ ਘਰ ਦੇ ਸ਼ਗਨ ਦੇ ਕੰਮਾਂ 'ਚ ਨਹੀਂ ਇਨਵੋਲਵ ਕੀਤਾ ਜਾਂਦਾ। ਜੇ ਈਵਨ ਘਰ ਦੇ ਵਿੱਚ ਕੋਈ ਕੰਮ ਕੀਤਾ ਜਾਣਾ ਹੋਵੇ ਤਾਂ ਉੱਥੇ ਉਹਨਾਂ ਦੀ ਸਲਾਹ ਵੀ ਨਹੀਂ ਲਈ ਜਾਂਦੀ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹਦੀ ਕੀ ਜ਼ਰੂਰਤ ਹੈ, ਕਿਉਂਕਿ ਇਹ ਤਾਂ ਹਾਲੇ ਤੱਕ ਕਮਾਈ ਨਹੀਂ ਬਣੀ ਹੈਗੀ, ਹੈ ਨਾ। ਉਹਨੂੰ ਅਸੀਂ ਜਿਉਂਦੇ ਜਾਗਦੇ ਇਨਸਾਨਾਂ ਦੇ ਵਿੱਚ ਹੀ ਨਹੀਂ ਗਿਣਦੇ ਹੈਗੇ ਜਿੰਨੀ ਦੇਰ ਤੱਕ ਉਹ ਮਾਂ ਨਹੀਂ ਬਣਦੀ ਹੈਗੀ, ਹੈ ਨਾ। ਜਿਵੇਂ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਐਗਜ਼ਾਮਪਲ ਇੱਕ ਸ਼ੇਅਰ ਕਰਦੀ। ਇੱਕ ਨਿਊਜ਼ ਮੈਨੂੰ ਰੁਪਿੰਦਰ ਭੈਣ ਉਹਨਾਂ ਨੇ ਦੱਸੀ ਸੀ ਵੀ ਇੱਕ ਔਰਤ ਜਿਹੜੀ ਕਿ 10-12 ਸਾਲ ਤੱਕ ਮਾਂ ਨਹੀਂ ਬਣਦੀ ਹੈਗੀ, ਹੈ ਨਾ। ਆਪਣੇ ਲਈ ਸਿਰਫ ਬੱਚਾ ਇੰਨਾ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਜਿਵੇਂ ਤੁਹਾਡੀ ਰਿਸਰਚ ਦੇ ਵਿੱਚ ਵੀ ਇਹੀ ਸੀਗਾ ਕਿ ਔਰਤਾਂ ਬੱਚਾ ਨਾ ਹੋਣ ਕਰਕੇ ਡਿਪਰੈਸ਼ਨ 'ਚ ਨਹੀਂ ਹੁੰਦੀਆਂ, ਉਹ ਇਸ ਕਰਕੇ ਡਿਪਰੈਸ਼ਨ 'ਚ ਹੁੰਦੀਆਂ ਨੇ ਵੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਪਰਿਵਾਰਾਂ ਦੇ ਵਿੱਚ, ਜਾਂ ਫਿਰ ਜਦੋਂ ਉਹ ਬਾਹਰ ਨਿਕਲਦੀਆਂ ਨੇ ਨਾ ਕਿ ਇਹ ਤਾਂ ਮਾਂ ਨਹੀਂ ਬਣ ਸਕੀ, ਉਹਦੇ ਬੱਚਾ ਨਹੀਂ ਹੋਇਆ, ਜਾਂ ਹੌਲੀ ਹੌਲੀ ਆਵਾਜ਼ 'ਚ ਜਦੋਂ ਤੁਸੀਂ ਉਹਦੇ ਪਿੱਠ ਪਿੱਛੇ ਗੱਲ ਕਰਦੇ ਹੋ ਨਾ, ਤਾਂ ਉਹ ਚੀਜ਼ਾਂ ਤੁਹਾਨੂੰ ਮਾਨਸਿਕ ਤੌਰ 'ਤੇ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੰਦੀਆਂ ਨੇ ਵੀ ਉਹ ਲੇਡੀ ਦੇ ਬੱਚਾ ਹੋਇਆ। ਜਿਵੇਂ ਤੁਸੀਂ ਕਿਹਾ ਕਿ ਬੱਚਾ ਹੋਣਾ ਫਿਰ ਉਹਨਾਂ ਦੇ ਲਈ ਇੱਕ ਖੁਸ਼ੀ ਨਹੀਂ ਰਹਿ ਜਾਂਦੀ, ਇੱਕ ਮਜਬੂਰੀ ਜਾਂ ਗਲੋਂ ਫਾਹਾ ਲਾਉਣ ਵਾਲੀ ਗੱਲ ਹੋ ਜਾਂਦੀ ਆ। ਤਾਂ ਉਹਦਾ ਬੱਚਾ ਜਦੋਂ ਉਹਦਾ ਮੈਨੂੰ ਤਾਂ 7 ਜਾਂ 8 ਸਾਲ ਦਾ ਹੋਇਆ ਤਾਂ ਉਹਨੇ ਖੁਦ ਆਪਣੇ ਬੱਚੇ ਨੂੰ ਮਾਰਿਆ। ਹਾਂਜੀ, ਬਹੁਤ ਸਾਰੇ ਆਰਟੀਕਲ ਲਿਖੇ ਗਏ। ਰੁਪਿੰਦਰ ਭੈਣ ਉਹਨਾਂ ਨੇ ਫਿਰ ਉਦੋਂ ਇੱਕ ਆਰਟੀਕਲ ਲਿਖਿਆ ਸੀਗਾ ਵੀ ਕੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ ਔਰਤ ਨੇ ਆਪਦਾ ਬੱਚਾ ਮਾਰਿਆ ਕਿਉਂ ਸੀਗਾ। ਕਿਉਂਕਿ ਜਿਹੜੀ ਔਰਤ ਪਿਛਲੇ 10 ਸਾਲ ਤੋਂ ਤੁਹਾਡੀਆਂ ਗੱਲਾਂ ਸੁਣ ਰਹੀ ਆ, ਤੁਹਾਡੇ ਕਹਿਣ 'ਤੇ ਅਲੱਗ-ਅਲੱਗ ਟਰੀਟਮੈਂਟ ਲੈ ਰਹੀ ਆ, ਤੁਹਾਡੇ ਕਹਿਣ 'ਤੇ ਕਦੇ ਕਿਸੇ ਬਾਬੇ ਕੋਲੇ ਜਾਂਦੀ ਆ, ਕਦੇ ਕਿਸੇ ਬਾਬੇ ਕੋਲੇ ਜਾਂਦੀ ਆ ਨਾ, ਕਦੇ ਕੁਛ ਕਰਦੀ ਆ, ਕਦੇ ਤੁਸੀਂ ਉਹਨੂੰ ਮਤਲਬ ਜਿਵੇਂ ਹੁਣ ਜਿਹੜੀਆਂ ਟਿਊਬਸ ਸਾਫ਼ ਕਰਾਉਣੀਆਂ ਬਹੁਤ ਹੀ ਪੇਨਫੁਲ ਪ੍ਰੋਸੀਜਰ ਹੁੰਦਾ, IVF ਬਹੁਤ ਪੇਨਫੁਲ ਹੁੰਦਾ ਨਾ, ਉਹ ਇੰਨੀਆਂ ਦਵਾਈਆਂ ਖਾ ਰਹੀ। ਆਪਾਂ ਨੂੰ ਲਗਾਤਾਰ 3 ਦਿਨ ਬੁਖਾਰ ਰਹਿ ਜਾਵੇ, ਆਪਾਂ ਫਰਸਟਰੇਟ ਹੋ ਜਾਂਦੇ ਹਾਂ ਵੀ ਮੈਂ ਪਹਿਲਾਂ ਵਰਗਾ ਕਿਉਂ ਨਹੀਂ, ਮੈਂ ਉੱਠ ਕਿਉਂ ਨਹੀਂ ਰਿਹਾ, ਜਾਂ ਲਗਾਤਾਰ ਦਵਾਈ ਖਾਣ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਕਿ ਮੈਂ ਹੁਣ ਕੁਛ ਠੰਡਾ ਪੀਵਾਂ, ਮੈਂ ਬਹੁਤ ਜ਼ਿਆਦਾ ਗਰਮ ਦਵਾਈਆਂ ਖਾ ਲਈਆਂ। 10 ਸਾਲਾਂ ਤੋਂ ਲੇਡੀ ਦੇ ਨਾਲ ਪਤਾ ਨਹੀਂ ਕੀ ਫਿਜ਼ੀਕਲੀ ਉਹ ਝੱਲਦੀ ਆਈ ਅਤੇ ਉਹ ਮੈਂਟਲੀ ਬਿਮਾਰ ਹੋ ਗਈ, ਅਤੇ ਕਿਸੇ ਨੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ ਵੀ ਉਹਦੇ 'ਤੇ ਅਸਰ ਕੀ ਹੋਇਆ ਹੋਊਗਾ ਇਹਨਾਂ 10 ਸਾਲਾਂ ਦਾ, ਹੈ ਨਾ। ਸੋ ਬੱਚਾ ਸਾਡੇ ਲਈ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ। ਮੈਂ ਨਾ ਇੱਕ ਚੀਜ਼ ਜ਼ਰੂਰ ਕਹਿ ਸਕਦੀ ਹਾਂ ਕਿ ਅਗਰ ਕੋਈ ਆਦਮੀ
ਮਤਲਬ ਜਿਹੜੇ ਪ੍ਰੋਸੈਸ ਤੋਂ ਉਹ ਇੱਕ ਔਰਤ ਗੁਜ਼ਰਦੀ ਆ 5-6 ਸਾਲ ਗਾਇਨੀ ਓਪੀਡੀ 'ਚ, ਲੋਕ ਬੇਹੋਸ਼ ਹੋ ਜਾਂਦੇ ਆ। ਮਤਲਬ ਇੰਨਾ ਪੇਨਫੁਲ ਹੁੰਦਾ। ਔਰ ਫਿਰ ਹਮੇਸ਼ਾ ਇੱਕ ਨਾ ਹਸਪੀਟਲ ਦਾ ਇਨਵਾਇਰਨਮੈਂਟ ਵੀ ਇੰਨਾ ਵਧੀਆ ਨਹੀਂ ਹੁੰਦਾ। ਡਾਕਟਰਸ ਨੇ, ਕਿਉਂਕਿ ਉਹਨਾਂ ਦੀ ਡਿਊਟੀ ਹੁੰਦੀ ਆ, ਉਹ ਤੁਹਾਨੂੰ ਸਿਰਫ ਠੀਕ ਹੈ ਮੈਡੀਸਿਨ ਲਿਖ ਕੇ ਦੇ ਦੇਣਗੇ, ਟੈਸਟ ਦੇ ਦੇਣਗੇ। ਉਸ ਤੋਂ ਬਾਅਦ ਠੀਕ ਆ, ਮੈਂ ਮੰਨਦੀ ਹਾਂ ਕਿ ਥੋੜ੍ਹਾ ਪ੍ਰਾਈਵੇਟ ਹਸਪੀਟਲ 'ਚ ਫਿਰ ਵੀ ਐਂ ਹੁੰਦਾ ਕਿਉਂਕਿ ਆਪਾਂ ਪੈਸਾ ਦੇ ਰਹੇ ਹਾਂ ਤਾਂ ਉੱਥੇ ਚੀਜ਼ ਗੱਲ ਸੁਣੀ ਜਾਂਦੀ ਆ। ਹੁਣ ਜਿਹੜੇ ਥੋੜ੍ਹੇ ਜਿਹੇ ਨੀਚੇ ਤਬਕੇ ਦੇ ਲੋਕ ਆ, ਉਹ IVF ਨਹੀਂ ਕਰਵਾ ਪਾਉਂਦੇ। ਕਹਿਣਾ ਬਹੁਤ ਸੌਖਾ ਹੁੰਦਾ, ਅਗਰ ਕਿਸੇ ਨਾਲ ਅਸੀਂ ਡਿਸਕਸ ਕਰਦੇ ਹਾਂ ਤਾਂ ਕਹਿੰਦੇ ਆ ਅੱਜ ਕੱਲ੍ਹ ਇਹ ਚੀਜ਼ਾਂ ਕਿੱਥੇ ਰਹਿ ਗਈਆਂ, IVF ਕਰਵਾ ਲਓ। ਪਰ ਹਰ ਬੰਦਾ IVF ਤਾਂ ਨਹੀਂ ਕਰਵਾ ਸਕਦਾ। ਹਾਂਜੀ, ਤਾਂ ਉਦੋਂ ਜਦੋਂ ਦੇਖਿਆ ਜਾਂਦਾ ਨਾ, ਤਾਂ ਇੱਕ ਆਦਮੀ ਅਗਰ ਉਹ 2-3 ਸਾਲ ਉਹ ਵਾਲੀ ਚੀਜ਼ ਜੀ ਲੈ ਨਾ ਆਪਣੀ ਵਾਈਫ ਨਾਲ ਜਾਂ ਫਿਰ ਉਸ ਔਰਤ ਨਾਲ, ਸ਼ਾਇਦ ਉਹ ਲਾਈਫ 'ਚ ਕਦੀ ਨਹੀਂ ਕਹੂਗਾ ਕਿ ਹਾਂ ਕੁਛ ਨਹੀਂ, ਅਸੀਂ ਤੈਨੂੰ ਕੁਛ ਮਰਜ਼ੀ ਕਹਿ ਸਕਦੇ ਹਾਂ। ਔਰ ਇੰਨੇ ਜ਼ਿਆਦਾ ਜਿਹਨੂੰ ਆਪਾਂ ਕਹਿ ਲਏ ਕਿ ਬੱਚੇ ਨੂੰ ਚੱਕਣ ਨਹੀਂ ਦਿੱਤਾ ਜਾਂਦਾ ਔਰਤਾਂ ਨੂੰ, ਕਿ ਅਗਰ ਕਿਸੇ ਦਰਾਣੀ ਜਠਾਣੀ ਦੇ ਬੱਚਾ ਹੈਗਾ ਨਾ, ਤਾਂ ਅੱਜ ਵੀ ਇਹੀ ਆ ਕਿ ਉਹ ਆਪਦੇ ਬੱਚੇ ਨੂੰ ਆਪਦੀ ਉਹਨੂੰ ਨਹੀਂ ਦਊਗੀ ਜਿਹਦੇ ਬੱਚਾ ਨਹੀਂ ਹੋ ਰਿਹਾ, ਦਰਾਣੀ ਜਾਂ ਜਠਾਣੀ ਨੂੰ, ਤਾਂ ਕਿ ਗਲਤ ਪਰਛਾਵਾਂ ਉਹਦੇ ਤੇ ਨਾ ਪੈ ਜੇ। ਬੱਚਿਆਂ ਨਾਲ ਖੇਡਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ, ਕਿ ਕਿਤੇ ਇਹ ਤਾਂ ਬੱਚੇ ਚਾਹੁੰਦੀ ਹੈ, ਇਹਦੇ 'ਚ ਮਤਲਬ ਬੱਚੇ ਹੋਣ ਦੀ ਚਾਹਤ ਹੈਗੀ ਆ, ਤੇ ਕਿਤੇ ਸਾਡੇ ਬੱਚੇ ਨਾਲੇ ਕੁਝ ਗਲਤ ਨਾ ਕਰਦੇ, ਗੰਦੀ ਨਜ਼ਰ ਨਾ ਰੱਖੇ ਇਹਦੇ ਸਾਡੇ ਬੱਚਿਆਂ ਤੇ। ਸ਼ਗਨਾਂ 'ਚ ਅਗਰ ਕਿਸੇ ਦਾ ਵਿਆਹ ਸ਼ਾਦੀ ਹੈਗਾ ਤਾਂ ਕੋਲ ਖੜਨ ਨਹੀਂ ਦਿੰਦੇ। ਤਾਂ ਉਹ ਔਰਤਾਂ ਕਹਿੰਦੀਆਂ ਹੁਣ ਤਾਂ ਸਾਨੂੰ ਆਦਤ ਹੋ ਗਈ ਆ, ਅਸੀਂ ਅੱਗੇ ਜਾਂਦੀਆਂ ਹੀ ਨਹੀਂ, ਅਸੀਂ ਪਿੱਛੇ ਖੜ ਜਾਂਦੀਆਂ ਕਿ ਕਿਉਂਕਿ ਸਾਨੂੰ ਪਤਾ ਕਿ ਇਹਨਾਂ ਨੇ ਸਾਨੂੰ ਅੱਗੇ ਆਉਣ ਹੀ ਨਹੀਂ ਦੇਣਾ ਜਾਂ ਫਿਰ ਕੋਈ ਸ਼ਗਨ ਕਰਨੀ ਨਹੀਂ ਦੇਣਾ। ਤਾਂ ਹੌਲੀ ਜੀ ਕਹਿੰਦੇ ਕਿ ਕਹਿ ਦੇਣਗੀਆਂ ਇਹ ਤਾਂ ਬਾਂਝ ਆ, ਇਹਦਾ ਪਰਛਾਵਾਂ ਨਾ ਪੈਣ ਦਿਓ। ਤਾਂ ਅੱਜ ਵੀ ਇਹ ਚੀਜ਼ਾਂ ਕਹਿਣਾ ਤੁਹਾਡੇ ਵਾਲੀ ਗੱਲ ਤਰ੍ਹਾਂ ਬਹੁਤ ਸੌਖਾ ਕਿ ਆਪਾਂ ਬਹੁਤ ਅੱਗੇ ਵੱਧ ਗਏ ਹਾਂ, ਪੜ੍ਹ ਲਿਖ ਗਏ ਹਾਂ, ਪਰ ਇੱਦਾਂ ਨਹੀਂ ਆ। ਜਦੋਂ ਤੁਸੀਂ ਦੇਖਦੇ ਹੋ ਪਿੰਡਾਂ 'ਚ ਜਾਂਦੇ ਹੋ ਜਾਂ ਫਿਰ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਹਨਾਂ ਨਾਲ 2 ਘੰਟੇ ਵੀ ਗੱਲ ਕਰਦੇ ਹੋ ਨਾ, ਫਿਰ ਤੁਹਾਨੂੰ ਪਤਾ ਲੱਗਦਾ ਕਿ ਅੱਜ ਵੀ ਇਹ ਚੀਜ਼ਾਂ ਕਿੰਨੀਆਂ ਜ਼ਿਆਦਾ ਹੋ ਰਹੀਆਂ। ਬਿਲਕੁਲ। IVF ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਸਾਰੇ ਹਾਲਾਤ ਜਦੋਂ ਇੱਦਾਂ ਦੇ ਬਣ ਜਾਂਦੇ ਨੇ ਕਿ ਕੁਛ ਵੀ ਨਹੀਂ ਹੁੰਦਾ, ਆਪਾਂ ਕਹਿੰਦੇ ਹਾਂ ਅੱਜ ਕੱਲ੍ਹ ਤਾਂ ਬਹੁਤ ਹੀ ਡਾਕਟਰੀ ਇਲਾਜ ਹੈਗੇ ਨੇ, ਤੁਸੀਂ IVF ਕਿਉਂ ਨਹੀਂ ਕਰਵਾ ਲੈਂਦੇ ਹੈਗੇ। ਮੈਂ ਚਾਹੂੰਗੀ ਕਿ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸੋ ਵੀ IVF ਵੀ ਬਹੁਤ ਕੋਈ ਸੌਖਾ ਪ੍ਰੋਸੀਜਰ ਨਹੀਂ ਵੀ ਤੁਸੀਂ ਹਸਪੀਟਲ ਗਏ ਅਤੇ ਤੁਸੀਂ ਬੱਚਾ ਲੈ ਕੇ ਬਾਹਰ ਆ ਗਏ, ਹੈ ਨਾ। ਹਾਂਜੀ, ਉਹਦੇ 'ਚ ਵੀ ਬਹੁਤ ਪੇਨਫੁਲ ਹੁੰਦਾ, ਤੁਹਾਡੇ ਟੈਸਟ ਹੁੰਦੇ ਆ, ਤੁਹਾਡੀਆਂ ਮਤਲਬ ਰਿਪੋਰਟਸ ਅਗਰ ਠੀਕ ਆ ਰਹੀਆਂ ਜਾਂ ਨਹੀਂ ਆ ਰਹੀਆਂ, ਫਿਰ ਉਹਦੇ 'ਚ ਵੀ ਇੱਦਾਂ ਅਗਰ ਕਿਸੇ ਆਦਮੀ ਨੂੰ ਕੁਛ ਪ੍ਰੋਬਲਮ ਆ ਜਾਂ ਫਿਰ ਉਹਨਾਂ ਦਾ ਸਪਰਮ ਕਾਊਂਟ ਘੱਟ ਹੈ ਜਾਂ ਫਿਰ ਕਈ ਵਾਰ ਇੱਦਾਂ ਨਹੀਂ ਹੁੰਦਾ ਕਿ ਹਮੇਸ਼ਾ ਹੀ IVF ਹਸਬੈਂਡ ਵਾਈਫ ਦੇ ਥਰੂ ਹੀ ਹੋ ਜੇ, ਤੁਹਾਨੂੰ ਮਤਲਬ ਡੋਨਰ ਦੀ ਜ਼ਰੂਰਤ ਹੁੰਦੀ ਆ। ਫਿਰ ਜਦੋਂ ਤੁਸੀਂ ਡੋਨਰ ਦੀ ਗੱਲ ਕਰਦੇ ਹੋ, ਇੱਥੇ ਫਿਰ ਇੱਕ ਸਮਾਜਿਕ ਦਿੱਕਤਾਂ ਆ ਜਾਂਦੀਆਂ ਆਪਣੇ। ਅੱਜ ਵੀ ਇਹ ਗੱਲ ਕਹੀ ਜਾਂਦੀ ਆ ਕਿ ਇਹ ਬੱਚਾ ਤਾਂ, ਕਿਉਂਕਿ IVF ਨੂੰ ਅੱਜ ਵੀ ਬਹੁਤ ਘੱਟ ਲੋਕ ਆ ਜੋ ਮੰਨਦੇ ਆ ਕਿ ਕੋਈ ਗੱਲ ਨਹੀਂ ਲੈਬ ਵਿੱਚ ਹੋ ਰਿਹਾ। ਹੁਣ ਤੁਹਾਨੂੰ ਮੈਂ ਉਹੀ ਬਠਿੰਡੇ ਦੇ ਇੱਕ ਪਿੰਡ ਦੀ ਗੱਲ ਦੱਸਦੀ ਹਾਂ। ਉਹਨਾਂ ਨੇ 5-6 ਸਾਲ ਪਹਿਲਾਂ ਕਰਿਆ, ਵੇਟ ਕਰਿਆ, ਨਹੀਂ ਕਨਸੀਵ ਕਰ ਪਾਏ। ਉਸ ਤੋਂ ਬਾਅਦ ਉਹਨਾਂ ਨੇ IVF ਕਰਵਾਇਆ ਤੇ ਹੁਣ ਦੇਖੋ ਕੁਦਰਤ ਆ ਉਹਦੀ, ਹਾਲਾਂਕਿ ਉਹਨਾਂ ਦੇ ਹਸਬੈਂਡ ਵਾਈਫ ਦਾ ਹੀ IVF ਦੇ ਥਰੂ ਹੋਇਆ ਸੀ ਬੱਚਾ। ਤੇ ਉਹਨਾਂ ਨੂੰ ਹੁਣ ਲੋਕਾਂ ਨੇ ਇਹ ਵਹਿਮ ਪਾਤਾ ਕਿ ਬੱਚੇ ਦੀ ਸ਼ਕਲ ਸਿਰਫ ਮਾਂ ਤੇ ਜਾ ਰਹੀ ਆ, ਪਿਓ ਤੇ ਨਹੀਂ ਜਾ ਰਹੀ। ਤੁਸੀਂ ਮੰਨੋਗੇ ਉਹਨਾਂ ਹਸਬੈਂਡ ਵਾਈਫ ਦੇ ਵਿੱਚ ਉਹ ਔਰਤ ਪਿੱਛੇ ਜੀ ਟ੍ਰੀਟਮੈਂਟ ਲਈ ਆਈ ਸੀ ਬਠਿੰਡਾ 'ਚ, ਤਾਂ ਉਹ ਮੈਨੂੰ ਕਹਿੰਦੀ ਅਸੀਂ 5 ਸਾਲ ਅਸੀਂ ਆਪਸ 'ਚ ਚੱਜ ਨਾਲ ਗੱਲ ਨਹੀਂ ਕੀਤੀ। ਕਹਿੰਦੇ ਮੈਨੂੰ ਹਮੇਸ਼ਾ ਜਿਹੜਾ ਐਗਜ਼ਾਮਪਲ ਹੈ ਨਾ ਤੁਸੀਂ ਦਿੱਤਾ ਸੀ ਕਿ ਉਹਨੇ ਆਪਣਾ ਬੱਚਾ ਆਪਦੇ ਹੱਥਾਂ ਨਾਲ ਮਾਰਤਾ, ਕਿਉਂਕਿ ਜਦੋਂ ਉਹਦੀ ਲਾਈਫ 'ਚ ਹੋ ਸਕਦਾ ਉਹੀ ਜਿੱਦਾਂ ਰੁਪਿੰਦਰ ਮੈਮ ਨੇ ਕਿਹਾ ਕਿ ਆਪਾਂ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕਰੀ ਕਿ ਉਹਦੇ ਪਿੱਛੇ ਰੀਜ਼ਨ ਕੀ ਸੀਗਾ। ਤੇ ਹੁਣ ਤੁਸੀਂ ਆਹ ਵਾਲਾ ਕੇਸ ਦੇਖ ਲਓ, ਜਦੋਂ ਬੱਚਾ ਹੋਇਆ ਕਿੰਨੇ ਮਤਲਬ ਮੁਸ਼ਕਲਾਂ ਨਾਲ ਉਹਨਾਂ ਨੇ IVF ਕਰਵਾਇਆ, ਇੰਨਾ ਪੇਨਫੁਲ ਪ੍ਰੋਸੈਸ ਹੁੰਦਾ, ਕਿੰਨੇ ਗਾਇਨੀ OPD ਦੇ ਚੱਕਰ ਕੱਟੇ ਹੋਣੇ ਆ। ਔਰ ਦੇਖੋ IVF 'ਚ ਵੀ ਕਈ ਵਾਰ ਤਾਂ ਟੋਟਲੀ ਤੁਹਾਨੂੰ ਬੈੱਡ ਰੈਸਟ ਦੇ ਦਿੰਦੇ ਆ ਕਿ ਤੁਸੀਂ ਬਿਲਕੁਲ ਕੰਮ ਨਹੀਂ ਕਰਨਾ, ਬੈੱਡ ਰੈਸਟ ਉੱਤੇ ਹੋ। ਤਾਂ ਇੱਕ ਬੈੱਡ ਰੈਸਟ ਵੀ ਦੇਖੋ ਕਿੰਨਾ ਕਿ ਤੁਸੀਂ ਬਸ ਇੱਕ ਜਗ੍ਹਾ ਤੇ ਬੈਠੇ ਹੋ। ਹਾਂਜੀ, ਤੇ ਉਸ ਤੋਂ ਬਾਅਦ ਵੀ ਜਦੋਂ ਉਹ ਕਹਿੰਦੀ ਕੀ ਖੁਸ਼ੀ ਬੱਚਾ ਹੋਏ ਦੀ, ਕਿਉਂਕਿ ਜਦੋਂ ਸਾਡੇ ਹਸਬੈਂਡ ਵਾਈਫ 'ਚ ਹੀ ਪ੍ਰੋਬਲਮ ਹੋਣ ਲੱਗ ਗਈ ਤਾਂ ਫਿਰ ਸਾਨੂੰ ਤਾਂ ਬੱਚੇ ਹੋਏ ਦੀ ਵੀ ਕੋਈ ਖੁਸ਼ੀ ਨਹੀਂ, ਕਿਉਂਕਿ ਬੱਚੇ ਨੂੰ ਵੀ ਉਹਨਾਂ ਦੇ ਮਤਲਬ ਜਿਹੜੇ ਫਾਦਰ ਸਾਹਿਬ ਸੀਗੇ ਉਹ ਥੋੜਾ ਟਾਈਮ ਪੇਕਿਆਂ ਤੇ ਰਹੇ, ਮਿਲਣ ਤੱਕ ਨਹੀਂ ਗਏ ਬੱਚੇ ਨੂੰ।
ਔਰ ਫਿਰ ਉਹੀ ਚੀਜ਼ ਆ ਕਿ ਇਹਨਾਂ ਚੀਜ਼ਾਂ ਨੂੰ ਅਗਰ ਆਪਾਂ ਅੱਗੇ ਦੇਖਦੇ ਹਾਂ ਤਾਂ ਫਿਰ DNA ਟੈਸਟ ਐਂਡ ਇਹ ਸਾਰਾ ਕੁਝ ਚੀਜ਼ਾਂ, ਪਰ ਇਹ ਤਾਂ ਆਪਣੇ ਮਤਲਬ ਪਿੰਡਾਂ 'ਚ ਉਹ ਨਹੀਂਗਾ ਨਾ ਕਿ ਆਪਾਂ ਹੁਣ ਜਾ ਕੇ DNA ਟੈਸਟ ਕਰਵਾਈਏ ਜਾਂ ਫਿਰ ਮਤਲਬ ਹਮੇਸ਼ਾ ਇਹ ਚੀਜ਼ ਦੇਖੀ ਜਾਂਦੀ ਹੈ ਕਿ ਕਿਉਂ ਔਰਤ ਨੂੰ ਆਪਦੇ ਆਪ ਨੂੰ ਇੰਨਾ ਐਕਸਪਲੇਨ ਕਰਨਾ ਪੈਂਦਾ। ਹਰ ਜਗ੍ਹਾ ਤੇ ਇੱਕ ਔਰਤ ਆਪਦੇ ਆਪ ਨੂੰ ਇਹ ਸਾਬਿਤ ਕਰਦੀ ਆ ਕਿ ਮੈਂ ਠੀਕ ਹਾਂ, ਮੈਂ ਸਹੀ ਹਾਂ। ਮਤਲਬ ਆਦਮੀਆਂ ਦੀ ਕਮੀਆਂ ਔਰਤ ਛੁਪਾਉਂਦੀ ਆ ਔਰ ਅਗਰ ਇਦਾਂ ਦੀ ਕੋਈ ਚੀਜ਼ ਹੋਵੇ ਫਿਰ ਵੀ ਮਤਲਬ ਉਂਗਲੀ ਹਮੇਸ਼ਾ ਔਰਤ ਤੇ ਚੱਕੀ ਜਾਂਦੀ ਆ। ਤੇ ਇਹ ਚੀਜ਼ਾਂ ਥੋੜੀਆਂ ਜੀ ਆਪਣੇ ਸਮਾਜ ਵਿੱਚ ਸੁਧਾਰਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ, ਕਿਉਂਕਿ ਮੈਨੂੰ ਇਦਾਂ ਲੱਗਦਾ ਅਗਰ ਔਰਤ ਹੀ ਔਰਤ ਨੂੰ ਸਪੋਰਟ ਕਰੇ ਨਾ, ਮੈਂ ਗਾਰੰਟੀ ਨਾਲ ਕਹਿ ਸਕਦੀ ਹਾਂ ਅਗਰ ਕਿਸੇ ਵੀ ਫੈਮਿਲੀ 'ਚ ਬੱਚਾ ਨਹੀਂ ਹੋ ਰਿਹਾ, ਅਗਰ ਉਹਦੀ ਸੱਸ ਤੇ ਉਹਦੀ ਜਿਹੜੀ ਨਨੰਦ ਸਿਰਫ ਇਹ ਦੋ ਰਿਸ਼ਤੇ ਵੀ ਉਹਨਾਂ ਨੂੰ ਸਪੋਰਟ ਕਰਨ ਨਾ ਕਿ ਕੋਈ ਗੱਲ ਨਹੀਂ ਅਸੀਂ ਹੈਗੇ ਆ, ਫਿਰ ਕੀ ਹੋ ਗਿਆ, ਆਪਾਂ ਟ੍ਰੀਟਮੈਂਟ ਕਰਵਾ ਲਾਂਗੇ, ਨਹੀਂ ਹੋਇਆ ਤੁਹਾਡੇ ਕੋਲ, ਤੁਸੀਂ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹੋ, ਤੁਸੀਂ ਬੱਚਾ ਗੋਦ ਲੈ ਲਓ। ਅੱਜ ਵੀ ਕਈ ਲੋਕ ਇੱਦਾਂ ਦੇ ਆ ਜਿਹੜੇ ਆਰਥਿਕ ਇੰਨੇ ਜ਼ਿਆਦਾ ਉਹ ਨਹੀਂ ਹੁੰਦੇ ਤੇ ਕੁੜੀਆਂ ਹੁੰਦੀਆਂ 2-2 3-3, ਉਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਅਸੀਂ ਇਹਨਾਂ ਦਾ ਵਿਆਹ ਸ਼ਾਦੀ ਕਰਨਾ ਅੱਗੇ ਪਾਲਣਾ ਸਾਡੇ ਲਈ ਔਖਾ ਹੋ ਜਾਊਗਾ, ਤਾਂ ਤੁਸੀਂ ਕੁੜੀ ਵੀ ਤਾਂ ਗੋਦ ਲੈ ਸਕਦੇ ਹੋ। ਸੋਚੋ ਜੇ ਤੁਸੀਂ ਇੰਨਾ ਚਾਹਵਾਨ ਹੋ ਮਤਲਬ ਬੱਚੇ ਦੇ, ਤਾਂ ਤੁਸੀਂ ਉਹ ਪੂਰਾ ਆਪਦੇ ਐਫਰਟਸ ਉਹ ਗੋਦਲੇ ਬੱਚੇ ਤੇ ਕਿਉਂ ਨਹੀਂ ਲਾਉਂਦੇ, ਤੁਸੀਂ ਉਹਨਾਂ ਨੂੰ ਪੜ੍ਹਾਓ ਲਿਖਾਓ। ਇੱਕ ਤਾਂ ਕਹਿੰਦੇ ਨਾ ਪੁੰਨ ਦਾ ਕੰਮ, ਤੇ ਇੱਕ ਤੁਸੀਂ ਬਣਨਾ ਤਾਂ ਮਾਂ ਹੀ ਆ ਨਾ। ਬਿਲਕੁਲ, ਹਾਂ। ਤੇ ਤੁਸੀਂ ਮਾਂ ਤਾਂ ਉਸ ਤਰੀਕੇ ਨਾਲ ਵੀ ਬਣ ਸਕਦੇ ਹੋ। ਉੱਥੇ ਵੀ ਤੁਸੀਂ ਦੱਸਦੇ ਹੁੰਦੇ ਕਿ ਜਦੋਂ ਅਡਾਪਸ਼ਨ ਦੀ ਬੱਚਾ ਗੋਦ ਲੈਣ ਦੀ ਗੱਲ ਆਉਂਦੀ ਆ, ਉੱਥੇ ਵੀ ਸਾਡਾ ਮਾਈਂਡ ਸੈਟ ਬਹੁਤ ਪਲੇ ਕਰਦਾ ਕਿ ਅਸੀਂ ਮੁੰਡਾ ਹੀ ਗੋਦ ਲੈਣਾ, ਅਸੀਂ ਕੁੜੀ ਗੋਦ ਨਹੀਂ ਲੈਣੀ। ਦੇਖੋ ਮੈਮ ਇਹ ਚੀਜ਼ ਤਾਂ ਨਾ ਅੱਜ ਆਪਾਂ ਜੋ ਮਰਜ਼ੀ ਕਹੀਏ, ਆਪਾਂ ਖੁਦ ਫੀਮੇਲਸ ਆ, ਹੈ ਨਾ, ਪਰ ਅੱਜ ਵੀ ਨਾ ਲੋਕ ਜਿਹੜਾ ਇੱਕ ਮੇਲ ਜੈਂਡਰ ਨੂੰ ਹੀ ਹਮੇਸ਼ਾ ਕਹਿੰਦੇ ਆ ਕਿ ਮੁੰਡਾ ਹੋਣਾ ਚਾਹੀਦਾ। ਆਪਣੇ ਘਰਾਂ 'ਚ ਦੇਖ ਲਓ, ਚਾਹੇ ਪਹਿਲਾ ਬੱਚਾ ਹੋਣਾ ਹੋਵੇ ਚਾਹੇ ਹੋਣਾ ਹੋਵੇ ਦੂਜੇ ਵਾਰੀ ਤਾਂ ਫਿਰ ਵੀ ਲੋਕ ਸੋਚ ਲੈਂਦੇ ਆ ਕਿ ਚਲੋ ਕੁੜੀ ਹੋ ਜੇ ਕੋਈ ਗੱਲ ਨਹੀਂ, ਪਰ ਪਹਿਲਾਂ ਹਮੇਸ਼ਾ ਹਰ ਇੱਕ ਦੇ ਮੂੰਹ ਚੋਂ ਨਿਕਲਦਾ ਚੰਗੀ ਚੀਜ਼ ਚੰਗੀ ਚੀਜ਼ ਆਵੇ। ਇਹ ਮੈਨੂੰ ਬਹੁਤ ਹੀ ਕਈ ਵਾਰ ਮਤਲਬ ਹਾਸੀ ਵੀ ਆਉਂਦੀ ਆ ਕਿ ਅੱਜ ਕੱਲ੍ਹ ਕੁੜੀਆਂ ਕਿੱਥੇ ਪਹੁੰਚ ਗਈਆਂ। ਸ਼ਾਇਦ ਮੁੰਡੇ ਤੁਸੀਂ ਦੇਖ ਲਓ, ਪੰਜਾਬ ਦਾ ਡਾਟਾ ਚੱਕ ਕੇ ਦੇਖ ਲਓ, ਅੱਜ ਕੱਲ੍ਹ ਪੰਜਾਬ ਦੇ ਮੁੰਡੇ ਬਹੁਤ ਸਾਰੇ ਨਸ਼ਿਆਂ 'ਚ ਆ ਔਰ ਕੁੜੀਆਂ ਕਿੱਥੇ ਪਹੁੰਚ ਗਈਆਂ, ਪਰ ਅੱਜ ਵੀ ਚੰਗੀ ਚੀਜ਼ ਮੁੰਡਿਆਂ ਨੂੰ ਹੀ ਕਿਹਾ ਜਾਂਦਾ। ਤੇ ਉਸੇ ਤਰ੍ਹਾਂ ਜਦੋਂ ਅਸੀਂ ਗੱਲ ਕਰੀ ਲਾਸਟ ਵਿੱਚ, ਅਸੀਂ ਹਮੇਸ਼ਾ ਪੁੱਛਦੇ ਹੁੰਦੇ ਸੀ ਕਿ ਠੀਕ ਆ ਤੁਸੀਂ IVF ਨਹੀਂ ਕਰਵਾ ਸਕਦੇ, ਸਰੋਗੇਸੀ ਨੂੰ ਤੁਸੀਂ ਨਹੀਂ ਮਤਲਬ ਐਕਸੈਪਟ ਕਰ ਰਹੇ ਹਲੇ ਤੱਕ ਕਿ ਨਹੀਂ ਪਤਾ ਨਹੀਂ ਕਿੱਦਾਂ ਕਿਸੇ ਦੇ ਹੋਰ ਪੇਟ ਵਿੱਚ ਆਪਾਂ ਉਹ ਚੀਜ਼ ਕਰੀਏ, ਤਾਂ ਦੂਸਰਾ ਤੁਸੀਂ ਨਹੀਂ ਕਨਸੀਵ ਕਰ ਪਾ ਰਹੇ, ਕਿਉਂਕਿ ਬਹੁਤ ਸਾਰੇ ਕੇਸਿਸ 'ਚ ਇੱਦਾਂ ਹੁੰਦਾ ਕਿ ਡਾਕਟਰਸ ਵੀ ਕਹਿ ਸਕਦੇ ਆ ਕਿ ਨਹੀਂ ਹੁਣ ਤੁਹਾਡੀ ਬੋਡੀ ਮਤਲਬ ਬਿਲਕੁਲ ਹੱਥ ਖੜੇ ਕਰ ਗਈ ਆ ਕਿ ਤੁਸੀਂ ਨਹੀਂ ਕਨਸੀਵ ਕਰ ਸਕਦੇ, ਤੁਸੀਂ ਬੱਚਾ ਗੋਦ ਕਿਉਂ ਨਹੀਂ ਲੈਂਦੇ। ਤਾਂ ਉੱਥੇ ਕਹਿੰਦੇ ਹਾਂ ਠੀਕ ਆ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਾ ਗੋਦ ਲੈ ਲਾਂਗੇ, ਜਾਂ ਫਿਰ ਅਸੀਂ ਖੁਦ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਦੇਖੋ ਹੁਣ ਤੁਸੀਂ ਕਿੰਨੇ ਮਤਲਬ ਹੈ ਨਾ ਚਿੰਤਾ 'ਚੋਂ ਜਾਂ ਫਿਰ ਕਿੰਨਾ ਤੁਸੀਂ ਤੁਹਾਡਾ ਮਤਲਬ ਮੈਂਟਲੀ ਕਿੰਨੇ ਡਿਸਟਰਬ ਹੋ ਰਹੇ ਹੋ, ਤਾਂ ਤੁਸੀਂ ਬੱਚਾ ਗੋਦ ਲੈ ਲਓ। ਤੇ 1-2 ਕਪਲਸ ਇੱਦਾਂ ਦੇ ਸੀਗੇ ਜਿਹੜੇ ਕਹਿੰਦੇ ਸੀ ਹਾਂਜੀ ਮੈਡਮ ਤੁਸੀਂ ਸਹੀ ਕਹਿ ਰਹੇ ਹੋ, ਅਸੀਂ ਬੱਚਾ ਗੋਦ ਲੈਣ ਦਾ ਹੁਣ ਸੋਚਾਂਗੇ। ਫਿਰ ਮੈਂ ਪੁੱਛਦੀ ਹੁੰਦੀ ਸੀ ਕਿ ਕੀ ਤੁਸੀਂ ਕੁੜੀ ਲਾਓਗੇ ਗੋਦ ਜਾਂ ਮੁੰਡਾ, ਫਿਰ ਕਹਿੰਦੇ ਹੁੰਦੇ ਸੀ ਨਹੀਂ ਅਸੀਂ ਮੁੰਡਾ ਗੋਦ ਲਵਾਂਗੇ। ਤਾਂ ਫਿਰ ਮੈਂ ਕਿਹਾ ਕਿਉਂ ਮੁੰਡਾ ਕਿਉਂ, ਤਾਂ ਕਹਿੰਦੇ ਸੀ ਕਿ ਦੇਖੋ, ਫਿਰ ਜਦੋਂ ਮੈਂ ਉਹਨਾਂ ਦਾ ਆਨਸਰ ਸੁਣਿਆ ਨਾ ਥੋੜਾ ਜਿਹਾ ਮੈਂ ਵੀ ਮਤਲਬ ਇੱਦਾਂ ਹੋਈ। ਕਹਿੰਦੇ ਦੇਖੋ ਕਿ ਇੱਕ ਕਪਲ ਸੀ, ਕਹਿੰਦੇ ਸੀ 15 ਸਾਲ ਹੋ ਗਏ ਸਾਨੂੰ ਵੇਟ ਕਰਦੇ ਨੂੰ ਕਿ ਸਾਡੇ ਬੱਚਾ ਹੋਏ। ਕਹਿੰਦੇ ਜੇ ਅਸੀਂ ਕੁੜੀ ਲੈ ਲਈ ਤਾਂ ਕਹਿੰਦੇ ਅਸੀਂ ਉਹਨੂੰ ਪਾਲਾਂਗੇ ਪੋਸ਼ਾਂਗੇ, ਜਿੱਦਾਂ ਆਪਣੇ ਸਮਾਜਿਕ ਰੀਤੀ ਰਿਵਾਜ ਆ ਕਿ ਕੁੜੀ ਨੇ ਫਿਰ ਅਗਲੇ ਘਰ ਚੱਲ ਜਾਣਾ, ਕਹਿੰਦੇ ਫਿਰ ਤਾਂ ਅਸੀਂ 20 ਸਾਲ ਉਹਦੇ ਨਾਲ ਰਵਾਂਗੇ ਜਾਂ ਫਿਰ ਜਿੰਨਾ ਵੀ ਟਾਈਮ ਹੈ ਨਾ, ਕਹਿੰਦੇ ਫਿਰ ਅਸੀਂ ਇਕੱਲੇ ਰਹਿ ਜਾਵਾਂਗੇ। ਤੇ ਉੱਥੇ ਮੈਨੂੰ ਵੀ ਲੱਗਿਆ, ਮੈਂ ਕਿਹਾ ਕਿ ਉਹ ਫਿਰ ਉਹਨਾਂ ਦੇ ਮਨ 'ਚ ਡਰ ਕਿ ਫਿਰ ਅਸੀਂ ਅਲੱਗ ਹੋ ਜਾਵਾਂਗੇ, ਕਿਉਂਕਿ ਆਪਣਾ ਇੱਕ ਸਮਾਜਿਕ ਰੀਤੀ ਰਿਵਾਜ ਇੱਦਾਂ ਦੇ ਆ ਕਿ ਕੁੜੀ ਵਿਆਹ ਕਰਕੇ ਅਗਲੇ ਘਰ ਚੱਲ ਜੂਗੀ, ਤਾਂ ਉੱਥੇ ਉਹਨਾਂ ਨੂੰ ਹੁੰਦਾ ਸੀ ਕਿ ਮੁੰਡਾ ਗੋਦ ਮਿਲੇ। ਪਰ ਜੋ ਕਿ ਚੀਜ਼ ਕਿਉਂਕਿ ਕੁੜੀਆਂ ਫਿਰ ਵੀ ਤੁਹਾਨੂੰ ਮਤਲਬ ਈਜ਼ੀ ਆ ਗੋਦ ਲੈਣ 'ਚ, ਕਿਉਂਕਿ ਉਹ ਤੁਹਾਡੇ ਵਾਲੀ ਗੱਲ ਕਿ ਆਰਥਿਕ ਤੰਗੀਆਂ ਕਰਕੇ ਕੁਝ ਲੋਕ ਸੋਚਦੇ ਆ ਕਿ ਅਸੀਂ ਨਹੀਂ ਸ਼ਾਇਦ ਵਿਆਹ ਸ਼ਾਦੀ ਕਰ ਪਾਵਾਂਗੇ, ਪਰ ਫਿਰ ਜਦੋਂ ਤੁਸੀਂ ਚਾਹਤ ਹੀ ਮੁੰਡੇ ਦੀ ਰੱਖ ਰਹੇ ਹੋ ਤਾਂ ਫਿਰ ਤਾਂ ਉਹ ਚੀਜ਼ ਵੀ ਬਹੁਤ ਮੁਸ਼ਕਿਲ ਹੋ ਜਾਂਦੀ ਆ। ਬਿਲਕੁਲ। ਇੱਕ ਮੈਂ ਇਹ ਵੀ ਗੱਲ ਕਰਨਾ ਚਾਹੂੰਗੀ, ਤੁਸੀਂ ਵੀ ਜ਼ਿਕਰ ਕਰਦੇ ਹੁੰਦੇ ਆਪਣੀ ਗੱਲਬਾਤ ਦੇ ਵਿੱਚ, ਚਲੋ ਇੱਕ ਪੁਆਇੰਟ ਤਾਂ ਇਹ ਵੀ ਹੋ ਗਿਆ ਕਿ ਕਈ ਵਾਰ ਬੱਚਾ ਨਾ ਹੋਣ ਦਾ ਕਾਰਨ
ਹਸਬੈਂਡ ਵੀ ਹੁੰਦਾ ਹੈ ਕਿ ਉਹਨਾਂ ਦੀ ਫਿਜ਼ੀਕਲ ਕੈਪੇਬਿਲਿਟੀ ਨਹੀਂ ਹੁੰਦੀ ਕਿ ਜਾਂ ਕੋਈ ਵੀ ਕਹਿ ਲਓ ਸਰੀਰਕ ਦਿੱਕਤ ਕਰਕੇ ਜਾਂ ਕੁਝ ਵੀ ਕਰਕੇ ਵੀ ਉਹ ਪਿਓ ਨਹੀਂ ਬਣ ਸਕਦੇ ਹੈਗੇ, ਤਾਂ ਕਿ ਇੱਕ ਪਾਸੇ ਇਹ ਵੀ ਹੁੰਦਾ ਹੈ ਕਿ ਔਰਤ ਤਾਂ ਚਲੋ ਸਫਰ ਕਰਦੀ ਆ ਜੋ ਚੀਜ਼ਾਂ ਸੁਣਦੀ ਆ ਵੀ ਤੇਰੇ ਬੱਚਾ ਨਹੀਂ ਹੋ ਰਿਹਾ ਜਾਂ ਤੂੰ ਮਾਂ ਨਹੀਂ ਬਣ ਪਾ ਰਹੀ ਹੈਗੀ, ਤਾਨੇ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਉਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਮਰਦਾਂ ਦਾ ਦੂਸਰਾ ਪੱਖ ਆ ਕਿ ਉਹ ਪ੍ਰਭਾਵਿਤ ਹੁੰਦੇ ਨੇ ਉਸ ਚੀਜ਼ ਤੋਂ, ਉਹ ਵੀ ਸਫਰ ਕਰਦੇ ਨੇ। ਕੋਈ ਇਦਾਂ ਦਾ ਕੇਸ ਤੁਹਾਨੂੰ ਮਿਲਿਆ? ਹਾਂਜੀ ਬਿਲਕੁਲ, ਕਿਉਂਕਿ ਇਹਦਾ ਸਭ ਤੋਂ ਵੱਡਾ ਫਿਰ ਰਿਜ਼ਲਟ ਕੀ ਨਿਕਲ ਕੇ ਆਉਂਦਾ ਕਿ ਬਹੁਤ ਸਾਰੇ ਨਾ, ਮੈਂ ਖੁਦ ਵੀ ਇਹ ਚੀਜ਼ ਕਹਿ ਸਕਦੀ ਹਾਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਆਦਮੀ ਕਦੇ ਨਹੀਂ ਚਾਹੁੰਦਾ ਹੁੰਦਾ ਆਪਦੀ ਕਿ ਉਹਦੀ ਜਿਹੜੀ ਪਤਨੀ ਆ ਉਹ ਡਿਸਟਰਬ ਹੋਵੇ, ਉਹ ਫਿਰ ਵੀ ਕਿਤੇ ਨਾ ਕਿਤੇ ਇਮੋਸ਼ਨਲੀ ਉਹਦੇ ਨਾਲ ਅਟੈਚ ਹੁੰਦਾ। ਬਿਲਕੁਲ। ਤੇ ਜਦੋਂ ਆਦਮੀਆਂ ਨੂੰ ਵੀ ਇਹ ਚੀਜ਼, ਪਰ ਬਹੁਤ ਘੱਟ ਕਹੀ ਜਾਂਦੀ ਆ, ਔਰਤਾਂ ਨੂੰ ਜ਼ਿਆਦਾ ਕਹੀ ਜਾਂਦੀ ਆ, ਫਿਰ ਜਦੋਂ ਉਹਨਾਂ ਨੂੰ ਇਹ ਚੀਜ਼ ਕਹੀ ਜਾਂਦੀ ਆ, ਕੁਛ ਇਹ ਲਾ ਲਓ ਕਿ ਥੋੜ੍ਹਾ ਜਿਹਾ ਆਦਮੀਆਂ 'ਚ ਇੱਕ ਨਾ ਨੈਚੁਰਲ ਆ ਕਿ ਉਹ ਸੁਣਨਾ ਘੱਟ ਪਸੰਦ ਕਰਦੇ ਆ, ਫਿਰ ਉਹ ਕਿਤੇ ਨਾ ਕਿਤੇ ਅਗਰ ਕੋਈ ਪਿੰਡ 'ਚ ਰਹਿ ਰਿਹਾ ਤਾਂ ਉਹ ਅੱਕ ਦਾ ਮਾਰਾ ਸ਼ਹਿਰ 'ਚ ਮੂਵ ਹੋ ਜਾਂਦਾ, ਤੇ ਜਾਂ ਫਿਰ ਥੋੜਾ ਜਿਹਾ ਲੜਾਈ ਝਗੜੇ ਸਟਾਰਟ ਹੋ ਜਾਂਦੇ ਆ ਫੈਮਿਲੀ 'ਚ। ਪਰ ਫਿਰ ਵੀ ਇੰਨੇ ਜ਼ਿਆਦਾ ਮੇਰੇ ਇਹਦੇ ਕੇਸਿਸ 'ਚ ਨਾ ਆਦਮੀਆਂ ਨੂੰ ਮੈਂ ਨਹੀਂ ਦੇਖਿਆ ਕਿ ਇੰਨੇ ਜ਼ਿਆਦਾ ਪਰੇਸ਼ਾਨ ਹੁੰਦੇ, ਔਰਤਾਂ ਨੂੰ ਹੀ ਜ਼ਿਆਦਾ ਪਰੇਸ਼ਾਨ ਕਰਿਆ ਜਾਂਦਾ ਇਹਨਾਂ ਚੀਜ਼ਾਂ 'ਚ। ਬਿਲਕੁਲ। ਤੇ ਫਾਈਨਲੀ ਮੈਂ ਗੱਲ ਕਰਨੀ ਚਾਹੂੰਗੀ ਕਿ ਚੀਜ਼ਾਂ ਕਿਵੇਂ ਸੌਖੀਆਂ ਹੋ ਸਕਦੀਆਂ ਨੇ। ਚਲੋ ਵੀ ਮੰਨ ਵੀ ਲਿਆ ਕਿਸੇ ਨੂੰ ਬੱਚੇ ਦੀ ਬਹੁਤ ਜ਼ਿਆਦਾ ਚਾਹਤ ਆ, ਤਾਂ ਉਹ ਲੇਡੀ ਮਤਲਬ ਸਾਰੀ ਫਿਜ਼ੀਕਲ ਪੇਨ ਲੈਣ ਦੇ ਲਈ ਵੀ ਤਿਆਰ ਆ, ਤਾਂ ਪਿੱਛੋਂ ਫੈਮਿਲੀ, ਖਾਸ ਤੌਰ 'ਤੇ ਉਹਦਾ ਪਾਰਟਨਰ ਉਹਨੂੰ ਕਿਵੇਂ ਸਪੋਰਟ ਕਰ ਸਕਦਾ? ਸਭ ਤੋਂ ਜ਼ਿਆਦਾ ਜ਼ਰੂਰੀ ਮਾਹੌਲ ਕੀ ਬਣ ਜਾਂਦਾ ਉੱਥੇ ਵੀ ਜਿਹੜਾ ਸਾਨੂੰ ਉਸ ਔਰਤ ਨੂੰ ਦੇਣਾ ਚਾਹੀਦਾ? ਦੇਖੋ ਮੈਮ, ਪਹਿਲੀ ਗੱਲ ਤਾਂ ਨਾ ਮਤਲਬ ਆਪਣੇ ਸਮਾਜ ਨੂੰ ਨਾ ਇਹ ਚੀਜ਼ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਇੱਕ ਬੱਚਾ ਲੈਣਾ, ਬੱਚਾ ਹੋਣਾ, ਇਹ ਜਿਹੜਾ ਡਿਸੀਜ਼ਨ ਆ ਇੱਕ ਹਸਬੈਂਡ ਵਾਈਫ ਤੱਕ ਹੀ ਹੋਣਾ ਚਾਹੀਦਾ। ਤੁਸੀਂ ਕੈਨੇਡਾ 'ਚ ਦੇਖ ਲਓ ਜਾਂ US 'ਚ ਦੇਖ ਲਓ, ਬਹੁਤ ਸਾਰੇ ਇੱਦਾਂ ਦੇ ਪੇਰੈਂਟਸ ਆ ਕਿ ਜਿਹੜੇ ਖੁਦ ਹੀ ਬੱਚਾ ਨਹੀਂ ਲੈਣਾ ਚਾਹੁੰਦੇ, ਜਾਂ ਤਾਂ ਉਹ ਇਹ ਕਹਿੰਦੇ ਆ ਕਿ ਅਸੀਂ ਰੈਡੀ ਨਹੀਂ ਗੇ, ਜਾਂ ਫਿਰ ਅਸੀਂ ਮਤਲਬ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ, ਜਾਂ ਫਿਰ ਅਡੋਪਟ ਕਰ ਲਾਂਗੇ ਜਦੋਂ ਜ਼ਰੂਰਤ ਲੱਗੀ ਤਾਂ। ਹੁਣ ਆਪਣੇ ਸਮਾਜ 'ਚ ਪ੍ਰੋਬਲਮ ਕੀ ਆ ਕਿ ਪ੍ਰੋਬਲਮ ਉੱਥੋਂ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਫੈਮਿਲੀ ਤੇ ਬਾਹਰ ਦੇ ਲੋਕ ਆਪਣੀਆਂ ਸਲਾਹਾਂ ਦੇਣ ਲੱਗ ਜਾਂਦੇ ਆ। ਅਗਰ ਇਹ ਡਿਸੀਜ਼ਨ ਤੁਸੀਂ ਇੱਕ ਕਪਲ ਤੇ ਛੱਡ ਦਿਓ ਤਾਂ ਉਹ ਸ਼ਾਇਦ ਪ੍ਰੋਬਲਮ ਕਦੀ ਆਊਗੀ ਹੀ ਨਹੀਂ। ਉਹ ਹਮੇਸ਼ਾ ਇਹੀ ਹੋਊਗਾ ਕਿ ਆਪਸ ਦੀ ਅੰਡਰਸਟੈਂਡਿੰਗ 'ਚੋਂ ਚੀਜ਼ਾਂ ਹੋ ਜਾਣਗੀਆਂ, ਸੌਟ ਆਊਟ ਹੋ ਜਾਣਗੀਆਂ। ਕਿਉਂਕਿ ਜਿਹੜੇ ਅਸੀਂ ਹੁਣ ਇਹਨਾਂ 'ਚ ਵੀ ਦੇਖਿਆ ਸੀਗਾ, ਜਿਹੜੀਆਂ ਔਰਤਾਂ ਫੈਮਿਲੀ 'ਚ ਰਹਿ ਰਹੀਆਂ ਉਹੀ ਕਿਉਂ ਡਿਪਰੈਸਡ ਨੇ? ਅੱਛਾ। ਹਮੇਸ਼ਾ ਤੁਸੀਂ ਇਹ ਸਾਡਾ ਇੱਕ ਹੁੰਦਾ ਸੀ ਕਿ ਇੱਕ ਤਾਂ ਜਿਹੜੇ ਹਸਬੈਂਡ ਵਾਈਫ ਅਲੱਗ ਰਹਿ ਰਹੇ ਆ, ਇੱਕ ਜਿਹੜੇ ਫੈਮਿਲੀ 'ਚ ਰਹਿ ਰਹੇ ਆ, ਤੇ ਡਿਪਰੈਸ ਤਾਂ ਉਹੀ ਨੇ ਜਿਹੜੇ ਫੈਮਿਲੀ 'ਚ ਰਹਿ ਰਹੇ ਆ। ਇੱਕ ਨਿਊਕਲੀਅਰ ਫੈਮਿਲੀ ਵਾਲਾ ਇਨਸਾਨ ਡਿਪਰੈਸਡ ਕਿਉਂ ਨਹੀਂਗਾ? ਉਹਦਾ ਰੀਜ਼ਨ ਕੀ ਆ ਕਿ ਠੀਕ ਆ, ਤੁਸੀਂ ਆਪਸ 'ਚ ਕਈ ਵਾਰ ਤੁਹਾਡਾ ਹੋ ਵੀ ਜਾਂਦਾ, ਕੁਝ ਇਸ਼ੂਜ਼ ਵੀ ਹੋ ਜਾਂਦੇ ਆ, ਫਿਰ ਵੀ ਤੁਸੀਂ ਦੋ ਜਣੇ ਹੋ ਘਰ 'ਚ, ਗੱਲਬਾਤ ਕਰਦੇ ਹੋ, ਥੋੜਾ ਬਾਹਰ ਨਿਕਲ ਗਏ, ਘੁੰਮ ਫਿਰ ਲਏ, ਤੁਸੀਂ ਫਿਰ ਥੋੜੇ ਟਾਈਮ ਬਾਅਦ ਉਸੇ ਟਾਈਪ ਦੇ ਹੋ ਜਾਓਗੇ। ਹੁਣ ਇੱਕ ਨਾ ਔਰਤ ਨੇ ਬਹੁਤ ਸੋਹਣੀ ਚੀਜ਼ ਬੋਲੀ ਸੀ ਕਿ ਕਹਿੰਦੀ ਕਿ ਮੇਰੇ ਹਸਬੈਂਡ ਤਾਂ ਅਲੱਗ ਰਹਿੰਦੇ ਸੀ, ਉਹ ਹਸਬੈਂਡ ਵਾਈਫ ਦੋਨੋਂ, ਕਹਿੰਦੇ ਕਿ ਹਾਂ ਠੀਕ ਆ ਬੱਚਾ ਨਹੀਂ ਹੋ ਰਿਹਾ, ਕਹਿੰਦੇ ਕੋਈ ਗੱਲ ਨਹੀਂ, ਮੇਰੇ ਹਸਬੈਂਡ ਤਾਂ ਮੈਨੂੰ ਕਹਿੰਦੇ ਕਿ ਮੇਰਾ ਬੱਚਾ ਤਾਂ ਤੂੰ ਹੀ ਆ, ਮੈਨੂੰ ਤਾਂ ਤੂੰ ਹੀ ਬੱਚਿਆਂ ਵਰਗੀ ਆ। ਤਾਂ ਆਟੋਮੈਟਿਕਲੀ ਉਸ ਔਰਤ ਨੂੰ ਡਿਪਰੈਸ਼ਨ ਕਿਉਂ ਹੋਊਗਾ? ਕਿਉਂਕਿ ਜਦੋਂ ਉਹਨੂੰ ਆਪਦੇ ਹਸਬੈਂਡ ਦਾ ਇੰਨਾ ਜ਼ਿਆਦਾ ਸਪੋਰਟ ਮਿਲ ਰਿਹਾ, ਤਾਂ ਅਸੀਂ ਐਂਡ 'ਚ ਉਹੀ ਚੀਜ਼ ਦੇਖੀ ਕਿ ਹਸਬੈਂਡ ਦਾ ਸਪੋਰਟ ਕਰਨਾ ਬਹੁਤ ਜ਼ਰੂਰੀ ਆ। ਕਿ ਅਗਰ ਜੁਆਇੰਟ ਫੈਮਿਲੀ 'ਚ ਵੀ ਕੋਈ ਰਹੇ ਤਾਂ ਹਸਬੈਂਡ ਨੂੰ ਥੋੜ੍ਹਾ ਜਿਹਾ ਬੈਲੈਂਸ ਬਣਾ ਕੇ ਚੱਲਣਾ ਪਊਗਾ, ਇੱਕ ਆਪਦੀ ਵਾਈਫ ਲਈ ਸਟੈਂਡ ਲੈਣਾ ਪਊਗਾ ਕਿ ਨਹੀਂ, ਅਗਰ ਬੱਚਾ ਨਹੀਂ ਹੋ ਰਿਹਾ, ਅਗਰ ਔਰਤ ਉਹਨਾਂ ਦੀ ਕਮੀਆਂ ਛੁਪਾ ਸਕਦੀ ਹੈ ਤਾਂ ਆਦਮੀ ਨੂੰ ਵੀ ਆਪ ਦੇ ਉੱਪਰ ਕੁਝ ਚੀਜ਼ਾਂ ਲੈਣੀਆਂ ਚਾਹੀਦੀਆਂ, ਉਹਨਾਂ ਲਈ ਸਟੈਂਡ ਜ਼ਰੂਰ ਲੈਣਾ ਚਾਹੀਦਾ। ਦੂਸਰੀ ਚੀਜ਼ ਇਹ ਹੋਗੀ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਔਰਤਾਂ ਨੂੰ ਹੀ ਸਮਝਣਾ ਬਹੁਤ ਜ਼ਰੂਰੀ ਆ। ਅਗਰ ਫੈਮਿਲੀ ਦੀਆਂ ਔਰਤਾਂ ਇਹ ਚੀਜ਼ ਸਮਝ ਜਾਣ ਨਾ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਖੜੇ ਆ, ਚਾਹੇ ਉਹ ਮੈਂ ਆ, ਮੇਰੇ ਅਗਰ ਭਾਬੀ ਨੇ, ਤਾਂ ਅਗਰ ਮੈਂ ਹਮੇਸ਼ਾ ਇਹ ਕਹੂੰਗੀ ਕੋਈ ਗੱਲ ਨਹੀਂ, ਤਾਂ ਬਾਹਰ ਵਾਲੇ ਦੀ ਹਿੰਮਤ ਨਹੀਂ ਹੁੰਦੀ ਕਿ ਕੋਈ ਕੁਝ ਬੋਲ ਜੇ। ਹਮੇਸ਼ਾ ਕਿਹਾ ਜਾਂਦਾ ਨਾ, ਅਗਰ ਤੁਹਾਡੀ ਫੈਮਿਲੀ ਪੋਜ਼ਿਟਿਵ ਆ ਨਾ, ਤਾਂ ਬਾਹਰ ਵਾਲੇ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਡੇ ਤੇ ਕੋਈ ਉਂਗਲ ਚੱਕ ਜੇ। ਤਾਂ ਆਪਦੀ ਘਰ ਦੇ ਜਿਹੜੇ 4 ਮੈਂਬਰ ਆ ਨਾ, ਉਹਨਾਂ ਦਾ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਆ, ਤਾਂ ਇਹਦੇ ਥਰੂ ਆਪਾਂ ਥੋੜਾ ਖਤਮ ਕਰ ਸਕਦੇ ਹਾਂ। ਫਿਰ ਮੈਂ ਡਾਕਟਰਸ ਲਈ ਵੀ, ਹਸਪੀਟਲ 'ਚ ਵੀ ਇਹ ਚੀਜ਼ ਜ਼ਰੂਰ ਉਹ ਕਹਿਣਾ ਚਾਹੂੰਗੀ ਕਿ ਥੋੜਾ ਜਿਹਾ ਇੱਦਾਂ ਦੇ ਕੁਝ ਨਾ ਕਾਉਂਸਲਰਸ ਹੋਣੇ ਚਾਹੀਦੇ ਆ। ਵੈਸੇ ਤਾਂ ਕਾਫੀ ਸਾਰੇ NGOs ਵਗੈਰਾ ਕੰਮ ਕਰ ਰਹੇ ਆ ਇਸ ਚੀਜ਼ ਤੇ,
ਪ੍ਰੋਜੈਕਟਸ ਚੱਲ ਰਿਹਾ ਤਾਂ ਸਾਈਕੋਲੋਜਿਸਟ ਵਗੈਰਾ ਹੁੰਦੇ ਆ, ਦਿੱਲੀ 'ਚ ਤਾਂ ਹੈਗੇ ਆ ਕਾਫੀ ਸਾਰੇ ਹਸਪੀਟਲਸ ਕੀ, ਕਿਉਂਕਿ ਐਦਾਂ ਦੀਆਂ ਔਰਤਾਂ ਨਾ ਸਿਰਫ ਇਹੀ ਟਰਾਈ ਕਰ ਰਹੀਆਂ ਹੁੰਦੀਆਂ ਕਿ ਜਦੋਂ ਅਸੀਂ OPD 'ਚ ਵੇਟ ਕਰ ਰਹੇ ਆ ਨਾ ਤਾਂ ਸਾਡੇ ਨਾਲ ਆ ਕੇ ਕੋਈ ਗੱਲ ਕਰ ਲੇ। ਅਸੀਂ ਬਾਈ ਚਾਂਸ ਇੱਕ ਦਿਨ ਮੈਂ ਨਹੀਂ ਜਾਂਦੀ ਸੀ OPD 'ਚ ਤਾਂ ਮੈਨੂੰ ਫੋਨ ਕਰਦੀਆਂ ਸੀ, ਮੈਡਮ ਤੁਸੀਂ ਆਏ ਨਹੀਂ ਅੱਜ, ਕਿਉਂਕਿ ਉਹਨਾਂ ਨੂੰ ਐਦਾਂ ਹੁੰਦਾ ਸੀ ਕਿ ਜਿਹੜਾ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਹਰ ਟਿਊਜ਼ਡੇ OPD ਹੁੰਦੀ ਸੀ, ਅਗਰ ਸਾਡੇ ਮਨ 'ਚ ਕੋਈ ਗੱਲ ਆ ਤਾਂ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤਾਂ ਸਾਡਾ ਥੋੜਾ ਜਿਹਾ ਨਾ ਹਲਕਾ ਹੋ ਜਾਊਗਾ ਦਿਮਾਗ। ਤੇ ਇਹ ਬਹੁਤ ਜ਼ਰੂਰੀ ਆ। ਮਤਲਬ ਮੈਂ ਇਹੀ ਕਹਿਣਾ ਚਾਹੂੰਗੀ ਮੈਂਟਲ ਹੈਲਥ ਲਈ, ਮਤਲਬ ਕਹਿਣਾ ਬਹੁਤ ਸੌਖਾ, ਆਪਾਂ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਆ ਮੈਂਟਲ ਹੈਲਥ ਵਧੀਆ ਹੋਣੀ ਚਾਹੀਦੀ ਆ, ਸਿਰਫ ਆਪਾਂ ਬੋਲਦੇ ਆ, ਪਰ ਜੇ ਆਪਾਂ ਆਪਸ 'ਚ ਸਿਰਫ ਗੱਲ ਹੀ ਕਰੀਏ ਨਾ ਤਾਂ ਉਹੀ ਬਹੁਤ ਵੱਡਾ, ਮਤਲਬ ਇਨਸਾਨ ਕਦੀ ਸਟ੍ਰੈਸ ਜਾਂ ਫਿਰ ਕਦੀ ਡਿਪਰੈਸ਼ਨ 'ਚ ਤਾਂ ਜਾਊਗਾ ਹੀ ਨਹੀਂ। ਆਪਸ 'ਚ ਗੱਲ ਕਰਨੀ ਬਹੁਤ ਜ਼ਰੂਰੀ ਆ, ਚਾਹੇ ਉਹ ਤੁਹਾਡੇ ਫਰੈਂਡਸ ਹੋਣ, ਚਾਹੇ ਉਹ ਤੁਹਾਡੇ ਲਾਈਫ ਪਾਰਟਨਰ ਹੋਏ ਜਾਂ ਫਿਰ ਕਿਸੇ ਬਾਹਰ ਵਾਲੇ ਨਾਲ ਹੀ ਕਰੋ। ਤੇ ਇਹਨਾਂ ਚੀਜ਼ਾਂ ਦੇ ਥਰੂ ਕਿਤੇ ਨਾ ਕਿਤੇ ਆਪਾਂ ਥੋੜਾ ਜਿਹਾ ਚੇਂਜ ਲਿਆ ਸਕਦੇ ਆ ਕਿ ਆਪਾਂ ਉਹਨਾਂ ਥੋੜ੍ਹੀਆਂ ਜਿਹੀ ਔਰਤਾਂ ਨੂੰ ਕਮ ਸੇ ਕਮ, ਆਪਾਂ ਬਰਾਬਰ ਦਾ ਦਰਜਾ ਨਹੀਂ ਦੇ ਸਕਦੇ ਨਾ, ਤਾਂ ਉਹਨਾਂ ਨੂੰ ਕਮ ਸੇ ਕਮ ਐਦਾਂ ਤਾਂ ਨਾ ਫੀਲ ਕਰਾਈਏ ਕਿ ਤੁਸੀਂ ਇਸ ਫੈਮਿਲੀ 'ਚ ਐਗਜ਼ਿਸਟ ਹੀ ਨਹੀਂ ਕਰਦੇ, ਤੁਹਾਡਾ ਕੋਈ ਵਜੂਦ ਹੀ ਨਹੀਂ ਆ। ਅੱਜ ਤਾਂ ਆਪਾਂ ਉਹਨਾਂ ਨੂੰ ਇਹ ਫੀਲ ਕਰਵਾ ਰਹੇ ਹਾਂ ਵਾਰ-ਵਾਰ ਕਿ ਜੇ ਬੱਚਾ ਹੁੰਦਾ ਤਾਂ ਤੂੰ ਇੱਥੋਂ ਦੀ ਮਹਾਰਾਣੀ ਸੀ, ਪਰ ਜੇ ਤੂੰ ਨਹੀਂ ਮਾਂ ਬਣ ਪਾਈ ਤਾਂ ਤੂੰ ਕੁਛ ਨਹੀਂ ਲੱਗਦੀ। ਇਹ ਐਕਚੁਅਲ 'ਚ ਚੀਜ਼ਾਂ ਹੈਗੀਆਂ। ਬਿਲਕੁਲ, ਜੇ ਬੱਚਾ ਹੋ ਵੀ ਜਾਂਦਾ, ਜੇ ਕੁੜੀ ਹੋ ਗਈ ਤਾਂ ਬਿਲਕੁਲ। ਤੁਹਾਨੂੰ ਇਹ ਵੀ ਤੁਸੀਂ ਹੁਣ ਗੱਲ ਕਰੀਏ ਹੈ ਨਾ, ਤੁਸੀਂ ਮੰਨੋਗੇ ਅਗਰ ਕੋਈ ਔਰਤ 7-8 ਸਾਲ ਪਹਿਲਾਂ ਹੀ ਲੜ ਰਹੀ ਹੈ ਇਸ ਚੀਜ਼ ਨਾਲ, ਜੇ ਉਹਨੇ ਕਿਸੇ ਕੁੜੀ ਨੂੰ ਜਨਮ ਦੇਤਾ ਤਾਂ ਉਹਦੇ ਲਈ ਹੋਰ ਟੈਨਸ਼ਨ। ਫਿਰ ਉਹਨੂੰ ਦੇਖੋ, ਅਗਰ ਮੁੰਡੇ ਨੂੰ ਜਨਮ ਦੇਤਾ ਫਿਰ ਤਾਂ ਉੱਥੇ ਗੱਲ ਖਤਮ ਹੋ ਜਾਂਦੀ ਹੈ ਕਿ ਚਲੋ ਕੋਈ ਨਹੀਂ, ਦੂਸਰਾ ਬੱਚਾ ਹੋਇਆ ਤਾਂ ਠੀਕ ਆ, ਨਹੀਂ ਹੋਇਆ ਤਾਂ ਕੋਈ ਗੱਲ ਨਹੀਂ। ਅਗਰ ਬਾਈ ਚਾਂਸ ਕੁੜੀ ਹੋ ਗਈ ਤਾਂ ਉਹ ਦੇਖੋ ਇੱਕ ਇੰਨਾ ਹੈ ਨਾ ਟਰੋਮਾ 'ਚ ਪਹਿਲੇ ਗੁਜ਼ਰ ਰਹੀ ਹੁੰਦੀ ਹੈ ਇੰਨਾ ਟਾਈਮ, ਫਿਰ ਉਹਨੂੰ ਹੋਰ ਟੈਨਸ਼ਨ ਹੋ ਜਾਂਦੀ ਹੈ ਕਿ 2 ਸਾਲ ਬਾਅਦ ਫਿਰ ਮੈਨੂੰ ਟਰਾਈ ਕਰਨਾ ਪੈਣਾ, ਕਿਉਂਕਿ ਉਸੇ ਦਿਨ ਤੋਂ ਗੱਲ ਕਹਿਣੀ ਸ਼ੁਰੂ ਹੋ ਜਾਂਦੀ ਆ ਕਿ ਹੁਣ ਤਾਂ ਸਾਨੂੰ ਮੁੰਡੇ ਦਾ ਮੂੰਹ ਦਿਖਾ ਦੇ। ਤਾਂ ਇਹ ਚੀਜ਼ਾਂ ਪਤਾ ਨਹੀਂ ਕਿਉਂ ਬਟ ਕਿ ਲੋਕ ਸਮਝਣ ਲਈ ਤਿਆਰ ਹੀ ਨਹੀਂ ਗਏ। ਥੋੜ੍ਹੇ ਮਹੀਨੇ ਪਹਿਲਾਂ ਨਾ ਸਾਡੇ ਗਾਂ ਤੋਂ ਗਾਂ ਰਿਸ਼ਤੇਦਾਰੀ, ਦੂਰ ਦੀ ਕੋਈ ਰਿਸ਼ਤੇਦਾਰੀ ਪੈਂਦੀ ਸੀਗੀ, ਅਤੇ ਮੇਰੇ ਮਦਰ ਇਨ ਲਾਅ ਦੇ ਗਾਹਾਂ ਕੋਈ ਕਜ਼ਨ, ਤਾਂ ਉਹਨਾਂ ਦੀਆਂ ਗਾਂ ਕੋਈ ਜਠਾਣੀ ਦੀ, ਪਤਾ ਨਹੀਂ ਨਣਦ ਦੀ ਕੋਈ ਕੁੜੀ ਸੀਗੀ, ਤਾਂ ਉਹਨਾਂ ਦੇ ਬੱਚਾ ਹੋਣ ਵਾਲਾ ਸੀਗਾ ਅਤੇ ਉਹ ਕੁੜੀ ਨੇ ਸੁਸਾਈਡ ਕਰ ਲਿਆ। ਸੁਸਾਈਡ ਦਾ ਰੀਜ਼ਨ ਇਹ ਸੀਗਾ ਵੀ ਉਹਦੀ ਮਦਰ ਇਨ ਲਾਅ ਵੱਲੋਂ, ਉਹਦੀ ਸੱਸ ਵੱਲੋਂ ਉਹਨੂੰ ਇਸ ਚੀਜ਼ ਲਈ ਮਜਬੂਰ ਕੀਤਾ ਜਾ ਰਿਹਾ ਸੀਗਾ ਕਿ ਤੁਸੀਂ ਜਾ ਕੇ ਚੈੱਕ ਕਰਵਾਓ ਵੀ ਤੁਸੀਂ ਮੁੰਡਾ ਹੋਣ ਵਾਲਾ ਜਾਂ ਕੁੜੀ ਹੋਣ ਵਾਲੀ ਹੈ ਨਾ, ਤਾਂ ਉਹ ਇਸ ਚੀਜ਼ ਲਈ ਰਾਜੀ ਨਹੀਂ ਸੀ। ਤੁਸੀਂ ਇਹ ਦੇਖੋ ਵੀ ਉਹਨੂੰ ਕਿਸ ਹੱਦ ਤੱਕ ਪ੍ਰੈਸ਼ਰਾਈਜ਼ ਕੀਤਾ ਗਿਆ ਹੋਊਗਾ ਵੀ ਉਹਨੇ ਮਤਲਬ ਸੁਸਾਈਡ ਹੀ ਕਰ ਲਿਆ। ਇਹੀ ਚੀਜ਼ਾਂ ਨੇ ਨਾ ਆਪਾਂ ਕਹਿੰਦੇ ਆ ਵੀ ਨਹੀਂ ਇਹ ਤਾਂ ਮਤਲਬ ਤੁਸੀਂ ਬੈਠ ਕੇ ਫਾਲਤੂ ਦੇ, ਕਈ ਵਾਰ ਆਡੀਅנס 'ਚੋਂ ਵੀ ਲੋਕੀ ਕਹਿ ਜਾਂਦੇ ਨੇ ਜਿਨ੍ਹਾਂ ਨੇ ਨਹੀਂ ਇਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਜਾਂ ਨਹੀਂ ਕਦੇ ਉਹ ਇੱਦਾਂ ਦੇ ਇਨਸਾਨ ਨੂੰ ਮਿਲੇ ਹੁੰਦੇ ਜਿਹੜਾ ਉਸ ਚੀਜ਼ਾਂ ਦੇ ਵਿੱਚੋਂ ਦੀ ਲੰਘ ਰਿਹਾ ਨਾ, ਕਿ ਤੁਸੀਂ ਫਾਲਤੂ ਜਾਂ ਬਹੁਤ ਤਾਂ ਸਮਾਂ ਪਹਿਲਾਂ ਦੀਆਂ ਗੱਲਾਂ ਹੁੰਦੀਆਂ ਸੀ, ਅੱਜ ਕੱਲ੍ਹ ਕੋਈ ਨਹੀਂ ਇੱਦਾਂ ਸੋਚਦਾ। ਪਰ ਅੱਜ ਕੱਲ੍ਹ ਵੀ ਲੋਕੀ ਇੱਦਾਂ ਸੋਚਦੇ ਨੇ, ਪੜ੍ਹਨ ਲਿਖਣ ਦੇ ਬਾਵਜੂਦ, ਚੰਗੀਆਂ ਫੈਮਲੀਜ਼ ਨੂੰ ਬਿਲੋਂਗ ਕਰਨ ਦੇ ਬਾਵਜੂਦ ਵੀ ਲੋਕੀ ਇਹ ਸੋਚਦੇ ਨੇ। ਮੇਰੇ ਨਾਲ ਵੀ ਇਹ ਐਕਸਪੀਰੀਅੰਸ ਹੋਇਆ ਵੀ ਜਦੋਂ ਮੈਂ ਆਪਦੀ ਬੇਟੀ ਨੂੰ ਕਿਤੇ ਲੈ ਕੇ ਜਾਂਦੀ ਸੀ, ਕਹਿੰਦੇ ਹੁੰਦੇ ਸੀ ਇਹ ਪਹਿਲਾਂ ਸਾਨੂੰ ਐਂ ਦੱਸੋ ਇਹ ਚੀਜ਼ ਕੀ ਹੈ। ਮੈਂ ਕਹਿੰਦੀ ਸੀ ਚੀਜ਼ ਨਹੀਂ, ਇਹ ਬੱਚਾ ਆ, ਹੈ ਨਾ। ਤਾਂ ਉਹ ਕਹਿੰਦੇ ਸੀਗੇ ਚੱਲ ਕੋਈ ਨਾ, ਰੱਬ ਗਾਹ ਨੂੰ ਤੁਹਾਨੂੰ ਜੀ ਦੇਵੇ। ਮੈਂ ਕਹਿੰਦੀ ਸੀ ਫਿਰ ਇਹ ਕੀ ਆ, ਹੈ ਨਾ। ਮੈਂ ਤੁਹਾਨੂੰ ਕਿਹਾ ਕਿ ਆਪਾਂ ਨੂੰ ਲੱਗਦਾ ਕਿ ਸਮਾਜ ਬਦਲ ਗਿਆ, ਪਰ ਮੈਨੂੰ ਇੱਦਾਂ ਲੱਗਦਾ ਕਿ ਅੱਜ ਤੋਂ 20 ਸਾਲ ਪਹਿਲਾਂ ਸਮਾਜ ਫਿਰ ਵੀ ਠੀਕ ਸੀ। ਉਦੋਂ ਫਿਰ ਵੀ ਅਗਰ ਕਿਸੇ ਦੇ 2 ਜਾਂ 3 ਕੁੜੀਆਂ ਹੋ ਜਾਂਦੀਆਂ ਸੀ ਤਾਂ ਐਦਾਂ ਨਹੀਂ ਕਿਹਾ ਜਾਂਦਾ ਸੀਗਾ ਕਿ ਅੱਛਾ ਕੁੜੀਆਂ, ਹੁਣ ਪਹਿਲੀ ਕੁੜੀ ਵੀ ਹੋ ਗਈ ਤਾਂ ਲੋਕ ਨਾ ਵਧਾਈ ਦੇਣ ਨਹੀਂ ਆਉਂਦੇ, ਇੱਕ ਦਿਲਾਸਾ ਦੇਣ ਆਉਂਦੇ ਆ, ਕੋਈ ਨਾ ਕਦੀ ਤਾਂ ਚੰਗੀ ਚੀਜ਼ ਆਊਗੀ, ਕਦੇ ਤਾਂ ਰੱਬ ਸੁਣੂਗਾ। ਤੇ ਇਹ ਦੇਖੋ ਤੁਸੀਂ ਵੀ ਕਿੰਨਾ ਜ਼ਿਆਦਾ ਇੱਕ ਔਰਤ ਨੂੰ ਮਜਬੂਰ ਕੀਤਾ ਜਾਂਦਾ। ਵੈਸੇ ਤਾਂ ਪਹਿਲੀ ਗੱਲ ਇਹ ਟੈਸਟ ਹੈ ਨਾ ਦੇਖਿਆ ਜਾਏ ਤਾਂ ਹੁੰਦੇ ਨਹੀਂ ਜਲਦੀ, ਜਗ੍ਹਾ ਲੱਭੀਆਂ ਜਾਂਦੀਆਂ। ਪਹਿਲਾਂ ਤਾਂ ਲੋਕ ਇੰਨੀ ਮਿਹਨਤ ਕਰਕੇ ਨਾ ਜਗ੍ਹਾ ਲੱਭਦੇ ਆ ਕਿ ਕਿੱਥੇ ਹੋ ਸਕਦਾ, ਕਿੱਥੇ ਕਰਵਾ ਸਕਦੇ ਆ, ਫਿਰ ਉਸ ਔਰਤ ਨੂੰ ਮਜਬੂਰ ਕੀਤਾ ਜਾਂਦਾ। ਕਿੰਨੀਆਂ ਔਰਤਾਂ ਮੈਂ ਐਦਾਂ ਵੀ ਦੇਖੀਆਂ ਕਿ 10-10 11-11 ਅਬੋਰਸ਼ਨਸ ਸਿਰਫ ਇੱਕ ਬੱਚਾ ਲੈਣ ਦੇ ਉਹਦੇ 'ਚ, ਤੇ ਉਹਦੇ ਸਰੀਰ 'ਚ ਪਿੱਛੋਂ ਰਹਿ ਕੀ ਜਾਂਦਾ, ਉਹਦੀ ਬੋਡੀ 'ਚ, ਇੱਕ ਫੀਮੇਲ ਦੀ ਬੋਡੀ 'ਚ ਕੁਝ ਨਹੀਂ ਬਚਦਾ। ਹਾਲਾਂਕਿ ਕਈ ਔਰਤਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਜਾਂਦਾ
ਕਿ ਅਗਰ ਤੁਸੀਂ ਇਹ 2 ਜਾਂ 3 ਅਬੋਰਸ਼ਨਸ ਤੋਂ ਬਾਅਦ ਵੀ ਹੁਣ ਵੀ ਤੁਸੀਂ ਟਰਾਈ ਕਰ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵੱਡਾ ਰਿਸਕ ਆ। ਪਰ ਔਰਤਾਂ ਪਤਾ ਨਹੀਂ ਕਿਉਂ ਕੁਝ ਕਹਿ ਲਓ ਕਿ ਹਨਾ, ਆਪਾਂ ਨੂੰ ਤੁਹਾਡੇ ਵਾਲੀ ਗੱਲ ਤਰ੍ਹਾਂ ਕਹਿਣਗੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਈਜ਼ੀ ਆ, ਕਿਉਂਕਿ ਔਰਤਾਂ ਕਹਿੰਦੀਆਂ ਕਿ ਦੇਖੋ ਤੁਸੀਂ ਫਿਰ ਵੀ ਪੜ੍ਹੇ ਲਿਖੇ ਹੋ, ਸਟੈਂਡ ਲੈ ਲੈਂਦੇ ਹੋ, ਠੀਕ ਹੈ, ਲੈ ਵੀ ਸਕਦੇ ਹੋ, ਕਮਾਉਂਦੇ ਹੋ। ਕਹਿੰਦੇ ਸਾਨੂੰ ਪਤਾ ਜੇ ਅਸੀਂ ਇਹਨਾਂ ਦੇ ਕਹਿਣ 'ਤੇ ਨਹੀਂ ਚੱਲੇ ਪਿੰਡਾਂ 'ਚ, ਜਾਂ ਤਾਂ ਸਾਨੂੰ ਇਹ ਮਤਲਬ ਤਾਨੇ ਦੇ ਕੇ ਮਾਰ ਦੇਣਗੇ, ਫਿਰ ਪੇਕਿਆਂ ਨੂੰ ਤਾਨੇ ਦਿੰਦੇ ਆ, ਕਹਿੰਦੇ ਅਸੀਂ ਪਿੱਛੇ ਵੀ ਕਿੱਥੇ ਜਾਈਏ, ਸਾਡੇ ਮਾਪਿਓ ਇੰਨੇ ਔਖੇ ਹੋ ਕੇ ਸਾਡੇ ਵਿਆਹ ਕਰਦੇ ਆ, ਫਿਰ ਅਸੀਂ ਕਿੱਧਰ ਜਾਵਾਂਗੇ। ਤਾਂ ਸਾਨੂੰ ਮਜਬੂਰਨ ਇਹ ਚੀਜ਼ਾਂ ਕਰਨੀਆਂ ਵੀ ਪੈ ਰਹੀਆਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਔਰਤ, ਇੱਕ ਤਾਂ ਕਿਉਂਕਿ ਇੰਨਾ ਪੇਨਫੁਲ ਪ੍ਰੋਸੈਸ ਹੁੰਦਾ ਕਿ ਝੱਲਣ ਨਹੀਂ ਰੈਡੀ ਹੋਊਗੀ, ਤਾਂ ਮਜਬੂਰਨ ਇਹ ਚੀਜ਼ਾਂ। ਪਰ ਉਹੀ ਗੱਲ ਆ, ਇਹ ਚੀਜ਼ਾਂ ਕਰਵਾਈਆਂ ਵੀ ਔਰਤਾਂ ਤੋਂ ਹੀ ਜਾਂਦੀਆਂ। ਹਮੇਸ਼ਾ ਸੱਸ ਦਾ ਨਾਮ ਕਿਉਂ ਆਉਂਦਾ, ਮਤਲਬ ਮੈਂ ਮੰਨਦੀ ਹਾਂ ਹਸਬੈਂਡ ਵੀ ਹੋਣਗੇ ਐਗਰੀ ਵਿੱਚੋਂ, ਜਾਂ ਫਿਰ ਹਨਾ ਸੋਹਰਾ ਵੀ ਹੁੰਦਾ, ਪਰ ਪਤਾ ਨਹੀਂ ਕਿਉਂ ਫਿਰ ਇੱਕ ਮਤਲਬ ਸੱਸ ਨੂੰ ਵੀ ਆਪਦੀ ਨੂੰਹ ਲਈ ਜ਼ਰੂਰ ਸਟੈਂਡ ਲੈਣਾ ਚਾਹੀਦਾ, ਕਿਉਂਕਿ ਉਹ ਵੀ ਤਾਂ ਔਰਤ ਆ। ਬਿਲਕੁਲ। ਤੇ ਇਹ ਚੀਜ਼ਾਂ ਵੀ ਬਹੁਤ ਹੀ ਜ਼ਿਆਦਾ। ਇੱਕ ਆਖਰੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਕਿਉਂਕਿ ਤੁਸੀਂ ਫੀਲਡ ਤੇ ਕੰਮ ਕਰ ਰਹੇ ਹੋ, ਤੁਸੀਂ ਉਹਨਾਂ ਲੋਕਾਂ ਦੇ ਨਾਲ ਵੀ ਕੰਮ ਕਰ ਰਹੇ ਹੋ ਜਾਂ NGOs ਵੀ ਜਿਹੜੀਆਂ ਕਿ ਔਰਤਾਂ ਦੀ ਮੈਂਟਲ ਹੈਲਥ ਜਾਂ ਫਰਟੀਲਿਟੀ ਨੂੰ ਲੈ ਕੇ ਕੰਮ ਕਰ ਰਹੀਆਂ ਨੇ ਜਾਂ ਇਸ ਇਸ਼ੂ ਦੇ ਨਾਲ ਡੀਲ ਕਰਦੀਆਂ ਨੇ, ਹੈ ਨਾ, ਕਿ ਸਿਰਫ ਇਹ ਸਾਡੇ ਘਰੇਲੂ ਮਸਲੇ ਬਣ ਕੇ ਰਹਿ ਗਏ ਜਾਂ ਰਹਿ ਜਾਣਗੇ? ਸਾਡੀ ਗਵਰਨਮੈਂਟ ਕੁਛ ਕਰ ਰਹੀ ਹੈ, ਜਾਂ ਜਿੱਦਾਂ ਪੰਜਾਬ 'ਚ ਵੂਮਨ ਕਮਿਸ਼ਨ ਬਣਿਆ ਹੋਇਆ, ਕਿ ਉਹ ਇਸ ਟੌਪਿਕ ਦੇ ਉੱਪਰ ਕੋਈ ਕੰਮ ਕਰ ਰਿਹਾ? ਮੈਮ ਐਕਚੁਅਲੀ ਵੂਮਨ ਕਮਿਸ਼ਨ ਮੈਨੂੰ ਨਹੀਂ ਲੱਗਦਾ, ਜਿੰਨਾ ਕੁ ਮੈਂ ਸਟੱਡੀ ਕਰਿਆ, ਮਤਲਬ ਇੱਕ ਕਿ ਇਨਫਰਟੀਲਿਟੀ ਤੇ ਕੁਝ ਕੰਮ ਕਰ ਰਿਹਾ ਹੋਏ, ਕਿਉਂਕਿ ਪੰਜਾਬ 'ਚ ਤਾਂ ਨਹੀਂ। ਨੈਸ਼ਨਲ ਕਮਿਸ਼ਨ ਫॉर ਵੂਮਨ ਜ਼ਰੂਰ ਕਰ ਰਿਹਾ, ਕਿਉਂਕਿ ਉਹਨਾਂ ਨੇ ਪਿੱਛੇ ਜੀ ਪ੍ਰੋਜੈਕਟ ਵੀ ਕੁਝ ਕੱਢੇ ਸੀਗੇ ਕਿ ਜਿਹਦੇ 'ਚ ਉਹਨਾਂ ਨੇ ਇੱਕ ਇਨਫਰਟੀਲਿਟੀ ਔਰ ਮੈਂਟਲ ਹੈਲਥ ਤੇ ਕੰਮ ਕਰਿਆ ਸੀ। ਪਰ ਉਹੀ ਗੱਲ ਆ ਕਿ ਜੇ ਇਹ ਚੀਜ਼ਾਂ ਥੀਸਿਸ 'ਚ ਰਿਸਰਚ 'ਚ ਹੀ ਪਈਆਂ ਰਹਿ ਗਈਆਂ ਤੇ ਉਸ ਦਾ ਵੀ ਕੋਈ ਫਾਇਦਾ ਨਹੀਂ। ਅਗਰ ਮੈਂ 500 ਔਰਤਾਂ ਤੇ ਕੋਈ ਰਿਸਰਚ ਕਰੀ ਆ, ਉਹ ਰਿਪੋਰਟ ਮੈਂ ਹੁਣ ਨੈਸ਼ਨਲ ਕਮਿਸ਼ਨ ਫॉर ਵੂਮਨ ਨੂੰ ਸਬਮਿਟ ਕਰੀ ਆ, ਪਰ ਜੋ ਨੈਸ਼ਨਲ ਕਮਿਸ਼ਨ ਫॉर ਵੂਮਨ ਉਸ ਚੀਜ਼ ਤੇ ਗੌਰ ਕਰੂਗਾ, ਉਹਨਾਂ 500 ਔਰਤਾਂ ਨੂੰ ਮਤਲਬ ਕੋਸ਼ਿਸ਼ ਕਰੂਗਾ ਕਿ ਹਾਂ ਜਿੱਥੇ ਮੈਂ ਰਿਸਰਚ ਕਰੀ ਆ ਉੱਥੇ ਉਸ ਗਾਇਨੀ OPD 'ਚ ਇੱਕ ਕਾਉਂਸਲਰ ਹੋਣਾ ਬਹੁਤ ਜ਼ਰੂਰੀ ਆ, ਜਾਂ ਫਿਰ ਉਹ ਇੱਕ ਡਾਕਟਰਸ ਨੂੰ ਵੀ ਅਲੱਗ ਤੋਂ ਇਸ ਤਰੀਕੇ ਦਾ ਉਹ ਕਰਿਆ ਜਾਏ ਕਿ ਤੁਸੀਂ ਮੈਡੀਸਿਨ ਦੇ ਨਾਲ ਨਾਲ ਥੋੜ੍ਹਾ ਜਿਹਾ ਇਹਨਾਂ ਦੀ ਕਾਉਂਸਲਿੰਗ ਕਰੋ। ਜਾਂ ਫਿਰ ਜਿਹੜੇ ਲੋਕ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਆ, ਉਹਨਾਂ ਦਾ IVF ਕਿਉਂ ਨਹੀਂ ਕੀਤਾ ਜਾ ਰਿਹਾ ਥੋੜਾ ਜਿਹਾ ਘੱਟ ਖਰਚੇ 'ਚ, ਉਹਨਾਂ ਦਾ ਥੋੜੇ ਘੱਟ ਖਰਚੇ 'ਚ IVF ਕਰੋ। ਫਿਰ ਜਦੋਂ ਐਡੋਪਸ਼ਨ ਦੀ ਗੱਲ ਹੁੰਦੀ ਆ ਨਾ, ਤੁਸੀਂ ਦੇਖੋਗੇ ਤਾਂ ਐਡੋਪਸ਼ਨਸ ਲਈ ਬਹੁਤ ਜ਼ਿਆਦਾ ਰੂਲਸ ਰੈਗੂਲੇਸ਼ਨਸ ਆ ਕਿ ਅਗਰ ਕੋਈ ਪਰਸਨ 4-5 ਹਜ਼ਾਰ ਕਮਾ ਰਿਹਾ ਜਾਂ ਸਲਮ ਏਰੀਆ ਤੋਂ ਬਿਲੋਂਗ, ਉਹ ਅਡੋਪਟ ਨਹੀਂ ਕਰ ਸਕਦਾ। ਉਹਦੇ ਲਈ ਤੁਹਾਨੂੰ ਇੱਕ ਮਤਲਬ ਦਿਖਾਉਣਾ ਬਹੁਤ ਜ਼ਰੂਰੀ ਆ ਕਿ ਕੋਈ ਅਗਰ ਤੁਸੀਂ ਬੱਚਾ ਲੈ ਰਹੇ ਹੋ ਤਾਂ ਤੁਸੀਂ ਇਹਦਾ ਪਾਲਣ ਪੋਸ਼ਣ ਕਰ ਸਕਦੇ ਹੋ। ਤਾਂ ਉੱਥੇ ਵੀ ਬਹੁਤ ਜ਼ਿਆਦਾ ਦਿੱਕਤਾਂ ਆ ਜਾਂਦੀਆਂ ਇੱਕ ਕਪਲ ਲਈ। ਤਾਂ ਫਿਰ ਜਦੋਂ ਅਸੀਂ ਇਹ ਚੀਜ਼ ਕਹਿੰਦੇ ਆ ਕਿ ਅਡਾਪਟ ਕਰ ਲਓ, ਤਾਂ ਫਿਰ ਸਾਨੂੰ ਲੱਗਦਾ ਕਿ ਇਹਨਾਂ ਲੋਕਾਂ ਲਈ ਸਾਰੇ ਦਰਵਾਜ਼ੇ ਬੰਦ ਆ। IVF ਤਾਂ ਇਹ ਲੋਕ ਕਰਵਾ ਨਹੀਂ ਸਕਦੇ, ਅਡਾਪਟ ਹੀ ਕਰ ਨਹੀਂ ਸਕਦੇ, ਤਾਂ ਇਹ ਕਰਨ ਕੀ? ਤਾਂ ਇਹ ਚੀਜ਼ਾਂ ਥੋੜਾ ਜਿਹਾ ਗਵਰਨਮੈਂਟ ਨੂੰ ਵੀ ਬਹੁਤ ਜ਼ਰੂਰੀ ਆ ਧਿਆਨ ਦੇਣਾ। ਪਹਿਲਾਂ ਤਾਂ ਮੈਂ ਚਲੋ ਦਿੱਲੀ 'ਚ ਕੰਮ ਕਰਦੀ ਸੀ, ਪਰ ਹੁਣ ਮੈਂ ਪੰਜਾਬ ਦਾ ਦੇਖ ਰਹੀ ਹਾਂ, ਤਾਂ ਪੰਜਾਬ 'ਚ ਤਾਂ ਬਹੁਤ ਬੁਰਾ ਹਾਲ ਆ। ਤਾਂ ਪੰਜਾਬ ਕਮਿਸ਼ਨ ਨੂੰ ਵੀ ਇਹਦੇ 'ਚ ਕਿਤੇ ਨਾ ਕਿਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਬਿਲਕੁਲ। ਸੋ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਬਠਿੰਡੇ ਤੋਂ ਮੋਹਾਲੀ ਤੱਕ ਚੱਲ ਕੇ ਆਏ, ਸਾਡੇ ਨਾਲ ਇਸ ਬਹੁਤ ਇੰਪੋਰਟੈਂਟ ਵਿਸ਼ੇ ਦੇ ਉੱਪਰ ਤੁਸੀਂ ਗੱਲਬਾਤ ਕੀਤੀ। ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਇਹ ਸਨ ਸਾਡੇ ਨਾਲ ਨਵਜੋਤ ਕੰਬੋਜ ਹੋਰੀ। ਹਮੇਸ਼ਾ ਅਸੀਂ ਘਰਾਂ ਦੇ ਵਿੱਚ ਜਦੋਂ ਵਿਆਹ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹੀ ਹੁੰਦਾ ਕਿ ਹੁਣ ਤੁਸੀਂ ਬੱਚੇ ਬਾਰੇ ਸੋਚੋ। ਸੋ ਸੋਚ ਲਿਆ ਬੱਚਾ ਹੋ ਜਾਊਗਾ, ਇਹ ਕਦੇ ਵੀ ਨਹੀਂ ਹੁੰਦਾ। ਬੱਚਾ ਨਾ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ। ਅਸੀਂ ਆਪਣੇ ਕੋਲੋਂ ਐਵੇਂ ਚੀਜ਼ਾਂ ਬਣਾਉਂਦੇ ਰਹਿੰਦੇ ਹਾਂ। ਹੋ ਸਕਦਾ ਬਹੂ 'ਚ ਕੋਈ ਕਮੀ ਹੋਵੇ, ਹੋ ਸਕਦਾ ਮੁੰਡੇ 'ਚ ਕੋਈ ਕਮੀ ਹੋਵੇ, ਹੋ ਸਕਦਾ ਚਾਹੁੰਦੇ ਹੀ ਨਹੀਂ ਹੈਗੇ, ਜਾਂ ਅਸੀਂ ਆਪਣੇ ਵੱਲੋਂ ਹੀ ਡਾਕਟਰ ਬਣ ਕੇ ਉਹਨਾਂ ਨੂੰ ਬੜੇ ਸਾਰੇ ਸੁਝਾਅ ਦੇ ਦਿੰਦੇ ਹਾਂ। ਬਹੁਤ ਘਰਾਂ ਦੇ ਵਿੱਚ ਇੱਦਾਂ ਹੁੰਦਾ ਕਿ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਥਾਂ-ਥਾਂ ਧਾਰਮਿਕ ਥਾਵਾਂ ਦੱਸੀਆਂ ਜਾਂਦੀਆਂ ਨੇ ਕਿ ਤੂੰ ਫਲਾਣੀ ਥਾਂ ਜਾ ਕੇ ਫਲ ਖਾਇਆ, ਤੂੰ ਫਲਾਣੀ ਥਾਂ ਜਾ ਕੇ ਮੱਥਾ ਟੇਕਿਆ, ਉੱਥੋਂ ਤੇਰੇ ਮੁੰਡਾ ਹੋਊਗਾ, ਹੈ ਨਾ। ਬਹੁਤ ਸਾਰੀਆਂ ਇੱਦਾਂ ਦੀਆਂ ਔਰਤਾਂ ਨੇ ਜਿਨ੍ਹਾਂ ਨੂੰ ਮੈਂ ਮਿਲੀ ਅਤੇ ਪ੍ਰੈਗਨੈਂਸੀ ਦੇ ਵਿੱਚ ਉਹਨਾਂ ਨੂੰ ਇਹ ਟੈਨਸ਼ਨ ਨਹੀਂ ਸੀਗੀ ਕਿ ਸਾਡੀ ਡਿਲੀਵਰੀ ਚੰਗੀ ਹੋ ਜਾਵੇ ਜਾਂ ਅਸੀਂ ਸਿਹਤਮੰਦ ਰਹੀਏ ਜਾਂ ਸਾਡਾ ਬੱਚਾ ਸਿਹਤਮੰਦ ਹੋਵੇ। ਉਹ ਇਹੀ ਅਰਦਾਸ ਕਰਦੀਆਂ ਸੀਗੀਆਂ ਕਿ ਰੱਬਾ ਪਲੀਜ਼ ਇਸ ਵਾਰ ਸਾਨੂੰ ਮੁੰਡਾ ਦੇ ਦੀ, ਕਿਉਂਕਿ ਉਹਨਾਂ 'ਤੇ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਘਰਦਿਆਂ ਨੂੰ, ਪਰਿਵਾਰ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ
ਇੱਕ ਔਰਤ ਤੋਂ ਬੱਚਾ ਚਾਹੀਦਾ ਤੇ ਉਹ ਬੱਚਾ ਸਾਨੂੰ ਸਿਰਫ ਮੁੰਡਾ ਚਾਹੀਦਾ ਨਾ। ਜਾਣੇ ਅਣਜਾਣੇ 'ਚ ਤੁਸੀਂ ਵੱਖ-ਵੱਖ ਥਾਵਾਂ ਤੇ ਬਾਬਿਆਂ ਦੇ ਕੋਲ ਲੈ ਕੇ ਜਾਂਦੇ ਹੋ ਨਾ, ਜਾਂ ਕਦੇ ਕਿਸੇ ਦੇ ਧਾਗਾ ਪਵਾਤਾ, ਤਵੀਤ ਪਾਤਾ, ਤੁਹਾਨੂੰ ਨਹੀਂ ਪਤਾ ਇੱਕ ਔਰਤ ਜਿਹੜੀ ਪਹਿਲੀ ਮਾਂ ਨਾ ਬਣਨ ਕਰਕੇ ਬਹੁਤ ਸਾਰੇ ਮੈਂਟਲ ਪ੍ਰੈਸ਼ਰ ਦੇ ਵਿੱਚੋਂ ਲੰਘ ਰਹੀ ਹੈ, ਤਾਂ ਜਿਹੜੇ ਗਾਹਾਂ ਬਾਬੇ ਕੋਲੇ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ, ਉਹ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਉਹਨੂੰ ਮੋਲੈਸਟ ਕਰਦਾ, ਉਹਦੀ ਨਾ ਮਨਜ਼ੂਰੀ ਦੇ ਬਾਵਜੂਦ ਉਹਨੂੰ ਅਜਿਹੀਆਂ ਥਾਵਾਂ ਤੇ ਹੱਥ ਲਾਉਂਦੇ ਨੇ ਜਾਂ ਟੱਚ ਕਰਦੇ ਨੇ, ਇਸ ਤਰੀਕੇ ਨਾਲ ਟੱਚ ਕਰਦੇ ਨੇ ਕਿ ਜਿਹੜਾ ਕਿ ਉਹ ਆਪਣੇ ਨਾ ਤਾਂ ਘਰੇ ਆ ਕੇ ਹਸਬੈਂਡ ਨੂੰ ਦੱਸ ਸਕਦੀ ਹੈ, ਨਾ ਹੀ ਉਹ ਪਰਿਵਾਰ ਦੇ ਨਾਲ ਸਾਂਝਾ ਕਰ ਸਕਦੀ ਆ। ਕਿਸੇ ਨੂੰ ਗੱਲ ਨਾ ਦੱਸ ਕੇ ਆਪਣੇ ਅੰਦਰ ਦੱਬ ਕੇ ਰੱਖਣਾ, ਕਿੰਨੇ ਮੈਂਟਲ ਟੌਰਚਰ ਦੇ ਵਿੱਚੋਂ ਔਰਤ ਲੰਘਦੀ ਹੋਊਗੀ। ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਔਰਤਾਂ ਇਹੋ ਜਿਹਾ ਰੂਪ ਕਿਉਂ ਲੈ ਲੈਂਦੀਆਂ ਨੇ ਕਿ ਉਹ ਆਪਣੇ ਬੱਚਿਆਂ ਨੂੰ ਖੁਦ ਹੀ ਮਾਰ ਦਿੰਦੀਆਂ ਨੇ। ਸੋ ਇਹ ਵਿਸ਼ਾ ਬਹੁਤ ਹੀ ਜ਼ਿਆਦਾ ਗੌਰ ਮੰਗਦਾ ਆ। ਪਹਿਲੀ ਗੱਲ, ਜਿਵੇਂ ਨਵਜੋਤ ਉਹਨਾਂ ਨੇ ਕਿਹਾ ਕਿ ਬੱਚਾ ਹੋਣਾ ਨਹੀਂ ਹੋਣਾ ਇਹ ਇੱਕ ਜੋੜੇ ਦਾ ਇੱਕ ਨਿੱਜੀ ਫੈਸਲਾ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਸ਼ਾਇਦ ਜ਼ਿੰਦਗੀ 'ਤੇ ਕੁਝ ਕਰਨਾ ਕਰਕੇ ਬੱਚਾ ਨਹੀਂ ਵੀ ਚਾਹੁੰਦੇ ਹੁੰਦੇ, ਅਤੇ ਜਿਹੜੇ ਚਾਹੁੰਦੇ ਨੇ ਅਗਰ ਉਹਨਾਂ ਦੇ ਨਹੀਂ ਹੋ ਰਿਹਾ ਤਾਂ ਐਟਲੀਸਟ ਅਸੀਂ ਉਹਨਾਂ ਤੋਂ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਕਿ ਵਾਰ-ਵਾਰ ਉਹਨਾਂ ਨੂੰ ਇਹ ਪੁੱਛਣਾ ਬੰਦ ਕਰ ਦਈਏ ਕਿ ਤੁਸੀਂ ਬੱਚਾ ਕਦੋਂ ਲੈ ਕੇ ਆ ਰਹੇ ਹੋ, ਬੱਚਾ ਕਦੋਂ ਹੋ ਰਿਹਾ ਵਾ, ਜਾਂ ਇੱਕ ਤੋਂ ਬਾਅਦ ਦੂਜਾ ਬੱਚਾ ਕਦੋਂ ਹੋ ਰਿਹਾ ਵਾ, ਜਾਂ ਫਿਰ ਜਦੋਂ ਬੱਚਾ ਹੋਣ ਵਾਲਾ ਹੋਵੇ ਤਾਂ ਅਸੀਂ ਇੱਕ ਔਰਤ ਨੂੰ ਜਾਣ ਇਹੀ ਚੀਜ਼ਾਂ ਕਹਿੰਦੇ ਰਹਿੰਦੇ ਹਾਂ ਕਿ ਐਕਟ ਤਾਂ ਤੈਨੂੰ ਦੇਖ ਕੇ ਇਹ ਲੱਗਦਾ ਵੀ ਤੇਰੇ ਮੁੰਡਾ ਹੀ ਹੋਊਗਾ, ਹੈ ਨਾ। ਸੋ ਉਹਦੇ ਵੀ ਦਿਮਾਗ 'ਤੇ ਇਨਡਾਇਰੈਕਟਲੀ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਵੀ ਮੇਰੇ ਤੋਂ ਮੁੰਡਾ ਹੀ ਐਕਸਪੈਕਟ ਕੀਤਾ ਜਾ ਰਿਹਾ, ਸੋ ਮੈਨੂੰ ਮੁੰਡੇ ਨੂੰ ਹੀ ਜਨਮ ਦੇਣਾ ਪੈਣਾ ਆ। ਜਦੋਂ ਕਿ ਸਾਨੂੰ ਉੱਥੇ ਇਹ ਜ਼ਰੂਰੀ ਹੋ ਜਾਂਦਾ, ਜਦੋਂ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਆ ਤਾਂ ਸੌਖੀ ਗੱਲ ਨਹੀਂ ਹੁੰਦੀ। ਇੱਕ ਔਰਤ ਦਾ ਵੀ ਦੁਬਾਰਾ ਜਨਮ ਹੁੰਦਾ, ਉਦੋਂ ਉਹਦਾ ਸਿਹਤਮੰਦ ਹੋਣਾ, ਉਹਦਾ ਠੀਕ ਰਹਿਣਾ ਉਸ ਸਮੇਂ ਦੇ ਉੱਪਰ, ਹੈ ਨਾ, ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ। ਸਿਰਫ ਬੱਚੇ ਬਾਰੇ ਹੀ ਨਾ ਸੋਚੋ। ਅਤੇ ਅੱਜ ਦੀ ਇਸ ਇੰਟਰਵਿਊ ਦਾ ਬਸ ਇੰਨਾ ਹੀ ਮਕਸਦ ਸੀਗਾ ਕਿ ਬੱਚਾ ਬਹੁਤ ਜ਼ਰੂਰੀ ਹੁੰਦਾ। ਹਰ ਇੱਕ ਮਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਸੋਹਣਾ ਪਲ ਉਦੋਂ ਹੁੰਦਾ ਜਦੋਂ ਮਾਂ ਬਣਦੀ ਆ, ਅਤੇ ਜਿਹੜੀ ਔਰਤ ਮਾਂ ਨਹੀਂ ਬਣ ਸਕਦੀ, ਸਾਨੂੰ ਉਹਦੀ ਤਕਲੀਫ ਨੂੰ ਜ਼ਰੂਰ ਸਮਝਣਾ ਚਾਹੀਦਾ ਅਤੇ ਹਮੇਸ਼ਾ ਉਹਨੂੰ ਮੋਰਲੀ ਸਪੋਰਟ ਕਰਨਾ ਚਾਹੀਦਾ। ਸੋ ਬੀ ਸੋਸ਼ਲ ਨੂੰ ਤੁਸੀਂ ਵੇਖਦੇ ਰਹੋ, ਕੋਸ਼ਿਸ਼ ਕਰਦੇ ਰਹਾਂਗੇ ਕਿ ਬੇਸਿਕ ਜਿਹੜੀਆਂ ਚੀਜ਼ਾਂ ਨੇ ਜਾਂ ਬੇਸਿਕ ਸਾਡੇ ਜਿਹੜੇ ਮੁੱਦੇ ਨੇ ਜ਼ਿੰਦਗੀ ਦੇ ਜਾਂ ਸਮਾਜ ਦੇ, ਉਹਨਾਂ ਨੂੰ ਅਸੀਂ ਹਮੇਸ਼ਾ ਹਾਈਲਾਈਟ ਕਰਦੇ ਰਹਾਂਗੇ ਅਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।